ਹਰ ਕੀ ਤੁਮ ਸੇਵਾ ਕਰਹੁ, ਦੂਜੀ ਸੇਵਾ ਕਰੋ ਨਾ ਕੋਇ ਜੀ। ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਐ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਆਦਿ ਕੋ ਕਵਨ ਵਿਚਾਰ ਕਥਿ ਲੈ, ਸੁਨ ਕਹਾਂ ਕਰ ਬਾਸੋ। ਗਿਆਨ ਕੀ ਮੁਦਰਾ ਕਵਨ ਕਥਿ ਲੈ, ਘਟ ਘਟ ਕਵਨ ਨਿਵਾਸੋ। ਕਾਲ ਕਾ ਠੀਂਗਾ ਕਿਉ ਜਲਾਈਐ, ਕਿਉ ਨਿਰਭਉ ਕਰ ਜਾਈਐ। ਸਹਿਜ ਸੰਤੋਖ ਕਾ ਆਸਣ ਜਾਣੈ, ਕਿਉ ਛੇਦੈ ਵੈਰਾਈਐ। ਗੁਰ ਕੈ ਸ਼ਬਦ ਹਉਮੈ ਬਿਖ ਮਾਰੈ, ਤਾ ਨਿਜ ਕਰ ਹੋਵੈ ਬਾਸੋ। ਜਿਨ ਰਚ ਰਚਿਆ ਤਿਸ ਸ਼ਬਦ ਪਛਾਣੈ, ਨਾਨਕ ਤਾਂ ਕਾ ਦਾਸੋ। ਕਹਾਂ ਤੇ ਆਵੈ ਕਹਾਂ ਇਹ ਜਾਵੈ, ਕਹਾਂ ਇਹ ਰਹੈ ਸਮਾਈ। ਏਸ ਸ਼ਬਦ ਕੋ ਜੋ ਅਰਥਾਵੈ, ਤਿਸ ਗੁਰ ਤਿਲ ਨਾ ਤਮਾਈ। ਕਿਉ ਤਤੈ ਅਵਗਤੈ ਪਾਵੈ, ਗੁਰਮੁਖ ਲੱਗੈ ਪਿਆਰੋ। ਆਪੇ ਸੁਰਤਾ ਆਪੇ ਕਰਤਾ, ਕਹੋ ਨਾਨਕ ਵੀਚਾਰੋ। ਹੁਕਮੇ ਆਵੈ ਹੁਕਮੇ ਜਾਵੈ, ਹੁਕਮੇ ਰਹੈ ਸਮਾਈ। ਪੂਰੇ ਗੁਰ ਤੇ ਸਾਚ ਕਮਾਵੈ, ਗਤ ਮਿਤ ਸ਼ਬਦੇ ਪਾਈ। ਹੁਕਮੇ ਆਵੈ ਹੁਕਮੇ ਜਾਵੈ, ਹੁਕਮੇ ਰਹੈ ਸਮਾਈ। ਪੂਰੇ ਗੁਰ ਤੇ ਸਾਚ ਕਮਾਵੈ, ਗਤ ਮਿਤ ਸ਼ਬਦੇ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੇ ਚਰਨਾਂ ਨਾਲ ਜੁੜੀ ਹੋਈ ਸਾਧ ਸੰਗਤ ਜੀਓ, ਖਾਲਸਾ ਜੀਓ ਔਰ ਗੁਰਬਾਣੀ ਵਿਚਾਰ ਦੇ ਗੁਰਮੁਖ ਜਨੋ। ਅੱਜ ਦੀ ਸਿੱਧ ਗੋਸ਼ਟ ਬਾਣੀ ਦੀ ਲੜੀਵਾਰ ਵਿਚਾਰ ਹਾਜ਼ਰ ਹੈ ਆਪਣੀ ਤੁੱਛ ਬੁੱਧੀ ਅਨੁਸਾਰ। ਫਰਮਾਨ ਕਰਦੇ हैं, ਆਦਿ ਕੋ ਕਵਨ ਵਿਚਾਰ ਕਥਿ ਲੈ, ਸੁਨ ਕਹਾਂ ਕਰ ਬਾਸੋ। ਜੋਗੀਆਂ ਦਾ ਸਵਾਲ ਹੈ, ਸਿੱਧਾਂ ਦਾ। ਆਦਿ ਕੋ ਕਵਨ ਵਿਚਾਰ ਕਥਿ ਲੈ, ਸੁਨ ਕਹਾਂ ਕਰ ਬਾਸੋ। ਪਰਮਾਤਮਾ ਦੀ ਜਿਹੜੀ ਪਹਿਲੀ ਅਵਸਥਾ ਸੀ ਨਿਰਗੁਣ ਦੀ, ਆਦਿ ਵਾਲੀ, ਉਹਦੀ ਵਿਚਾਰ ਦੋ ਬਾਲੇ ਨਾਨਕ ਜੀਓ, ਉਹਦੀ ਵਿਚਾਰ ਕਰੋ। ਸੁਨ ਕਹਾਂ ਕਰ ਬਾਸੋ, ਸੁਨ ਕਿੱਥੇ ਰਹਿੰਦਾ ਸੀ, ਪਰਮਾਤਮਾ ਕਿੱਥੇ ਰਹਿੰਦਾ ਸੀ। ਗਿਆਨ ਕੀ ਮੁਦਰਾ ਕਵਨ ਕਥਿ ਲੈ, ਘਟ ਘਟ ਕਵਨ ਨਿਵਾਸੋ। ਗਿਆਨ ਦੀ ਮੁਦਰਾ ਬਾਰੇ ਚ ਗਿਆਨ ਦਿਓ। ਗਿਆਨ ਦੀ ਮੁਦਰਾ, ਵੈਸੇ ਤਾਂ ਕਈਆਂ ਨੇ ਅਰਥ ਇਹਦੇ ਮੁੰਦਰਾਂ ਵੀ ਕਰੇ ਹੈ, ਪ੍ਰਸੰਗ ਅਨੁਸਾਰ ਮੁੰਦਰਾਂ ਵੀ ਬਣ ਸਕਦਾ, ਲੇਕਿਨ ਇਸ ਸ਼ਬਦ ਦੇ ਵਿੱਚ ਮੁਦਰਾ ਤੋਂ ਭਾਵ ਹੈ ਉਸ ਤਰ੍ਹਾਂ ਦਾ ਸਾਧਨ ਕਰਨਾ। ਜਿਵੇਂ ਜਿਹੜੇ ਸਿੱਧ ਹੈ ਉਹ 5 ਪ੍ਰਕਾਰ ਦੀਆਂ ਮੁਦਰਾ ਮੰਨਦੇ ਹੈ। ਕਿਹੜੀਆਂ ਕਿਹੜੀਆਂ? ਖੇਚਰੀ, ਭੂਚਰੀ, ਚਾਚਰੀ, ਗੋਚਰੀ ਅਤੇ ਉਨਮਨੀ। ਇਹਨਾਂ ਦੀ ਵਿਚਾਰ ਕਿਤੇ ਫੇਰ ਕਰਾਂਗੇ। ਇਹ 5 ਕਿਸਮ ਦੇ ਉਹਨਾਂ ਦੇ ਸਾਧਨ ਹੈ, ਮੁਦਰਾ ਹੈ। ਮੁਦਰਾ ਕਹਿੰਦੇ ਪੋਜੀਸ਼ਨ ਨੂੰ। ਤੇ ਗਿਆਨ ਦੀ ਕਿਹੜੀ ਪੋਜੀਸ਼ਨ ਹੈ, ਇਹ ਜੋਗੀਆਂ ਦਾ ਸਵਾਲ ਹੈ। ਗਿਆਨ ਕੀ ਮੁਦਰਾ ਕਵਨ ਕਥਿ ਲੈ, ਘਟ ਘਟ ਕਵਨ ਨਿਵਾਸ। ਇਹ ਗੁਰੂ ਨਾਨਕ ਪਾਤਸ਼ਾਹ ਜੀਓ, ਵੈਸੇ ਉਹ ਤਾਂ ਇਸ ਤਰ੍ਹਾਂ ਨਹੀਂ ਬੋਲਦੇ ਹੋਣੇ, ਕਿਉਂਕਿ ਉਹਨਾਂ ਦੀ ਬੋਲੀ ਤਾਂ ਹੋਰ ਤਰ੍ਹਾਂ ਦੀ ਹੈ। ਗੁਰੂ ਨਾਨਕ ਸਾਹਿਬ ਨੂੰ ਉਹ ਛੋਟਾ ਸਮਝਦੇ ਸੀ, ਆਪ ਬੜਾ ਸਮਝਦੇ ਸੀ ਆਪਣੇ ਆਪ ਨੂੰ। ਵੀ ਗਿਆਨ ਦੀ ਕਿਹੜੀ ਮੁਦਰਾ ਹੈ, ਗਿਆਨ ਦੀ ਕਿਵੇਂ ਪੋਜੀਸ਼ਨ ਹੈ ਜਿਹਦੇ ਵਿੱਚ ਤੁਸੀਂ ਦੱਸ ਸਕਦੇ ਹੋ ਵੀ ਘੱਟ ਘੱਟ ਕਵਨ ਨਿਵਾਸੋ, ਕਿਵੇਂ ਉਹ ਵਸਦਾ ਹੈ। ਇਹ ਗੱਲ ਦੀ ਵਿਚਾਰ ਦਿਓ ਸਾਨੂੰ। ਜਿਵੇਂ ਉਹਨਾਂ ਦਾ ਖਿਆਲ ਸੀ ਨਾ, ਉਹ 5 ਪੋਜੀਸ਼ਨਾਂ ਧਾਰਨ ਕਰਕੇ ਸਾਹ ਚੜ੍ਹਾ ਕੇ ਉੱਪਰ ਨੂੰ ਖੱਬੀ ਨਾਸ ਰਾਹੀਂ ਫਿਰ ਉੱਪਰ ਟਿਕਾਉਣਾ, ਫਿਰ ਬਾਹਰ ਕੱਢਣਾ ਸੱਜੀ ਥਾਈਂ, ਫਿਰ ਗੋਚਰੀ ਕਰਨੀ, ਅਗੋਚਰ ਤੋਂ ਪਹਿਲੀ ਜਿਹੜੀ ਪੋਜੀਸ਼ਨ ਹੈ ਉਹਨਾਂ ਦੀ, ਫਿਰ ਉਨਮਨੀ ਜਿਹੜੀ ਅਗੋਚਰ ਅਵਸਥਾ ਹੈ। ਵੈਸੇ ਉਨਮਨੀ ਅਵਸਥਾ ਸਾਧ ਸੰਗਤ ਜੀਓ ਉਹ ਅਵਸਥਾ ਹੁੰਦੀ ਹੈ ਜਿਹੜੀ ਫੁੱਲ ਖਿੜਨ ਤੋਂ ਪਹਿਲਾਂ, ਜਦੋਂ ਉਹ ਖਿੜਨ ਦੀ ਪੋਜੀਸ਼ਨ 'ਚ ਹੁੰਦਾ ਹੈ ਨਾ, ਡੋਡੀ ਦੀ 'ਚ, ਉਹਨੂੰ ਉਨਮਨੀ ਕਿਹਾ ਜਾਂਦਾ। ਯਾਨੀ ਕਿ ਸਵੇਰ ਕਹਿ ਲਓ, ਦੁਪਹਿਰ ਨੂੰ ਤਾਂ ਪੂਰਾ ਖੜਾ ਹੁੰਦਾ ਨਾ, ਉਸ ਤੋਂ ਪਹਿਲੀ ਜਿਹੜੀ ਅਵਸਥਾ, ਜਿਵੇਂ ਬੁਢਾਪੇ ਤੋਂ ਪਹਿਲਾਂ ਜਵਾਨੀ ਦੀ ਅਵਸਥਾ ਹੁੰਦੀ ਹੈ, ਉਹਨੂੰ ਉਨਮਨੀ ਅਵਸਥਾ ਕਿਹਾ ਜਾਂਦਾ। ਫੁੱਲ ਜਦੋਂ ਪੂਰਾ ਨਹੀਂ ਖਿੜਿਆ ਹੁੰਦਾ, ਅਜੇ ਬੰਦ ਹੁੰਦਾ, ਪਰ ਖਿੜਨ ਵਾਲਾ ਹੀ ਹੁੰਦਾ ਹੈ, ਦੈਟ ਇਜ਼ ਕਾਲਡ ਉਨਮਨੀ।
ਤੋ ਉਹ ਪੰਜ ਅਵਸਥਾਵਾਂ ਜੋਗੀਆਂ ਦੀਆਂ ਸਿੱਧਾਂ ਦੀਆਂ ਹੈ। ਗੁਰੂ ਨਾਨਕ ਸਾਹਿਬ ਨੂੰ ਪੁੱਛ ਰਹੇ ਹੈ ਵੀ ਗਿਆਨ ਦੀ ਅਵਸਥਾ ਦੱਸ ਕਿਹੜੀ ਹੈ। ਕਾਲ ਕਾ ਠੀਂਗਾ ਕਿਉਂ ਜਲਾਈਏ ਲੈ, ਕਿਉਂ ਨਿਰਭਉ ਘਰ ਜਾਈਏ। ਕਾਲ ਦਾ ਡੰਡਾ ਸਿਰ ਦੇ ਉੱਪਰੋਂ ਕਿਵੇਂ ਹਟੇ, ਕਿਵੇਂ ਇਹਨੂੰ ਜਾਲੀਏ, ਔਰ ਪਰਮਾਤਮਾ ਦੇ ਘਰ 'ਚ ਕਿਵੇਂ ਜਾਈਏ, ਇਸ ਗੱਲ ਦਾ ਵਿਚਾਰ ਦੇ। ਹੁਣ ਪਾਤਸ਼ਾਹ ਜਵਾਬ ਦੇ ਰਹੇ, ਸਹਿਜ ਸੰਤੋਖ ਕਾ ਆਸਣ ਜਾਣੈ, ਕਿਉਂ ਛੇਦੇ ਬਹਿਰਾਈਏ। ਸਹਿਜ ਸੰਤੋਖ ਦਾ ਆਸਣ ਕਰੋ ਭਾਈ, ਇਹ ਮੁਦਰਾ ਹੈ, ਇਹ ਮਤਲਬ ਹੈ ਸਾਧਨ ਹੈ, ਇੱਕ ਪੋਜੀਸ਼ਨ ਹੈ। ਸਹਿਜ ਸੰਤੋਖ ਦਾ ਆਸਣ ਕਰਨਾ ਮਤਲਬ ਹੈ ਆਸਣ ਊਸਣ ਕੋਈ ਨਹੀਂ ਹੈ, ਜਿਵੇਂ ਉਹ ਕਰਦੇ ਹੈ ਸਹਿਜ ਦੀ ਅਵਸਥਾ ਧਾਰਨ ਕਰਨੀ, ਸੰਤੋਖ ਧਾਰਨ ਕਰਨਾ। ਇਹ ਏਕੇ ਤੋਂ ਬਿਨਾਂ ਨਹੀਂ ਬਣਨਾ, ਏਕੇ 'ਚ ਆਊਗਾ ਬੰਦਾ, ਗੁਰੂ ਦੀ ਕਿਰਪਾ ਹੋਊਗੀ ਤਦੇ ਹੁੰਦਾ ਹੈ। ਸਹਿਜ ਸੰਤੋਖ ਕਾ ਆਸਣ ਜਾਣੈ, ਕਿਉਂ ਛੇਦੈ ਬਹਿਰਾਈਏ। ਕਿਵੇਂ ਇਹ ਜਿਹੜੇ ਵੈਰੀ ਹੈ, ਜਿਵੇਂ ਕਾਲ ਵੈਰੀ ਹੈ, ਉਹ ਕਿਵੇਂ ਉਹਨੂੰ ਛੇਦੀਏ। ਗੁਰੂ ਨਾਨਕ ਸਾਹਿਬ ਕਹਿ ਰਹੇ ਹੈ, ਫਰਮਾ ਰਹੇ ਹੈ ਬਈ ਸਹਿਜ ਸੰਤੋਖ ਦਾ ਆਸਣ ਜਾਣ ਲਓ। ਇਹ ਬਾਕੀ ਦੇ ਜਿਹੜੇ ਦੁਨਿਆਵੀ ਆਸਣ ਹੈ ਇਹ ਛੱਡ ਦਿਓ। ਜਿਹੜੇ ਤੁਸੀਂ ਖੇਚਰੀ ਭੂਚਰੀ ਚਾਚਰੀ ਕਰਦੇ ਹੋ ਨਾ, ਉਨਮੁਨੀ ਕਰਦੇ ਹੋ, ਇਹਨਾਂ ਨੂੰ ਛੱਡ ਕੇ ਸਤ ਸੰਤੋਖ ਦਾ ਜਿਹੜਾ ਸਹਿਜ ਸੰਤੋਖ ਦਾ ਆਸਣ ਹੈ ਉਹ ਧਾਰਨ ਕਰੋ। ਗੁਰ ਕੈ ਸ਼ਬਦ ਹਉਮੈ ਵਿਖ ਮਾਰੈ, ਤਾਂ ਨਿਜ ਘਰ ਹੋਵੈ ਵਾਸੋ। ਗੁਰੂ ਦੇ ਸ਼ਬਦ ਨੂੰ ਗ੍ਰਹਿਣ ਕਰੋ। ਗੁਰੂ ਦੇ ਸ਼ਬਦ ਦੇ ਰਾਹੀਂ ਹਉਮੈ ਦੀ ਜਿਹੜੀ ਵਿਖ ਹੈ ਉਹਨੂੰ ਖਤਮ ਕਰੋ, ਫੇਰ ਨਿਜ ਘਰ ਦੇ 'ਚ ਵਾਸਾ ਹੋਊਗਾ। ਕਿਸੇ ਪੋਜੀਸ਼ਨ ਦੇ ਨਾਲ, ਕਿਸੇ ਮੁਦਰਾ ਦੇ ਨਾਲ ਪਰਮਾਤਮਾ ਦੇ ਨਿਜ ਘਰ 'ਚ ਵਾਸਾ ਨਹੀਂ ਹੋ ਸਕਦਾ, ਸਿਰਫ ਔਰ ਸਿਰਫ ਹਉਮੈ ਦੇ ਮਾਰਨ ਨਾਲ। ਹਉਮੈ ਦੀ ਜਿਹੜੀ ਵਿਖ ਹੈ ਇਹਨੂੰ ਸ਼ਬਦ ਦੇ ਰਾਹੀਂ ਮਾਰੋ। ਜਿਵੇਂ ਸੱਪ ਨੂੰ ਗਾਰੜੂ ਮੰਤਰ ਪੜ੍ਹ ਕੇ ਉਹਦੇ ਨਾਲ ਵਿਸ਼ ਨੂੰ ਖਤਮ ਕਰਦਾ ਹੈ, ਉਸੇ ਤਰ੍ਹਾਂ ਜਿਹੜਾ ਹਉਮੈ ਦਾ ਦਾਰੂ ਹੈ ਉਹ ਨਾਮ ਹੈ, ਸ਼ਬਦ ਹੈ। ਹਉਮੈ ਨੂੰ ਸ਼ਬਦ ਦੇ ਰਾਹੀਂ ਮਾਰੋ, ਹਉਮੈ ਦੀ ਵਿਸ਼ ਤਾਰ ਦਿਓ, ਫੇਰ ਨਿਜ ਘਰ 'ਚ ਵਾਸਾ ਹੋਊਗਾ। ਤੋ ਕਹਿਣ ਤੋਂ ਭਾਵ ਉਹੀ ਹੈ ਫੇਰ ਵੀ ਕਿਸੇ ਪੋਜੀਸ਼ਨ ਦੇ ਨਾਲ, ਜਿਵੇਂ ਸਿੱਧ ਕਰਦੇ ਹੈ 84 ਕਿਸਮ ਦੀਆਂ ਇਹਨਾਂ ਦੀਆਂ ਹੋਰ ਵੀ ਕਈ ਪੋਜੀਸ਼ਨਾਂ ਹੁੰਦੀਆਂ, ਉਸ ਤਰ੍ਹਾਂ ਕਰਨ ਦੇ ਨਾਲ ਕੋਈ ਫਰਕ ਨਹੀਂ ਪੈਣਾ, ਉਹ ਫਿਜ਼ੀਕਲ ਕਿਰਿਆਵਾਂ ਹੈ। ਮਨ ਦੇ ਨਾਲ ਸਹਿਜ ਸੰਤੋਖ ਧਾਰਨ ਕਰੋ, ਗੁਰੂ ਦੇ ਸ਼ਬਦ ਦੇ ਰਾਹੀਂ ਹਉਮੈ ਨੂੰ ਮਾਰੋ, ਫਿਰ ਇਹ ਆਸਣ ਬਣੂਗਾ ਸਹਿਜ ਸੰਤੋਖ ਵਾਲਾ, ਇਹ ਮੁਦਰਾ ਬਣੂਗੀ। ਫਿਰ ਨਿਜ ਘਰ 'ਚ ਵਾਸ ਹੋ। ਜਿਨ ਰਚ ਰਚਿਆ ਤਿਸ ਸ਼ਬਦ ਪਛਾਣੈ, ਨਾਨਕ ਤਾਂ ਕਾ ਦਾਸੋ। ਜਿਹਨੇ ਇਹ ਸਾਰਾ ਸੰਸਾਰ ਰਚਿਆ ਹੈ, ਇਹਦੀ ਰਚਨਾ ਕਰੀ ਹੈ, ਉਸ ਨੂੰ ਸ਼ਬਦ ਦੇ ਰਾਹੀਂ ਪਛਾਣੋ। ਜਿਹੜਾ ਇਸ ਨੂੰ ਇਸ ਤਰ੍ਹਾਂ ਪਛਾਣਦਾ ਸ਼ਬਦ ਦੇ ਰਾਹੀਂ, ਨਾਨਕ ਉਹਦਾ ਦਾਸ ਹੈ। ਮਤਲਬ ਹੈ ਸੰਤਾਂ ਦੀ ਵਡਿਆਈ ਕਰੀ ਹੋਈ ਹੈ ਇਹਦੇ ਵਿੱਚ, ਕਿਉਂਕਿ ਸੰਤ ਰੱਬ ਨੂੰ ਪਛਾਣਦੇ ਹੈ, ਏਕੇ ਨਾਲ ਜੁੜਦੇ ਹੈ। ਤਾਂ ਗੁਰੂ ਨਾਨਕ ਪਾਤਸ਼ਾਹ ਉਹਨਾਂ ਦੇ ਚਰਨਾਂ ਦੀ ਧੂੜ ਵੀ ਬਣਨਾ ਲੋੜਦੇ ਹੈ। ਜਨ ਨਾਨਕ ਮੰਗੈ ਧੂੜ ਤਿਸ, ਜਿਨ ਸਤਿਗੁਰ ਪਾਇਆ। ਜਿਹੜਾ ਏਕੇ ਨਾਲ ਜੁੜ ਗਿਆ, ਸਤਿਗੁਰੂ ਦੀ ਪ੍ਰਾਪਤੀ ਹੋ ਗਈ, ਉਹ ਚਰਨਾਂ ਦੀ ਧੂੜ ਉਹਦੀ ਗੁਰੂ ਨਾਨਕ ਸਾਹਿਬ ਵੀ ਬਣਨਾ ਲੋੜਦੇ। ਕਹਾਂ ਤੇ ਆਵੇ ਕਹਾਂ ਇਹ ਜਾਵੇ, ਕਹਾਂ ਇਹ ਰਹਿ ਸਮਾਈ। ਇਹ ਕਿੱਥੋਂ ਜੀਵ ਆਉਂਦਾ ਹੈ, ਕਿੱਥੇ ਚਲੇ ਜਾਂਦਾ ਹੈ, ਇਹ ਫਿਰ ਕਿੱਥੇ ਸਮਾ ਜਾਂਦਾ ਜਾ ਕੇ। ਇਸ ਸ਼ਬਦ ਕੋ ਜੋ ਅਰਥ ਆਵੇ, ਤਿਸ ਗੁਰ ਤਿਲ ਨਾ ਤਮਾਈ। ਜਿਹੜਾ ਇਸ ਗੱਲ ਦੀ ਵਿਚਾਰ ਦਵੇ ਵੀ ਸੰਸਾਰ ਕਿੱਥੋਂ ਆਉਂਦਾ, ਕਿੱਥੇ ਚਲੇ ਜਾਂਦਾ, ਉਸ ਗੁਰੂ ਨੂੰ ਇੱਕ ਤਿਲ ਜਿੰਨੀ ਵੀ ਤਮਾ ਨਹੀਂ ਹੈ। ਮਤਲਬ ਹੈ ਉਹ ਸ੍ਰੇਸ਼ਟ ਹੈ, ਉਹਦਾ ਗਿਆਨ ਹੈ ਜਿਹੜਾ। ਫੁੱਲ ਦੇ ਵਿੱਚ ਰੰਗ ਕਿੱਥੋਂ ਆਉਂਦਾ, ਰੂਪ ਕਿੱਥੋਂ ਆਉਂਦਾ, ਪਰਮਾਤਮਾ ਤੇ ਆਉਂਦਾ, ਪਰਮਾਤਮਾ ਦੇ ਵਿੱਚ ਹੀ ਸਮਾ ਜਾਂਦਾ। ਇਹ ਫਲਸਫਾ ਹੈ ਗੁਰਮਤਿ ਦਾ। ਜੋਗੀਆਂ ਨੂੰ ਇਸ ਗੱਲ ਦੀ ਸਮਝ ਨਹੀਂ ਸੀ ਆ ਰਹੀ ਵੀ ਇਹ ਕਿੱਥੇ ਆਉਂਦਾ, ਕਿੱਥੋਂ ਚਲਾ ਜਾਂਦਾ। ਤੋ ਜਿੱਥੇ ਇਸ ਤਰ੍ਹਾਂ ਦੇ ਸਵਾਲ ਆਉਂਦੇ, ਉੱਥੇ ਗੁਰੂ ਪਾਤਸ਼ਾਹ ਬਸ ਇਹ ਫਰਮਾ ਦਿੰਦੇ ਵੀ ਉਹ ਆਪਣੀ ਕਰੀ ਨੂੰ ਆਪੇ ਜਾਣਦਾ, ਸਭ ਕੁਛ ਉਸੇ ਤੋਂ ਆਉਂਦਾ, ਉਸੇ ਵਿੱਚ ਸਮਾ ਜਾਂਦਾ ਹੈ। ਕਈ ਵਾਰ ਪਹਿਲਾਂ ਵੀ ਹੋ ਲਿਆ, ਕਈ ਵਾਰ ਪਸਰੇ ਪਸਾ, ਫਿਰ ਵੀ ਉਹਦੀ ਹੁਕਮ ਵਿੱਚ ਕਦੇ ਨਾ ਕਦੇ ਹੁੰਦਾ ਰਹਿੰਦਾ, ਫਿਰ ਨਵਾਂ ਸਾਜ ਦਿੰਦਾ, ਇਹ ਉਹਦੀ ਆਪਣੀ ਰਜ਼ਾ ਹੈ। ਇਸ ਸ਼ਬਦ ਕੋ ਜੋ ਅਰਥ ਆਵੇ, ਤਿਸ ਗੁਰ ਤਿਲ ਨਾ ਤਮਾਈ। ਜਿਹੜਾ ਇਸ ਤਰ੍ਹਾਂ ਦੀ ਵਿਚਾਰ ਦਿੰਦਾ ਹੈ, ਅਰਥ ਦੱਸਦਾ ਹੈ, ਉਸ ਗੁਰੂ ਨੂੰ ਇੱਕ ਤਿਲ ਜਿੰਨੀ ਵੀ ਤਮਾ ਨਹੀਂ ਹੈ। ਕਿਉਂ ਤੱਤੈ ਅਵਗਤੈ ਪਾਵੈ, ਗੁਰਮੁਖ ਲੱਗੈ ਪਿਆਰੋ। ਤੱਤ ਨੂੰ ਕਿਵੇਂ ਪਾਵੇ, ਅਵਗਤ ਗਤ ਹੁੰਦੀ ਹੈ, ਜਿਵੇਂ ਮਰਿਆ ਹੋਇਆਂ ਦੀ ਗਤ ਕਰਾਉਣ ਜਾਂਦੇ ਆ ਹਰਿਦੁਆਰ ਜਾਂ ਇੱਥੇ ਪੋਹੇ ਤੇ ਭੇਵੇ,
ਉਹ ਬਿਨਾਂ ਗੱਤ ਤੋਂ ਹੈ ਪਰਮਾਤਮਾ, ਉਹਦੀ ਕੋਈ ਗੱਤ ਨਹੀਂ ਹੈ, ਕਿਉਂਕਿ ਉਹ ਮਰਦਾ ਹੀ ਨਹੀਂ ਕਦੇ। ਉਹ ਤੱਤੇ ਨੂੰ ਅਵਗੱਤੇ ਨੂੰ ਕਿਵੇਂ ਪਾਇਆ ਜਾਵੇ, ਗੁਰੂ ਦੇ ਰਾਹੀਂ ਉਹਦੇ ਨਾਲ ਕਿਵੇਂ ਪਿਆਰ ਲੱਗੇ। ਆਪੇ ਸੁਰਤਾ ਆਪੇ ਕਰਤਾ ਕਉ ਨਾਨਕ ਵਿਚਾਰੋ। ਉਹ ਆਪੇ ਸੁਣਨ ਵਾਲਾ ਸਰੋਤਾ ਹੈ, ਆਪੇ ਉਹ ਕਰਨ ਵਾਲਾ ਹੈ, ਸਾਰੀ ਸ੍ਰਿਸ਼ਟੀ ਦਾ ਪੈਦਾ ਕਰਨ ਵਾਲਾ ਹੈ। ਇਹ ਵਿਚਾਰ ਦਿਓ ਗੁਰੂ ਨਾਨਕ ਪਾਤਸ਼ਾਹ ਜੀਓ, ਬਈ ਉਹ ਕਿਵੇਂ ਸੁਰਤਾ ਹੈ, ਕਿਵੇਂ ਉਹ ਕਰਤਾ ਹੈ, ਕਿਵੇਂ ਗੁਰੂ ਦੇ ਨਾਲ ਪ੍ਰੇਮ ਲੱਗਦਾ ਹੈ, ਕਿਵੇਂ ਉਸ ਨੂੰ ਪਾਇਆ ਜਾਂਦਾ ਤੱਤੇ ਅਵਗੱਤੇ ਨੂੰ। ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹਿ ਸਮਾਈ। ਹੁਣ ਇਹ ਪਾਤਸ਼ਾਹ ਦਾ ਉੱਤਰ ਹੈ। ਹੁਕਮ ਵਿੱਚ ਆਉਂਦਾ ਜੀਵ, ਹੁਕਮ ਵਿੱਚ ਚਲੇ ਜਾਂਦਾ, ਹੁਕਮ ਵਿੱਚ ਸਮਾ ਜਾਂਦਾ। ਇਹ ਉਹਦਾ ਭਾਣਾ ਹੈ। ਪੂਰੇ ਗੁਰ ਤੇ ਸਾਚ ਕਮਾਵੈ ਗਤ ਮਿਤ ਸ਼ਬਦੇ ਪਾਈ। ਪੂਰਾ ਗੁਰੂ ਅਗਰ ਮਿਲ ਜੇ ਕਿਸੇ ਨੂੰ ਔਰ ਉਹਦੇ ਬਚਨਾਂ ਨੂੰ ਉਹ ਮੰਨ ਲਵੇ, ਸੱਚ ਨੂੰ ਕਮਾ ਲਵੇ, ਕਿਉਂਕਿ ਉਹਦੇ ਬਚਨ ਸੱਚੇ ਹੁੰਦੇ। ਇਹ ਜਿਹੜੀ ਗਤ ਮਿੱਤ ਹੈ ਇਹ ਸ਼ਬਦ ਦੇ ਰਾਹੀਂ ਹੀ ਪਾਈ ਜਾਂਦੀ ਹੈ। ਗੁਰੂ ਨੂੰ ਪਹਿਲਾਂ ਮਿਲਣਾ, ਗੁਰੂ ਨਾਲ ਮਿਲਾਪ, ਫਿਰ ਗੁਰੂ ਦੇ ਸ਼ਬਦ ਦੇ ਰਾਹੀਂ ਕਮਾਉਣਾ, ਕਮਾਈ ਕਰਨੀ। ਸ਼ਬਦ ਦੀ ਕਮਾਈ, ਸ਼ਬਦ ਦੇ ਰਾਹੀਂ ਕਮਾਈ। ਜਿਵੇਂ ਸ਼ਬਦ ਕਹਿੰਦਾ ਉਸ ਤਰ੍ਹਾਂ ਕਰਨਾ। ਸ਼ਬਦ ਤਾਂ ਕਹਿੰਦਾ ਵੀ ਹਉਮੈ ਨੂੰ ਤੋੜਨਾ ਭਾਈ। ਇਹ ਜਿਹੜੀਆਂ ਤੁਸੀਂ ਮੁਦਰਾ ਕਰਦੇ ਹੋ ਇਹਨਾਂ ਦਾ ਕੋਈ ਲਾਭ ਨਹੀਂ ਹੈ। ਇਹ ਤਾਂ ਫਿਜ਼ੀਕਲ ਕਿਰਿਆਵਾਂ, ਸਰੀਰ ਦੀਆਂ ਕਿਰਿਆਵਾਂ, ਇਹਨਾਂ 'ਚੋਂ ਕੁਛ ਨਹੀਂ ਨਿਕਲਣਾ। ਜਿੰਨਾ ਚਿਰ ਤੁਸੀਂ ਅੰਦਰ ਤੋਂ ਮੈਂ ਨੂੰ ਨਹੀਂ ਮਿਟਾਉਂਦੇ, ਹਉਮੈ ਦਾ ਸੱਪ ਨਹੀਂ ਮਾਰਦੇ, ਪਰਮਾਤਮਾ ਦੇ ਨਾਲ ਲੀਨਤਾ ਹੋਣ ਦਾ ਸਵਾਲ ਹੀ ਨਹੀਂ ਹੈ। ਔਰ ਇਹ ਹਉਮੈ ਦਾ ਸੱਪ ਸ਼ਬਦ ਨਾਲ ਮਰਨਾ ਹੈ। ਜਿੰਨੇ ਵੀ ਨੈਗੇਟਿਵ ਕੁਆਲਿਟੀ ਵਾਲੇ ਪਰਸਨ ਸੀਗੇ, ਸੱਜਣ, ਭੂਮੀਆਂ ਔਰ ਕੌਡਾ, ਵਲੀ ਕੰਧਾਰੀ, ਇਹਨਾਂ ਸਭ ਨੂੰ ਕੋਲ ਜਾ ਕੇ ਪਹਿਲਾਂ ਤਾਂ ਆਪਣੀ ਆਬਾ ਦੇ ਵਿੱਚ ਲਿਆਂਦਾ, ਫਿਰ ਉਹਨਾਂ ਨੂੰ ਸ਼ਬਦ ਦਿੱਤਾ। ਸ਼ਬਦ ਦੇ ਰਾਹੀਂ ਫਿਰ ਉਹ ਬਦਲੇ। ਉੱਜਲ ਕਹਾਂ ਚਿਲਕਣਾ ਘੋਟਮ ਕਲੜੀ ਮਸ, ਸ਼ਬਦ ਦਿੱਤਾ, ਫਿਰ ਉਹਨਾਂ ਦੇ ਅੰਦਰ ਉਹ ਗਿਆਨ ਪੈਦਾ ਹੋਇਆ ਸ਼ਬਦ ਦੇ ਰਾਹੀਂ। ਤੋ ਸ਼ਬਦ ਦਾ ਮਹਾਤਮ, ਸਾਰੀ ਗੁਰਬਾਣੀ ਸ਼ਬਦ ਹੈ। ਸ਼ਬਦ ਤੋਂ ਬਿਨਾਂ ਕੋਈ ਕਮਾਈ ਅਸਫਲ ਹੈ, ਨਿਸ਼ਫਲ ਹੈ। ਜੋ ਕੁਛ ਸੰਸਾਰ ਕਰ ਰਿਹਾ ਹੈ, ਹੁਣ ਵੀ ਕਰ ਰਿਹਾ ਹੈ, ਉਹਦਾ ਕੋਈ ਮਹਾਤਮ ਨਹੀਂ। ਦੁਨੀਆ ਵਿੱਚ ਹੈ, ਦੁਨੀਆ ਬੜਾ ਕਰਦੀ ਹੈ ਵੀ ਬੱਲੇ ਬੱਲੇ ਜੋਗੀ ਸਮਾਧੀ ਲਾਈ ਬੈਠਾ ਹਵਾ ਦੇ ਵਿੱਚ। ਜੋਗੀ ਤਾਂ ਹੁਣ ਪੁੱਜਿਆ ਹੋਇਆ ਪਰਮਾਤਮਾ ਦੇ ਦਰ ਦੇ ਉੱਤੇ। ਇਹ ਸਾਰਾ ਹੀ ਮਹਿਜ ਡਿੰਬ ਹੈ, ਪਾਖੰਡ ਹੈ। ਜਿਵੇਂ ਗੁਰੂ ਨਾਨਕ ਸਾਹਿਬ ਇੱਕ ਵਾਰ ਗਏ ਕਿਸੇ ਯੋਗੀ ਰਾਜ ਦੇ ਕੋਲ, ਉਹ ਸਮਾਧੀ ਲਾਈ ਬੈਠਾ ਸੀ, ਅੱਖਾਂ ਬੰਦ ਕਰੀ, ਆਪਣੇ ਚੇਲੇ ਚਪਟਿਆਂ ਨੂੰ ਕਹਿ ਰਿਹਾ ਸੀ, ਅਬ ਹਮ 3 त्रिलोकी में चले गए हैं, अब हमको सबके दर्शन हो रहे हैं, तीनों त्रिलोकों के। तो गुरु नानक साहब ने सोਚਿਆ ਵੀ ਇਹ ਤਾਂ ਡਿੰਬੀ ਹੈ, ਪਖੰਡੀ ਹੈ। ਭਾਈ ਮਰਦਾਨੇ ਨੂੰ ਕਿਹਾ ਵੀ ਆ ਜਿਹੜੀ ਸੰਦੂਖੜੀ ਇਹਦੇ ਮੂਹਰੇ ਪਈ ਹੈ ਨਾ, ਇਹਨੂੰ ਚੱਕ ਕੇ ਪਿੱਛੇ ਰੱਖਿਆ, ਮਲਕ ਦੇ ਕੇ, ਹੌਲੀ ਦੇ ਕੇ। ਉਸ ਤਰ੍ਹਾਂ ਹੀ ਕਰਿਆ। ਪਖੰਡ ਕਿਹਾ ਸੀਗਾ। ਉਹ ਜਦੋਂ ਸਿੱਕੇ ਪੈਂਦੇ ਸੀ ਨਾ ਸੰਦੂਖੜੀ 'ਚ, ਉਹਨੂੰ ਸੁਣੀ ਜਾਂਦੇ ਸੀਗੇ ਅੱਖਾਂ ਬੰਦ ਕਰੀਆਂ। ਉਹਨਾਂ ਚਿਰ ਉਹਨੇ ਉਹ ਕਰਨਾ ਸੀ ਪਖੰਡ। ਜਦੋਂ ਹਟ ਜਾਣਾ ਸੀ ਸਿੱਕੇ ਪੈਣ ਤੋਂ, ਬਈ ਹੁਣ ਹੋਰ ਨਹੀਂ ਕੋਈ ਵੀ ਝੜ ਰਿਹਾ, ਉਹਨੇ ਫਿਰ ਅੱਖਾਂ ਖੋਲ੍ਹਣੀਆਂ ਸੀਗੀਆਂ। ਜਦ ਪਿੱਛੇ ਰੱਖ ਦਿੱਤੀ ਸੰਦੂਖੜੀ, ਉਹਨੇ ਸੋਚਿਆ ਵੀ ਹੁਣ ਤਾਂ ਕੋਈ ਪੈ ਨਹੀਂ ਰਿਹਾ, ਝੜ ਨਹੀਂ ਰਿਹਾ, ਤੇ ਅੱਖਾਂ ਖੋਲ੍ਹੀਆਂ। ਜਦ ਨਾ ਦੇਖੀ ਉੱਥੇ ਸੰਦੂਖੜੀ, ਅੱਗ ਬਬੂਲਾ ਹੋ ਗਿਆ। ਭਸਮ ਕਰ ਦੂੰਗਾ, ਦੱਸੋ ਕਿੱਥੇ ਹੈ ਮੇਰੀ ਸੰਦੂਖੜੀ। ਗੁਰੂ ਨਾਨਕ ਸਾਹਿਬ ਮੁਸਕਰਾਉਣ ਲੱਗ ਪਏ, ਕਹਿੰਦੇ ਯੋਗੀ ਰਾਜ ਜੀ, ਹੁਣੇ ਤਾਂ ਤੁਹਾਨੂੰ 3 त्रिलोकी ਦਿਖ ਰਹੀ ਸੀ, 3 त्रिलोਕਾਂ ਦੇ ਦਰਸ਼ਨ ਹੋ ਰਹੇ ਤੇ ਤੁਹਾਨੂੰ ਇਸ ਲੋਕ 'ਚ ਪਈ ਸੰਦੂਖੜੀ ਨਹੀਂ ਦਿਖ ਰਹੀ। ਤਾਂ ਉਹਦਾ ਪਖੰਡ ਨੰਗਾ ਕਰਿਆ। ਇਹਨੂੰ ਜੇ ਕੋਈ ਸਮਝੇ ਵੀ ਇਹ ਨਿੰਦਿਆ ਹੈ, ਉਹਦਾ ਭੋਲਾਪਣੇ ਕਿਹਾ ਜਾਣਾ ਚਾਹੀਦਾ ਫਿਰ, ਜਾਂ ਇਗਨੋਰੈਂਸ ਕਹਿਣੀ ਚਾਹੀਦੀ ਹੈ। ਸੱਚ ਨੂੰ ਤਾਂ ਉਘਾੜਨਾ ਬਹੁਤ ਅੱਛੀ ਗੱਲ ਹੈ। ਜਿੱਥੇ ਵੀ ਡਿੰਬ ਹੋਵੇ ਉਹਨੂੰ ਨੰਗਾ ਕਰਨਾ ਚੰਗੀ ਬਾਤ ਹੈ। ਗੁਰਬਾਣੀ 'ਚ ਜਗ੍ਹਾ ਜਗ੍ਹਾ ਕਰਿਆ ਗਿਆ। ਕਰਨਾ ਸੌਖੇ ਸ਼ਬਦਾਂ ਦੇ ਵਿੱਚ ਹੈ, ਸਾਦੇ ਸ਼ਬਦਾਂ ਦੇ ਵਿੱਚ ਹੈ, ਬੁਰਾ ਖਰਮਾ ਜਾਂ ਫਿੱਕਾ ਨਹੀਂ ਬੋਲਣਾ। ਸੋ ਉਹ ਜੋਗੀ ਨੂੰ ਫਿਰ ਸਮਝ ਆਈ। ਅੱਖਾਂ ਪਕੜਦਾ ਸੀਗਾ, ਆਂਟ ਸੈਂਤੀ ਨਾਕ ਪਕੜੈ, ਸੂਝ ਤੇ 3 ਲੋ। ਇੱਕ ਅੰਗੂਠੇ ਨਾਲ ਤੇ ਉਂਗਲੀ ਦੇ ਨਾਲ ਨੱਕ ਨੂੰ ਪਕੜਦੇ ਸੀਗੇ। ਲੋਕਾਂ ਨੂੰ ਉੱਲੂ ਬਣਾ ਰਿਹਾ ਸੀ ਵੀ ਮੈਨੂੰ ਤਾਂ 3 त्रिलोकी ਦੇ ਦਰਸ਼ਨ ਹੋ ਰਹੇ ਨੇ।
ਤੋ ਇਹੋ ਜਿਹੀਆਂ ਜਿਹੜੀਆਂ ਮੁਦਰਾ ਬਣਾਉਂਦੇ ਲੋਕ, ਲੋਕਾਂ ਨੂੰ ਠੱਗਣ ਕੋ ਸੰਸਾਰ, ਇਹਨਾਂ ਦਾ ਕੋਈ ਮਤਲਬ ਨਹੀਂ ਹੈ। ਇਹ ਸਿਰਫ ਔਰ ਸਿਰਫ ਲੋਕਾਂ ਨੂੰ ਉੱਲੂ ਬਣਾ ਕੇ ਆਪਣਾ ਤੋਰੀ ਫੁਲਕਾ ਚਲਾਉਂਦੇ ਆ ਇਹ ਲੋਕ। ਆਪਾਂ ਸਿੱਧੇ ਹੱਥ ਨਾਲ ਬੁਰਕੀ ਪਾ ਲੈਂਦੇ, ਇਹ ਸਿਰ ਦੇ ਉੱਪਰ ਨੂੰ ਹੱਥ ਘੁਮਾ ਕੇ ਆਪਣੇ ਅੰਦਰ ਬੁਰਕੀ ਪਾ ਲੈਂਦੇ। ਇਹ ਜਿਹੜੇ ਜੋਤਸ਼ੀ ਹੈ ਜਾਂ ਨਗ ਪਾਉਣੇ ਵਾਲੇ ਹੈ, ਪਵਾਉਣੇ ਵਾਲੇ ਹੈ, ਜਾਂ ਮੜੀਆਂ ਮਸਾਣੀਆਂ ਦੇ ਉੱਪਰ ਬੈਠੇ ਹੈ, ਤਰ੍ਹਾਂ ਤਰ੍ਹਾਂ ਦੇ ਪਖੰਡ ਰਚਾਉਂਦੇ ਹੈ, ਕੋਈ ਸਿਵਿਆਂ ਨੂੰ ਜਗਾਉਣੇ ਦੀ ਗੱਲਾਂ ਕਰਦਾ ਹੈ। ਇਹ ਦਿਸ ਇਜ਼ ਆਲ ਨੌਨਸੈਂਸ ਗੁਰਬਾਣੀ ਮੁਤਾਬਕ। ਇਹਨਾਂ ਦਾ ਕੋਈ ਮਤਲਬ ਨਹੀਂ, ਲੋਕਾਂ ਨੂੰ ਸਿਰਫ ਉੱਲੂ ਬਣਾਉਂਦੇ ਹੈ। ਇਹ ਕਾਲਾ ਮੱਤ ਹੈ, ਕਾਲਾ ਇਲਮ ਹੈ। ਹਾਲਾਂਕਿ ਇਹਦੀ ਹੋਂਦ ਹੈ ਵੀ ਜਾਂ ਨਹੀਂ ਹੈ, ਇਹ ਵੀ ਗੁਰੂ ਮਹਾਰਾਜ ਜਾਣੇ। ਜੇ ਹੈ ਵੀ ਸਹੀ ਤਾਂ ਕਮ ਸੇ ਕਮ ਇਹ ਵਰਜਿਤ ਹੈ ਸਿੱਖ ਵਾਸਤੇ, ਇੰਨਾ ਜ਼ਰੂਰ ਖਿਆਲ ਕਰਨਾ ਚਾਹੀਦਾ ਸਿੱਖ ਨੂੰ। ਕੋਈ ਭੂਤ ਪ੍ਰੇਤ ਜਾਂ ਕੁਛ ਵੀ ਐਸਾ ਦੱਸ ਰਿਹਾ, ਥੋੜ੍ਹਾ ਜਿਹਾ ਇਹਨੂੰ ਐਕਸਪਲੇਨ ਕਰਨ ਲੱਗਿਆ ਸਾਇੰਸ ਦੇ ਵਿਸ਼ੇ ਦੇ ਹਿਸਾਬ ਨਾਲ, ਮੈਡੀਕਲ ਦੇ ਨਾਲ, ਧਿਆਨ ਦਿਓ। 3 ਸ਼ਬਦ ਹੁੰਦੇ ਸਾਧ ਸੰਗਤ ਜੋ, ਇਲਿਊਜ਼ਨ, ਡੈਲਿਊਜ਼ਨ ਔਰ ਹਲੂਸੀਨੇਸ਼ਨ। ਇਲਿਊਜ਼ਨ ਹੁੰਦਾ ਹੈ ਬੰਦੇ ਨੂੰ ਭੁਲੇਖਾ ਹੁੰਦਾ ਹੈ ਬਈ ਜਿਵੇਂ ਹਨੇਰੇ ਦੇ ਵਿੱਚ ਰੱਸੀ ਆਏ ਮੁੜੀ ਜੀ ਪਈ ਹੋਵੇ, ਕੋਈ ਲਵੀ ਸੱਪ ਹੈ। ਜਦੋਂ ਲਾਈਟ ਬਾਲ ਲਈ ਤਾਂ ਪਤਾ ਲੱਗ ਜਾਣਾ ਵੀ ਇਹ ਤਾਂ ਰੱਸੀ ਹੈ। ਤਾਂ ਇਹ ਭਰਮ ਹਰ ਬੰਦੇ ਨੂੰ ਹੋ ਸਕਦਾ ਔਰ ਹੈ। ਬੰਦਾ ਭਰਮ ਦਾ ਹੀ ਵਿੱਚ ਚੱਲ ਰਿਹਾ। ਜਿਹਨੂੰ ਨਾਮ ਅੰਦਰ ਪ੍ਰਗਟ ਹੋ ਗਿਆ, ਭਰਮ ਉਹਦਾ ਜਾਣਾ, ਦੂਜੇ ਕਿਸੇ ਦਾ ਭਰਮ ਨਹੀਂ ਜਾਂਦਾ, ਥੋੜ੍ਹਾ ਬਹੁਤਾ ਰਹਿੰਦਾ ਉਹਦੇ ਅੰਦਰ। ਤਾਂ ਇਹ ਤਾਂ ਹੋਇਆ ਇਲਿਊਜ਼ਨ। ਦੂਜਾ ਹੈ ਡੈਲਿਊਜ਼ਨ। ਡੈਲਿਊਜ਼ਨ ਉਹਦੇ ਨਾਲੋਂ ਵੀ ਜ਼ਿਆਦਾ ਖਤਰਨਾਕ ਹੁੰਦਾ ਹੈ। ਡੈਲਿਊਜ਼ਨ ਦੇ ਵਿੱਚ ਕੋਈ ਵਿਚਾਰ ਨਿਰੰਤਰ ਮਨ ਦੇ ਵਿੱਚ ਆਈ ਜਾਂਦਾ ਔਰ ਉਹਨੂੰ ਉਹ ਸੱਚਾ ਮੰਨਦਾ। ਕਈ ਬੰਦਿਆਂ ਨੂੰ ਇਹ ਲੱਗਦਾ ਹੁੰਦਾ ਵੀ ਮੈਨੂੰ ਮੇਰੇ ਘਰ ਦੇ ਜ਼ਹਿਰ ਦੇ ਰਹੇ, ਉਹ ਦਵਾਈ ਨਹੀਂ ਖਾਂਦਾ, ਕਿਉਂਕਿ ਉਹਦੇ ਮਨ 'ਚ ਇਹ ਘਰ ਕਰ ਗਿਆ ਵਿਚਾਰ ਵੀ ਮੈਨੂੰ ਤਾਂ ਮਾਰਨ ਪਰ ਤੁਲੇ ਹੋਏ ਆ ਸਾਰੇ। ਇਹਨੂੰ ਕਹਿੰਦੇ ਡਿਲਿਊਜ਼ਨ। ਇਹ ਧਰਮ ਦੇ ਖੇਤਰ 'ਚ ਵੀ ਹੈ। ਇਹਨੂੰ ਰੈਲੀਜੀਅਸ ਇਨਸੈਨਿਟੀ ਵੀ ਕਿਹਾ ਜਾਂਦਾ ਹੈ, ਧਾਰਮਿਕ ਪਾਗਲਪਨ। ਕਈ ਲੋਕ ਆਪਣੇ ਧਰਮ ਨੂੰ ਲੈ ਕੇ ਇੰਨਾ ਗਲਤਫਹਿਮੀ ਦਾ ਸ਼ਿਕਾਰ ਹੋ ਜਾਂਦੇ ਵੀ ਉਹ ਦੂਜਿਆਂ ਨੂੰ ਫਿਰ ਤੁੱਛ ਸਮਝਦੇ, ਉਹਨਾਂ ਦੇ ਵਿਚਾਰ ਦਾ ਇਹਤਰਾਮ ਨਹੀਂ ਕਰਦੇ। ਫਿਰ ਉਹ ਜਿਹਦੀ ਕੰਸੀਡਰੇਸ਼ਨ ਕਹਿੰਦੇ ਜਿਹਨੂੰ, ਸਹਿਣ ਸ਼ਕਤੀ, ਉਹ ਨਹੀਂ ਹੁੰਦੀ ਉਹਨਾਂ ਦੇ ਵਿੱਚ। ਤਾਂ ਇਹ ਡਿਲਿਊਜ਼ਨ 'ਚ ਆਉਂਦੀਆਂ ਗੱਲਾਂ। ਅੱਗੇ ਹੈ ਹਲੂਸੀਨੇਸ਼ਨ। ਹਲੂਸੀਨੇਸ਼ਨ ਸਾਧ ਸੰਗਤ ਜੀਓ ਸਾਰਿਆਂ ਨਾਲੋਂ ਭੈੜਾ ਹੈ। ਪਹਿਲਿਆਂ ਵਿੱਚ ਤਾਂ ਇੱਕ ਖਿਆਲ ਹੁੰਦਾ ਭੁਲੇਖੇ ਵਿੱਚ ਬੰਦਾ ਚਾਨਣੇ ਤੋਂ ਬਿਨਾਂ ਵੀ ਰੱਸੀ ਸੱਪ ਹੈ। ਦੂਜੇ ਵਿੱਚ ਇੱਕ ਵਿਚਾਰ ਮਨ ਕਰ ਜਾਂਦਾ ਹੈ, ਇੱਕ ਵਿਚਾਰ ਮਨ ਵਿੱਚ ਆਪਣਾ ਘਰ ਬਣਾ ਲੈਂਦਾ ਵੀ ਵਾਕਈ ਮੈਨੂੰ ਇਹ ਜ਼ਹਿਰ ਦੇ ਰਹੇ, ਵਾਕਈ ਮੇਰਾ ਧਰਮ ਬਹੁਤ ਸਾਰਿਆਂ ਨਾਲੋਂ ਸ੍ਰੇਸ਼ਟ ਹੈ, ਇਸ ਤਰ੍ਹਾਂ ਦੇ ਵਿਚਾਰ। ਲੇਕਿਨ ਜਿਹੜਾ ਹਲੂਸੀਨੇਸ਼ਨ ਹੈ ਉਹ ਪਰਸੈਪਸ਼ਨ ਹੈ। ਇਹਨਾਂ ਵਿਚਾਰਾਂ ਨੂੰ ਹੂਬ ਮੰਨਣਾ। ਕਿਵੇਂ? ਕਈਆਂ ਨੂੰ ਇਹ ਲੱਗਦਾ ਵੀ ਉਹ ਬੈਠੇ ਆ ਉੱਪਰ ਬਨੇਰੇ ਦੇ, ਲੋਕਾਂ ਨੂੰ ਕੋਈ ਨਹੀਂ ਦਿਖਦਾ ਉਹ ਬੰਦਾ, ਉਹਨੂੰ ਲੱਗਦਾ ਵੀ ਉਹ ਬੈਠੇ ਮੈਨੂੰ ਮਾਰਨ ਵਾਸਤੇ ਆਏ। ਕਈਆਂ ਨੂੰ ਸੁਣਨੇ ਵਿੱਚ ਲੱਗਦਾ ਵੀ ਮੈਨੂੰ ਦੇਖੋ ਜੀ ਆ ਉੱਪਰੋਂ ਆ ਰਹੀ ਹੈ ਆਕਾਸ਼ਬਾਣੀ, ਮੈਂ ਉਹਦੇ ਨਾਲ ਗੱਲਾਂ ਕਰਦਾ ਕਿਸੇ ਮਰੇ ਹੋਏ ਨਾਲ, ਉਹ ਵੀ ਹਲੂਸੀਨੇਸ਼ਨ ਹੈ। ਉਹ ਸੁਣਨੇ ਦੀ ਹਲੂਸੀਨੇਸ਼ਨ ਹੈ। ਆਡੀਟਰੀ ਸੈਂਸਰੀ ਹੁੰਦਾ, ਦੇਖਣਾ ਸਾਹਮਣੇ ਵੀ ਉਹ ਬੈਠਾ ਕੋਈ ਬੰਦਾ। ਇੱਕ ਹੁੰਦੀ ਹੈ ਸੁੰਘਣ ਦੀ ਹਲੂਸੀਨੇਸ਼ਨ। ਉਸ ਬੰਦੇ ਨੂੰ ਕੋਈ ਸਮੈਲ ਆਈ ਜਾਂਦੀ ਹੈ ਬਹੁਤ ਬੁਰੀ ਜੀ, ਜਿਵੇਂ ਕੋਈ ਮਰੇ ਹੋਏ ਦੀ ਸਮੈਲ ਹੋਵੇ, ਲੋਕਾਂ ਨੂੰ ਕਿਸੇ ਨੂੰ ਹੋਰ ਘਰ ਦੇ ਨੂੰ ਆਉਂਦੀ ਨਹੀਂ ਹੁੰਦੀ। ਸੋ ਇਹ ਜਿਹੜੀ ਪਰਸੈਪਸ਼ਨ ਦਾ ਵਿਗਾੜ ਹੈ ਮਨ ਦੇ ਵਿੱਚ, ਇਹਨੂੰ ਹਲੂਸੀਨੇਸ਼ਨ ਕਹਿੰਦੇ। ਇਹਨਾਂ ਦਾ ਫਾਇਦਾ ਉਠਾ ਕੇ ਜਿਹੜੇ ਤਾਂਤਰਿਕ ਲੋਕ ਹੈ ਉਹ ਲੋਕਾਂ ਨੂੰ ਉੱਲੂ ਬਣਾਉਂਦੇ। ਜਿਹਨੂੰ ਇਹਨਾਂ ਚੀਜ਼ਾਂ ਦਾ ਸਮਝ ਹੈਗੀ ਹੈ ਉਹਨੂੰ ਪਤਾ ਵੀ ਇਹ ਕੁਛ ਨਹੀਂ ਹੈ, ਮਾਨਸਿਕ ਵਿਗਾੜ ਹੈ। ਹੁੰਦਾ ਹੈਗਾ ਪਰ ਉਹ ਮਾਨਸਿਕ ਵਿਗਾੜ ਹੁੰਦਾ, ਨਾ ਕਿ ਕੋਈ ਇਹੋ ਜਿਹੇ ਭੂਤ ਪ੍ਰੇਤਾਂ ਵਾਲੀ ਗੱਲ ਹੈ ਜਿਹੜੀ ਬਈ ਉਹ ਦਿਖ ਰਿਹਾ ਹੈ ਬੰਦੇ ਨੂੰ ਤੰਗ ਕਰ ਰਿਹਾ। ਸਿਰਫ ਔਰ ਸਿਰਫ ਮੈਂਟਲ ਇਲਨੈਸ ਹੈ। ਔਰ ਇਹ ਜਿਹੜੀ ਮੈਂਟਲ ਇਲਨੈਸ ਹੈ, ਜਿਹਨੂੰ ਆਪਾਂ ਡਿਪਰੈਸ਼ਨ ਵੀ ਕਹਿ ਦਿੰਦੇ ਹਾਂ, ਬਾਈਪੋਲਰ ਡਿਪਰੈਸ਼ਨ ਵੀ ਸ਼ਬਦ ਆ ਜਾਂਦਾ ਇਹਦੇ ਖਾਤਰ, ਸਕੀਜ਼ੋਫਰੀਨੀਆ ਵੀ ਆਉਂਦਾ ਹੈ, ਥੋੜ੍ਹੇ ਡਿਫਰੈਂਸ ਦੇ ਨਾਲ ਇਹ ਹੈਗੇ ਹੈ। ਤੋ ਇਹ ਜਿਹੜੇ ਮਾਨਸਿਕ ਵਿਗਾੜ ਹੈ ਇਹਨਾਂ ਦਾ ਐਲੋਪੈਥਿਕ ਦਵਾਈ 'ਚ ਬਹੁਤਾ ਇਲਾਜ ਨਹੀਂ ਹੈ, ਸਿਵਾਏ ਨੀਂਦ ਦੀਆਂ ਗੋਲੀਆਂ ਤੋਂ ਜਾਂ ਐਂਗਜ਼ਾਇਟੀ ਦੀਆਂ ਗੋਲੀਆਂ ਤੋਂ। ਇਹਨਾਂ ਦਾ ਇਲਾਜ ਹੋਮੋਪੈਥਿਕ ਦਵਾਈਆਂ 'ਚ ਬਹੁਤ ਕਾਰਗਰ ਇਲਾਜ ਹੈ। ਦੱਸ ਰਹੇ ਨੇ ਬਹੁਤ ਸਾਰੇ ਐਸੇ ਲੋਕ ਦੇਖੇ ਔਰ ਠੀਕ ਕਰੇ ਹੋਏ ਹੈ, ਜਿਨ੍ਹਾਂ ਨੂੰ ਇੱਕਣ ਲੱਗਦਾ ਸੀਗਾ ਵੀ ਆਹ ਕੁਛ ਹੋ ਰਿਹਾ ਮੇਰੇ ਨਾਲ, ਔਰ 5-5 ਸਾਲ ਤੋਂ ਕਿਸੇ ਧਾਰਮਿਕ ਸਥਾਨ ਦੇ ਉੱਪਰ ਗੇੜੇ ਕੱਢ ਰਹੇ ਸੀਗੇ ਵੀ ਇਹਨੂੰ ਕਸਰ ਹੋਈ ਹੈ, ਇਹਨੂੰ ਭੂਤ ਚੁੰਬੜੇ ਹੋਏ ਹੈ। ਐਸਾ ਕੁਛ ਵੀ ਨਹੀਂ ਥਾ।
ਹੁਣ ਪਰਟੀਕੁਲਰਲੀ ਨਾਂ ਤਾਂ ਨਹੀਂ ਲੈਣਾ, ਜੇ ਕੋਈ ਪਰਸਨਲ 'ਤੇ ਪੁੱਛਣਾ ਚਾਹੇ ਤਾਂ ਦੱਸ ਸਕਦਾ, ਨੰਬਰ ਵੀ ਦੇ ਦੂਗਾ ਉਹਨਾਂ ਦਾ, ਉਹਨਾਂ ਨੂੰ ਪੁੱਛ ਕੇ। ਕਿਉਂਕਿ ਸਮਾਜਿਕ ਸਟਿਗਮਾ ਵੀ ਹੁੰਦਾ ਹੈ, ਕੋਈ ਬੰਦਾ ਚਾਹੁੰਦਾ ਨਹੀਂ ਵੀ ਮੇਰਾ ਨੰਬਰ ਬਾਹਰ ਜਾਵੇ ਵੀ ਮੈਨੂੰ ਕੋਈ ਇਹੋ ਜਿਹਾ ਰੋਗ ਸੀਗਾ, ਲੇਕਿਨ ਰਿਕੁਐਸਟ ਕਰਕੇ ਕਿਸੇ ਇੱਕ ਬੰਦੇ ਨਾਲ ਗੱਲ ਉਹਦੀ ਕਰਵਾਈ ਜਾ ਸਕਦੀ ਹੈ ਜਿਨ੍ਹਾਂ ਨੂੰ ਇਹ ਰੋਗ ਸੀਗੇ। ਹੁਣ ਉਹਨਾਂ ਦਾ ਜ਼ਿੰਦਗੀ ਬਹੁਤ ਸ਼ਾਂਤੀਪੂਰਨ ਔਰ ਬਿਲਕੁਲ, ਜਿਹੜੀ ਘਰ ਵਿੱਚ ਅਸ਼ਾਂਤੀ ਹੁੰਦੀ ਹੈ ਜਦ ਕੋਈ ਇਹੋ ਜਿਹਾ ਰੋਗੀ ਹੋਵੇ 5 ਸਾਲ ਤੋਂ, ਕਿਆ ਉਹਨਾਂ ਦਾ ਵਾਤਾਵਰਨ ਹੁੰਦਾ ਘਰ ਦਾ, ਸੋਚਿਆ ਜਾ ਸਕਦਾ। ਉਹ ਹੁਣ ਬਿਲਕੁਲ ਠੀਕ ਠਾਕ ਹੈ ਮਾਹੌਲ। ਤੋ ਇਹੋ ਜਿਹਾ ਵੀ ਸਿੰਪਟਮ ਸੀ ਇੱਕ ਔਰਤ ਵਿੱਚ, ਉਹ ਬਹਿ ਨਹੀਂ ਸੀ ਸਕਦੀ ਹੇਠਾਂ, ਸਾਰਾ ਦਿਨ ਬਸ ਤੁਰਦੀ ਫਿਰਦੀ ਰਹੂ, ਰਾਤ ਨੂੰ ਵੀ ਨੀਂਦ ਦੀ ਗੋਲੀ ਲੈ ਕੇ ਤਾਂ ਉਹ ਸੌਂਦੀ ਸੀਗੀ। ਉਹ ਵੀ ਇੱਕ ਡਿਪਰੈਸ਼ਨ ਦਾ ਸਿੰਪਟਮ ਹੁੰਦਾ। ਸਟਰੇਮੋਨੀਅਮ ਇੱਕ ਦਵਾਈ ਹੈ, ਹੋਰ ਵੀ ਹੈ 2-3 ਇਸ ਸਿੰਪਟਮ ਦੀਆਂ, ਔਰ ਲਿਲੀਅਮ ਟਿਗਰਿਕ ਇੱਕ ਦਵਾਈ ਹੁੰਦੀ ਹੈ, ਉਹ ਦੇਣ ਦੇ ਨਾਲ ਵਿਦਨ ਮਿਨਟਸ ਉਹ ਹੇਠਾਂ ਬੈਠ ਗਈ। ਸੋ ਹੋਮੋਪੈਥਿਕ ਦਵਾਈਆਂ ਦੇ ਵਿੱਚ ਇਹਨਾਂ ਦਾ ਪੱਕਾ ਇਲਾਜ ਹੈ, ਬਜਾਏ ਆਪਾਂ ਕਿਸੇ ਡੇਰਿਆਂ ਦੇ ਵਿੱਚ ਗੇੜੇ ਮਾਰੀਏ, ਕਿਸੇ ਜੋਸ਼ੀ ਦੇ ਨਗ ਪਵਾਈਏ ਜਾਂ ਕੁਛ ਵੀ ਕਰੀਏ ਹੋਰ, ਉਹ ਕੁਛ ਨਹੀਂ ਹੁੰਦਾ ਹੈ, ਸਾਡੇ ਸਿਰਫ ਮਨਾਂ ਦਾ ਹੀ ਭੁਲੇਖਾ ਹੁੰਦਾ ਹੈ। ਇਹ ਭੁਲੇਖੇ ਨੂੰ ਜਾਂ ਤਾਂ ਸਾਇੰਸ ਕੱਢ ਸਕਦੀ ਹੈ ਜਾਂ ਗੁਰਬਾਣੀ ਕੱਢ ਸਕਦੀ ਹੈ। ਜੇ ਸਾਡੇ ਪੱਲੇ ਦੋਏ ਨਹੀਂ ਹੈ ਫਿਰ ਸਾਡੀ ਟ੍ਰੈਜਡੀ ਹੈ, ਫਿਰ ਹੋਰ ਕਿਆ ਕਰ ਸਕਦੇ, ਰੱਬ ਦੀ ਮਾਰ ਹੈ ਸਾਡੇ ਉੱਤੇ। ਇਹ ਭਰਮ ਜਿੰਨਾ ਚਿਰ ਅੰਦਰ ਬੈਠਾ ਹੈ ਅਸੀਂ ਸਹੀ ਰਸਤੇ 'ਤੇ ਆ ਹੀ ਨਹੀਂ ਸਕਦੇ। ਇਹਦਾ ਹੱਲ ਹੈਗਾ ਸ਼ਬਦ, ਗੁਰਬਾਣੀ ਨਾਲ ਜੁੜਨਾ, ਗੁਰਬਾਣੀ ਨਾਲ ਵੀ ਬਾਹਰੋਂ ਬਾਹਰੋਂ ਨਹੀਂ ਵੀ ਪਾਠ ਕਰ ਲਿਆ ਕਰਾ ਲਿਆ ਨਾ, ਪਾਠ ਕਿਆ ਕਹਿੰਦਾ ਹੈ ਉਹਦੇ ਵਿੱਚ ਜੁੜਨਾ, ਉਸ ਤਰ੍ਹਾਂ ਉਹਨੂੰ ਮੰਨ ਜਾਣਾ। ਜਦੋਂ ਆਪਣੇ ਉੱਪਰ ਲਗਾ ਲਈ ਗੱਲ ਸ਼ਬਦ ਦੀ, ਫਿਰ ਕੰਚਨ ਦੇਹੀ ਸ਼ਬਦ ਪਧਾਰੋ, ਫਿਰ ਸ਼ਬਦ ਸਾਡਾ ਪਤੀ ਬਣ ਜਾਂਦਾ, ਅਸੀਂ ਉਹਦੇ ਅਨੁਸਾਰ ਚੱਲਦੇ ਹਾਂ, ਭਰਮ ਨੇੜੇ ਨਹੀਂ ਆ ਸਕਦਾ। ਨਹੀਂ ਤਾਂ ਫਿਰ ਸਾਰਾ ਦਿਨ ਭਰਮਾਂ ਦੇ ਵਿੱਚ ਬੰਦਾ ਫਸਿਆ ਰਹਿੰਦਾ, ਧੱਕੇ ਖਾਈ ਜਾਂਦਾ, ਜੋ ਅਸੀਂ ਲੁੱਟੀ ਜਾਂਦੇ, ਡੇਰੇ ਲੁੱਟੀ ਜਾਂਦੇ। ਆਸਾ ਰਾਮ ਵਰਗਿਆਂ ਨੇ ਕਿੰਨੇ ਲੋਕਾਂ ਨੂੰ ਉੱਲੂ ਬਣਾਇਆ ਵਾ ਸੀ, ਹੋਰ ਪਤਾ ਨਹੀਂ ਕਿੰਨੇ ਕਿੰਨੇ ਜਿਹੜੇ ਡੇਰਿਆਂ ਵਾਲੇ ਸਾਧ ਹੈ, ਇਹ ਸਾਰੇ ਇਸੇ ਚੀਜ਼ ਦਾ ਖੱਟਿਆ ਖਾਂਦੇ ਇਹਨਾਂ ਨੂੰ। ਕਿਉਂਕਿ ਇਹ ਜਿਹੜੇ ਮਾਨਸਿਕ ਰੋਗ ਹੈ ਇਹ ਦਵਾਈ ਨਾਲ ਠੀਕ ਨਹੀਂ ਹੁੰਦੇ, ਜਦ 2-4 ਡਾਕਟਰਾਂ ਕੋਲ ਜਾ ਕੇ ਬੰਦਾ ਅੱਕ ਜਾਂਦਾ ਫਿਰ ਉੱਧਰ ਨੂੰ ਤੁਰ ਪੈਂਦਾ ਵੀ ਇਹਨੂੰ ਤਾਂ ਕੋਈ ਓਪਰੀ ਸ਼ੈ ਹੈ। ਤੋ ਸਾਧ ਸੰਗਤ ਜੀ ਦਿਓ ਆਗਿਆ, ਆ ਤਾਂ ਚਲੋ ਵਿਚਾਰ ਕਰਦਿਆਂ ਕਰਦਿਆਂ ਉੱਧਰ ਨੂੰ ਆ ਗਿਆ, ਪਰ ਇਹਦੀ ਵੀ ਲੋੜ ਹੈ ਕਿਉਂਕਿ ਇਹ ਭਰਮ ਹੈ, ਗੁਰਬਾਣੀ ਭਰਮ ਕੱਢਦੀ ਹੈ। ਕੋਈ ਅਪਸ਼ਬਦ ਦੀ ਖਿਮਾ ਦਿਓ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਾਧ ਸੰਗਤ ਜੀ, ਉਹ ਜਦੋਂ ਦੁਬਾਰਾ ਸੁਣਦੇ ਆ ਨਾ ਆਪਣੀ ਕਹੀ ਹੋਈ ਗੱਲ ਨੂੰ, ਉਹਦੇ ਵਿੱਚ ਵੀ ਤਰੁੱਟੀ ਨਜ਼ਰ ਆ ਜਾਂਦੀ ਹੈ ਕੋਈ ਨਾ ਕੋਈ। ਜਿਵੇਂ ਅੱਜ ਦਾ ਸ਼ਬਦ ਇੱਕ ਬੋਲਿਆ ਦਾਸ ਨੇ, ਜਨ ਨਾਨਕ ਮੰਗੈ ਧੂੜ ਤਿੰਨ, ਜਿਨ ਸਤਿਗੁਰ ਪਾਇਆ, ਤਿੰਨ ਦੀ ਜਗ੍ਹਾ ਤਿਸ ਬੋਲਿਆ ਗਿਆ। ਇਸ ਤਰ੍ਹਾਂ ਹੁੰਦਾ ਬੰਦਾ, ਹੁਣ ਬੰਦੇ ਦੀ ਲਿਮਟ ਹੈ, ਬੁੱਧੀ ਦੀ ਲਿਮਟ ਹੈ। ਸੋ ਸਹੀ ਇਹ ਹੈ, ਜਨ ਨਾਨਕ ਮੰਗੈ ਧੂੜ ਤਿੰਨ, ਜਿਨ ਸਤਿਗੁਰ ਪਾਇਆ। ਜਿਨ ਔਰ ਜਿਸ, ਤਿੰਨ ਔਰ ਤਿਸ, ਅਰਥ ਭਾਵੇਂ ਸੇਮ ਹੈ, ਲੇਕਿਨ ਜੋ ਪਾਤਸ਼ਾਹ ਨੇ ਲਿਖਿਆ ਆਪਾਂ ਨੂੰ ਉੱਕਣਾ ਹੀ ਅਨੁਸਰਨ ਕਰਨਾ ਚਾਹੀਦਾ, ਬੋਲਣਾ ਚਾਹੀਦਾ। ਔਰ ਜਿਸ ਇੱਕ ਵਚਨ 'ਚ ਆਉਂਦਾ, ਜਿਨ ਬਹੁਤਿਆਂ 'ਚ ਆਉਂਦਾ, ਇੱਕ ਨੇ ਤਿਸ ਇੱਕ ਵਚਨ ਹੈ, ਤਿੰਨ ਬਹੁ ਵਚਨ ਹੈ। ਜਿਸ ਨਾਲ ਤਿਸ ਆਉਂਦਾ ਹੈ, ਜਿਨ੍ਹਾਂ ਨਾਲ ਤਿੰਨ ਆਉਂਦਾ ਹੈ, ਤਿਸ ਤਿੰਨ, ਜਿਸ ਜਿਨ। ਸੋ ਵਿਚਾਰ ਹੈ, ਗੋਚਰੇ ਕਰੀਏ ਆਪ ਜੀ ਦੇ, ਕਿਉਂਕਿ ਜੇ ਧਿਆਨ ਨਾਲ ਸੁਣੋਗੇ ਤਾਂ ਇਹੋ ਜਿਹੀਆਂ ਕੁਛ ਨਾ ਕੁਛ ਤਾਂ ਤਰੁੱਟੀ ਰਹਿ ਹੀ ਜਾਂਦੀ ਹੈ। ਦਾਸ ਨੇ ਅੱਗੇ ਵੀ ਦੇਖਿਆ ਹੋਇਆ, ਬੋਲਿਆ ਜਾਂਦਾ ਕੋਈ ਅਪਸ਼ਬਦ ਦੀ ਖਿਮਾ। ਇੱਕ ਹੋਰ ਚੀਜ਼ ਯਾਦ ਆ ਗਈ ਸਾਧ ਸੰਗਤ ਜੀ, ਖੇਚਰੀ ਚਾਚਰੀ ਭੂਚਰੀ ਗੋਚਰੀ ਜਾਂ ਉਨਮੁਨੀ, ਇਹ ਲਗਭਗ ਦੋਨੋਂ ਇੱਕੋ ਹੀ ਹੈ, ਇਹਨਾਂ ਤੇ ਉੱਪਰ ਅਗੋਚਰ ਦੀ ਅਵਸਥਾ ਹੈ। ਜਿਹੜੀ ਉਨਮਨ ਅਵਸਥਾ ਹੈ ਉਹਨੂੰ ਆਪਾਂ ਜੇ ਹੋਰ ਸਹੀ ਢੰਗ ਨਾਲ ਵਿਆਖਿਆ ਕਰੀਏ ਤਾਂ ਜਦੋਂ ਡੋਡੀ ਹੁੰਦੀ ਹੈ ਫੁੱਲ ਖਿੜਨ ਵਾਲਾ ਹੁੰਦਾ ਹੈ, ਜਾਨੀ ਆਪਾਂ ਨੂੰ ਐਂ ਕਹੋ ਵੀ ਮਨੁੱਖਾ ਉਮਰ ਦਾ 15 ਤੋਂ ਲੈ ਕੇ 25 ਸਾਲ ਦੇ ਵਿੱਚ ਵੀ ਜਿਹੜੀ ਉਮਰ ਹੁੰਦੀ ਹੈ ਉਹ ਉਨਮੁਨੀ ਕਹਾ ਸਕਦੀ ਹੈ, ਕਿਉਂਕਿ ਫਿਰ ਤਾਂ ਜਵਾਨੀ ਆ ਜਾਂਦੀ ਹੈ, ਪੂਰਾ ਖੜਾਓ ਆ ਜਾਂਦਾ ਹੈ। ਸੋ ਜਿਹਨੂੰ ਆਪਾਂ ਕਲੀ ਵੀ ਕਹਿ ਦਿੰਦੇ, ਫੁੱਲ ਅਜੇ ਕਲੀ ਹੁੰਦਾ,
ਉਹ ਉਨਮਨੀ ਅਵਸਥਾ ਹੁੰਦੀ ਹੈ। ਅਵਸਥਾ ਉਨਮਨੀ ਵਿੱਚ ਵੀ ਮਸਤੀ ਬਹੁਤ ਹੁੰਦੀ ਹੈ, ਔਰ ਉਨਮਨੀ ਨੂੰ ਤੁਰਿਆ ਪਦ ਦੇ ਅਰਥਾਂ ਵਿੱਚ ਵੀ ਵਰਤਿਆ ਗਿਆ ਹੈ। ਹਾਲਾਂਕਿ ਅਗੋਚਰੀ ਹੁੰਦੀ ਹੈ ਤੁਰਿਆ ਅਵਸਥਾ, ਪਰ ਅਗੋਚਰੀ ਨੂੰ ਆਪਾਂ ਪਰਮ ਪਦ ਕਹਿ ਸਕਦੇ ਹਾਂ, ਅਤੇ ਜਿਹੜੀ ਉਨਮਨੀ ਹੈ ਉਹਨੂੰ ਚੌਥੇ ਪਦ ਦੀ ਸ਼ੁਰੂਆਤ ਕਹਿ ਸਕਦੇ ਹਾਂ। ਸੋ ਇਹ ਅਲੱਗ ਅਲੱਗ ਢੰਗ ਨਾਲ ਹਰ ਇੱਕ ਰਾਈਟਰ ਨੇ ਅਲੱਗ ਅਲੱਗ ਤਰ੍ਹਾਂ ਇਹਨਾਂ ਦੀ ਵਿਆਖਿਆ ਕਰੀ ਵੀ ਹੁੰਦੀ ਹੈ, ਕਾਵਕ ਰਚਨਾ ਕਰੀ ਵੀ ਹੁੰਦੀ ਹੈ। ਉਹ ਫਿਰ ਸਮਝਣਾ, ਜਿਹਨੂੰ ਵਿਸਤ੍ਰਿਤ ਗਿਆਨ ਹੁੰਦਾ ਉਹ ਸਮਝ ਜ਼ਰੂਰ ਜਾਂਦੇ ਆ ਵੀ ਇਹਦਾ ਆਹ ਮਤਲਬ ਹੈ। ਉਹੀ ਸ਼ਬਦ ਨੂੰ ਦੋ ਦੋ ਤਿੰਨ ਤਿੰਨ ਅਰਥਾਂ ਵਿੱਚ ਵਰਤਿਆ ਜਾਂਦਾ ਗੁਰਬਾਣੀ 'ਚ। ਉਨਮਨੀ ਬਹੁਤ ਜਗ੍ਹਾ ਪੂਰੀ ਅਵਸਥਾ ਖਾਤਰ ਵੀ ਆਉਂਦਾ ਹੈ, ਲੇਕਿਨ ਜਿਹੜਾ ਇਹਦਾ ਅਸਲੀ ਭਾਵ ਹੈ, ਲਿਟਰਲ ਮੀਨਿੰਗ ਹੈ ਜਿਹੜਾ, ਉਹ ਪੂਰਲੀ ਸਿਖਰਲੀ ਅਵਸਥਾ ਤੋਂ ਥੋੜ੍ਹਾ ਜਿਹਾ ਹੇਠਾਂ, ਜਦੋਂ ਕਲੀ ਹੁੰਦਾ ਫੁੱਲ ਉਦੋਂ। ਤੋ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਸਾਗਰ ਦੁੱਤਰ ਕਹੀਐ, ਕਿਉ ਕਰ ਪਾਈਐ ਪਾਰੋ। ਚਰਪਟ ਬੋਲੇ ਔਧੂ ਨਾਨਕ, ਦੇ ਸੱਚਾ ਵਿਚਾਰੋ। ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈ ਸਾਣੇ। ਸੁਰਤ ਸ਼ਬਦ ਪਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਦਿ ਕੋ ਬਿਸਮਾਦ ਵਿਚਾਰ ਕਥਿਅਲੇ, ਸੁਨ ਨਿਰੰਤਰ ਵਾਸ ਲੀਆ। ਅਕਲਪਤ ਮੁਦਰਾ ਗੁਰ ਗਿਆਨ ਵਿਚਾਰੀਅਲੇ, ਕਟ ਕਟ ਸਾਚਾ ਸਰਬ ਜੀਆ। ਗੁਰ ਵਚਨੀ ਅਵਗਤ ਸਮਾਈਐ, ਤਤ ਨਿਰੰਜਨ ਸਹਿਜ ਲਹੈ। ਨਾਨਕ ਦੂਜੀ ਕਾਰ ਨ ਕਰਣੀ, ਸੇਵੈ ਸਿੱਖ ਸੋ ਖੋਜ ਲਹੈ। ਹੁਕਮ ਬਿਸਮਾਦ ਹੁਕਮ ਪਛਾਣੈ, ਜੀ ਜੁਗਤ ਸਚ ਜਾਣੈ ਸੋਈ। ਆਪ ਮੇਟ ਨਿਰਾਲਮ ਹੋਵੈ, ਅੰਤਰ ਸਾਚ ਜੋਗੀ ਕਹੀਐ ਸੋਈ। ਅਵਿਗਤੋ ਨਿਰਮਾਇਲ ਉਪਜੇ, ਨਿਰਗੁਣ ਤੇ ਸਰਗੁਣ ਥੀਆ। ਸਤਿਗੁਰ ਪਰਚੈ ਪਰਮ ਪਦ ਪਾਈਐ, ਸਾਚੈ ਸ਼ਬਦ ਸਮਾਏ ਲਿਆ। ਏਕੇ ਕੋ ਸਚ ਏਕਾ ਜਾਣੈ, ਹਉਮੈ ਦੂਜਾ ਦੂਰ ਕੀਆ। ਸੋ ਜੋਗੀ ਗੁਰ ਸ਼ਬਦ ਪਛਾਣੈ, ਅੰਤਰ ਕਮਲ ਪ੍ਰਗਾਸ ਥੀਆ। ਜੀਵਤ ਮਰੈ ਤਾਂ ਸਭ ਕਿਛ ਸੂਝੈ, ਅੰਤਰ ਜਾਣੈ ਸਰਬ ਦਇਆ। ਨਾਨਕ ਤਾਂ ਕੋ ਮਿਲੈ ਵਡਾਈ, ਆਪ ਪਛਾਣੈ ਸਰਬ ਜੀਆ। ਜੀਵਤ ਮਰੈ ਤਾਂ ਸਭ ਕਿਛ ਸੂਝੈ, ਅੰਤਰ ਜਾਣੈ ਸਰਬ ਦਇਆ। ਨਾਨਕ ਤਾਂ ਕੋ ਮਿਲੈ ਵਡਾਈ, ਆਪ ਪਛਾਣੈ ਸਰਬ ਜੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਪਿਆਰੀ ਸਾਧ ਸੰਗਤ ਜੀਓ, ਗੁਰੂ ਖਾਲਸਾ ਜੀਓ ਅਤੇ ਗੁਰਬਾਣੀ ਵਿਚਾਰ ਦੇ ਗੁਰਮੁਖ ਸੂਝਵਾਨ ਸੱਜਣੋ। ਅੱਜ ਦੀ ਲੜੀਵਾਰ ਵਿਚਾਰ ਸਿੱਧ ਗੋਸ਼ਟ 'ਚੋਂ ਹਾਜ਼ਰ ਹੈ। ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਸਿੱਧਾਂ ਦੇ ਨਾਲ ਨਿਰੰਤਰ ਵਿਚਾਰ ਕਰ ਰਹੇ ਹਾਂ। ਸਿੱਧ ਆਪਣਾ ਸਵਾਲ ਰੱਖਦੇ हैं, ਗੁਰੂ ਨਾਨਕ ਪਾਤਸ਼ਾਹ ਜਵਾਬ ਦੇ ਰਹੇ हैं। ਆਦਿ ਕੋ ਵਿਸਮਾਦ ਵਿਚਾਰ ਕਥਿਅਲੇ, ਸੁਨ ਨਿਰੰਤਰ ਵਾਸ ਲੀਆ। ਜਿਹੜੀ ਆਦਿ ਦੀ ਪਰਮਾਤਮਾ ਦੀ ਵਿਚਾਰ ਹੈ ਉਹ ਵਿਸਮਾਦ ਹੈ। ਉਹਨੇ ਸੁਨ ਅਵਸਥਾ ਵਿੱਚ ਨਿਰੰਤਰ ਵਾਸ ਰੱਖਿਆ ਆਪਣਾ, ਕਿੰਨੇ ਹੀ ਯੁੱਗ 36 ਰਿਹਾ ਗੁਆਰੇ। ਉਹ ਜਿਹੜੀ ਵਿਚਾਰ ਹੈ ਉਹ ਬੜੀ ਬਿਸਮਾਦ ਹੈ, ਉਹ ਕਹਿਣ ਤੋਂ ਬਾਹਰ ਹੈ। ਸਮਝੀ ਜਾ ਸਕਦੀ ਹੈ ਲੇਕਿਨ ਬਿਆਨ ਕਰਨਾ ਮੁਸ਼ਕਿਲ ਹੈ, ਬਿਸਮਾਦ ਹੈ।
ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ ਉਹ ਅਵਸਥਾ। ਅਕਲਪਤ ਮੁਦਰਾ ਗੁਰ ਗਿਆਨ ਵਿਚਾਰੀਏ ਲੈ, ਘਟ ਘਟ ਸਾਚਾ ਸਰਬ ਜੀਆ। ਹੇ ਸਿੱਧੋ, ਜਿਹੜੀ ਮੁਦਰਾ ਵਿੱਚ ਆਪਾਂ ਅਕਲਪਤ ਹੁੰਨੇ ਆ, ਕਲਪਨਾ ਤੋਂ ਬਾਹਰ ਹੋ ਜਾਂਦੇ ਆ, ਦੁਨੀਆਦਾਰੀ ਦੇ ਜਿਹੜੀਆਂ ਕਲਪਨਾਵਾਂ ਉਹ ਦੂਰ ਹੋ ਜਾਂਦੀਆਂ, ਉਹ ਗੁਰੂ ਦੇ ਗਿਆਨ ਦੇ ਨਾਲ ਹੁੰਦੀਆਂ। ਉੱਥੋਂ ਸਮਝ ਲੱਗਦੀ ਹੈ ਵੀ ਹਰ ਇੱਕ ਘਟ ਦੇ ਵਿੱਚ ਸਰਬ ਸੱਚਾ, ਸਾਰਿਆਂ ਜੀਆਂ ਦੇ ਵਿੱਚ ਵਿਆਪਕ ਹੈ। ਪਹਿਲਾਂ ਉਹ ਸੁੰਨ ਨਿਰੰਤਰ ਵਾਸ ਲਿਆ ਹੋਇਆ ਸੀ ਉਹਨੇ, ਹੁਣ ਗੁਰੂ ਦੇ ਗਿਆਨ ਵਿੱਚ ਇਸ ਗੱਲ ਦੀ ਸਮਝ ਆ ਗਈ ਵੀ ਸਾਰਿਆਂ ਜੀਵਾਂ ਦੇ ਵਿੱਚ ਘਟ ਘਟ ਵਿੱਚ ਉਹ ਆਪ ਵਸ ਰਿਹਾ। ਇਹ ਮੁਦਰਾ ਹੈ ਗਿਆਨ ਦੀ, ਗੁਰੂ ਤੋਂ ਜਿਹੜੀ ਮਿਲਦੀ ਹੈ। ਗੁਰਬਚਨੀ ਅਵਗਤ ਸਮਾਈਐ, ਤਤ ਨਿਰੰਜਨ ਸਹਿਜ ਲਹੈ। ਗੁਰੂ ਦੇ ਬਚਨਾਂ ਨਾਲ, ਗੁਰੂ ਦੇ ਉਪਦੇਸ਼ ਦੇ ਨਾਲ ਉਸ ਅਵਗਤ ਵਿੱਚ, ਗਤ ਰਹਿਤ ਵਿੱਚ ਸਮਾ ਜਾਈਦਾ ਹੈ। ਤਤ ਨਿਰੰਜਨ ਸਹਿਜ ਲਹੈ। ਉਹ ਜਿਹੜਾ ਨਿਰੰਜਨ ਤੱਤ ਹੈ, ਪਰਮਾਤਮਾ ਵਾਹਿਗੁਰੂ ਹੈ, ਉਹਨੂੰ ਸਹਿਜ ਦੇ ਨਾਲ ਹੀ ਪ੍ਰਾਪਤ ਕਰ ਲਈਦਾ, ਨਾ ਕਿ ਕਿਸੇ ਆਸਣਾ ਦੁਆਰਾ, ਨਾ ਕਿ ਕਿਸੇ ਯਾਤਨਾਵਾਂ ਸਰੀਰ ਨੂੰ ਦੇ ਕੇ। ਸਹਿਜ ਸੁਭਾਅ ਗੁਰੂ ਦੇ ਬਚਨਾਂ ਦੇ ਨਾਲ ਉਹਦੇ ਵਿੱਚ ਮਿਲ ਜਾਈਦਾ। ਨਾਨਕ ਦੂਜੀ ਕਾਰ ਨਾ ਕਰਨੀ, ਸੇਵੈ ਸਿੱਖ ਸੋ ਖੋਜ ਲਹੈ। ਹੋਰ ਦੂਜੀ ਕਾਰ ਨਹੀਂ ਕੋਈ ਵੀ ਕਰਨੀ, ਡੁਐਲਿਟੀ ਨਹੀਂ ਕਰਨੀ, ਦਵੈਤ ਨਹੀਂ ਕਰਨੀ। ਸਿਰਫ ਜਿਹੜਾ ਸਿੱਖ ਉਹਨੂੰ ਖੋਜਦਾ ਹੈ, ਉਹਦੀ ਸੇਵਾ ਕਰਦਾ ਹੈ, ਉਹਨੂੰ ਉਹ ਪ੍ਰਾਪਤ ਹੋ ਜਾਂਦਾ। ਖੋਜ ਸ਼ਬਦ ਮੈਲੇ, ਜੋ ਪ੍ਰਭ ਕੋ ਮਿਲਵੋ ਚਾਹੈ, ਖੋਜ ਸ਼ਬਦ ਮੈਲੇ। ਦੂਜੀ ਕਰਨੀ ਕੋਈ ਵੀ ਨਹੀਂ ਕਰਨੀ ਹੈ। ਇਹੀ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਹੈ, ਇਹੀ ਉਹਨਾਂ ਦਾ ਉਪਦੇਸ਼ ਹੈ। ਸੰਸਾਰ ਦੂਜੇ 'ਚ ਲੱਗਿਆ, ਪੰਡਿਤ ਨੇ ਲਾਇਆ ਹੋਇਆ। ਹੁਕਮ ਵਿਸਮਾਦ ਹੁਕਮ ਪਛਾਣੈ, ਇਹ ਜਿਹੜਾ ਉਹਦਾ ਹੁਕਮ ਹੈ ਬਹੁਤ ਵਿਸਮਾਦ ਹੈ। ਕਿਉਂਕਿ ਜਿਹੜਾ ਹੁਕਮ ਨੂੰ ਬੁੱਝ ਲੈਂਦਾ, ਨਾਨਕ ਹੁਕਮੈ ਜੇ ਬੁੱਝੈ, ਫਿਰ ਹਉਮੈ ਕਹੈ ਨਾ ਕੋਇ। ਉਹ ਫਿਰ ਦੁਬਾਰਾ ਹਉਮੈ ਦੀ ਗੱਲ ਨਹੀਂ ਕਰਦਾ, ਮੈਂ ਦੀ ਗੱਲ ਨਹੀਂ ਕਰਦਾ, ਤਾਂ ਹਉਮੈ ਕਹੈ ਨਾ ਕੋਇ। ਜਿਹੜਾ ਹੁਕਮ ਨੂੰ ਵਿਸਮਾਦ ਕਰਕੇ ਜਾਣ ਲੈਂਦਾ ਹੈ, ਉਹਨੂੰ ਹੁਕਮ ਦੇ ਰਾਹੀਂ ਉਹਨੂੰ ਪਛਾਣ ਲੈਂਦਾ ਹੈ, ਅਸਲੀ ਜਿਹੜੀ ਜੀਵਾਂ ਦੀ ਜੁਗਤ ਹੈ ਉਹਨੂੰ ਆਉਂਦੀ ਹੈ, ਸੰਸਾਰ ਨੂੰ ਨਹੀਂ ਆਉਂਦੀ ਹੈ। ਜਿਹੜਾ ਹੁਕਮ 'ਚ ਨਹੀਂ ਹੈ, ਜਿਹੜੇ ਦੀ ਮੈਂ ਟੁੱਟੀ ਉਹ ਨਹੀਂ ਹੈ, ਉਹਨੂੰ ਇਸ ਗੱਲ ਦੀ ਸਮਝ ਹੀ ਨਹੀਂ ਆਉਂਦੀ ਵੀ ਇਹ ਕਿਆ ਖਲਜਗਨ ਹੈ, ਕਿਆ ਪ੍ਰਪੰਚ ਹੈ ਉਹਦਾ ਇਹ। ਹੁਕਮ ਦੀ ਖੇਡ ਸਮਝਣੀ ਹੈ, ਹੁਕਮ ਸਮਝ ਆਊਗਾ ਜੇ ਹਉਮੈ ਟੁੱਟੂਗੀ। ਹਉਮੈ ਤੋੜੂਗਾ ਗੁਰੂ, ਮੁੜ ਕਿੜ ਕੇ ਬਾਤ ਫੇਰ ਪੂਰੇ ਗੁਰੂ ਪਰ। ਅਤੇ ਸਾਡੇ ਮਨ ਦੀ ਜਿਹੜੀ ਉੱਚੀ ਸੁਰਤ ਹੈ, ਉਹਦੇ ਵਿੱਚ ਸ਼ਬਦ ਵਸਣਾ, ਉਹ ਮੁੜ ਕਿੜ ਕੇ ਫਿਰ ਉਹੀ ਵਿਚਾਰ ਆ ਜਾਂਦੀ ਹੈ। ਸਾਡਾ ਨਿਚੋੜ ਹੈ ਗੁਰਬਾਣੀ ਦਾ ਇਹ। ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਬਖਾਣੇ। ਉਹ ਜੀਵਾਂ ਦੀ ਜੁਗਤ ਜਿਹੜੀ ਹੈ, ਉਹਨੂੰ ਉਹ ਬੰਦਾ ਪਛਾਣ ਸਕਦਾ ਜਿਹੜਾ ਹੁਕਮ ਨੂੰ ਜਾਣੇ, ਜਿਹੜਾ ਵਿਸਮਾਦ ਹੁਕਮ ਹੈ, ਕਿਹਾ ਨਹੀਂ ਜਾ ਸਕਦਾ। ਆਪ ਮੇਟ ਨਿਰਾਲਮ ਹੋਵੇ, ਅੰਤਰ ਸਾਚ ਜੋਗੀ ਕਹੀਏ ਸੋਈ। ਆਪ ਮੇਟ, ਆਪਣੇ ਆਪ ਨੂੰ ਮਿਟਾ ਕੇ, ਹਉਮੈ ਨੂੰ ਤੋੜ ਕੇ, ਨਿਰਾਲਮ ਹੋਵੇ, ਨਿਰਾਲਾ ਬਣ ਜਾਵੇ। ਕਿਉਂਕਿ ਸੰਸਾਰ ਆਪ ਦੇ ਵਿੱਚ ਹੈ, ਹਉਮੈ 'ਚ ਹੈ। ਜਿਹੜਾ ਇਹਨੂੰ ਤੋੜ ਲੂਗਾ ਉਹ ਅਸਲੀ ਜੋਗੀ ਹੈ। ਜੋਗੀਓ, ਤੁਸੀਂ ਤਾਂ ਬਾਹਰ ਤੋਂ ਜੁੜੇ ਹੋਏ ਹੈ ਡੁਐਲਿਟੀ ਦੇ ਨਾਲ, ਹਉਮੈ ਦੇ ਵਿੱਚ। ਜਿਹੜਾ ਆਪਣੇ ਆਪ ਨੂੰ ਮਿਟਾਊਗਾ, ਹਉਮੈ ਤੋੜੂਗਾ, ਉਹ ਸੱਚਾ ਜੋਗੀ, ਉਹ ਜੁੜਿਆ ਹੋਇਆ ਅਸਲ ਵਿੱਚ। ਆ ਤੁਹਾਡਾ ਤਾਂ ਢੋਂਗ ਹੈ ਸਾਰੇ। ਅਵਗਤੋ ਨਿਰਮਾਇਲ ਉਪਜੇ, ਨਿਰਗੁਣ ਤੇ ਸਰਗੁਣ ਥੀਆ। ਸਭ ਤੋਂ ਪਹਿਲੇ ਆਦਿ ਦੀ ਅਵਸਥਾ ਵੀ ਜਿਹੜਾ ਉਹ ਅਵਗਤੋ ਹੈ, ਪਰਮਾਤਮਾ ਹੈ, ਗਤ ਰਹਿਤ ਹੈ, ਉਹ ਨਿਰਮਲ ਆਪਣੇ ਆਪ ਤੋਂ ਉਪਜਿਆ। ਸਵੈ ਭੰਗ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਸਹਿ ਭੰਗ ਵੀ ਕਹਿ ਦਿੰਦੇ। ਸ਼ੰਭੂ ਸੰਸਕ੍ਰਿਤ ਵਿੱਚ ਆਉਂਦਾ, ਆਪਣੇ ਆਪ ਤੋਂ ਪੈਦਾ ਹੋਇਆ ਹੋਇਆ। ਉਹ ਨਿਰਗੁਣ ਰਿਹਾ ਪਹਿਲਾਂ ਸੁੰਨ ਦੀ ਅਵਸਥਾ 'ਚ, ਹੁਣ ਉਹ ਸਰਗੁਣ ਹੋ ਗਿਆ। ਜਦ ਉਹਨੂੰ ਫੁਰਨਾ ਉੱਠਿਆ, ਉਹਨੇ ਸੰਸਾਰ ਸਾਜ ਲਿਆ। ਸਤਿਗੁਰ ਪਰਚੈ ਪਰਮ ਪਦ ਪਾਈਐ, ਸਾਚੈ ਸ਼ਬਦ ਸਮਾਇ ਲਿਆ। ਜੇ ਸਤਿਗੁਰੂ ਦੇ ਪਰਚੇ ਉੱਪਰ, ਸਤਿਗੁਰੂ ਦੇ ਜਿਹੜਾ ਉਹਦਾ ਗਿਆਨ ਹੈ, ਉਪਦੇਸ਼ ਹੈ, ਉਹਦੇ 'ਚ ਸਾਡਾ ਨਿਸ਼ਚਾ ਹੋ ਜਾਏ, ਅਸੀਂ ਪਰਚ ਜਾਈਏ। ਪਰਚਣਾ ਹੁੰਦਾ ਸਮਝ ਕੇ ਕਬੂਲ ਕਰ ਲੈਣਾ।
ਸਤਿਗੁਰੂ ਦੇ ਗਿਆਨ ਦੇ ਵਿੱਚ ਪਚ ਜਾਈਏ, ਜੇ ਆਪਾਂ ਸੈਟਿਸਫਾਈ ਹੋ ਜਾਈਏ, ਫਿਰ ਪਰਮ ਪਦ ਮਿਲਦਾ ਹੈ, ਫਿਰ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਔਰ ਇਹ ਸੱਚੇ ਸ਼ਬਦ ਦੇ ਨਾਲ ਸਮਾ ਹੋਣਾ ਉਹਦੇ ਵਿੱਚ। ਪਹਿਲਾਂ ਸਤਿਗੁਰੂ ਦੇ ਉੱਤੇ ਭਰੋਸਾ ਆ ਜੇ, ਆਪਣਾ ਆਪਾ ਉਹਨੂੰ ਦੇ ਦਈਏ, ਫਿਰ ਜਿਹੜਾ ਉਹ ਸ਼ਬਦ ਬੋਲਿਆ ਉਹਨੇ ਗੁਰਬਾਣੀ, ਉਹਦੇ ਰਾਹੀਂ ਪਰਮਾਤਮਾ ਦੇ ਵਿੱਚ ਸਮਾ ਹੁੰਦਾ ਹੈ। ਏਕੇ ਕੋ ਸੱਚ ਏਕਾ ਜਾਣੈ, ਹਉਮੈ ਦੂਜਾ ਦੂਰ ਕੀਆ। ਉਸ ਇੱਕ ਪ੍ਰਭੂ ਨੂੰ ਸੱਚ ਕਰਕੇ ਇੱਕੋ ਹੀ ਜਾਣਨਾ ਹੈ। ਭਾਵੇਂ ਦੇਖਣ ਨੂੰ ਉਹਦੇ ਅਲੱਗ ਅਲੱਗ ਰੂਪ ਨਜ਼ਰ ਆ ਰਹੇ ਸਰਗੁਣ ਰੂਪ 'ਚ, ਪਰ ਉਹਨੂੰ ਇੱਕ ਕਰਕੇ ਜਾਣਨਾ ਹੈ। ਜਿਵੇਂ ਚੰਦਰਮਾ ਘੜੇ ਦੇ ਪਾਣੀ ਵਿੱਚ ਵੀ ਉਹਦਾ ਬਿੰਬ ਹੈ, ਸਮੁੰਦਰ ਦੇ ਪਾਣੀ 'ਚ ਵੀ ਉਹਦਾ ਬਿੰਬ ਹੈ, ਜਗ੍ਹਾ ਜਗ੍ਹਾ ਉਹੀ ਹੈ। ਹਉਮੈ ਦੂਜਾ ਦੂਰ ਕੀਆ, ਇਹ ਡੁਐਲਿਟੀ ਔਰ ਹਉਮੈ ਨੂੰ ਦੂਰ ਕਰਕੇ ਏਕੇ ਨੂੰ ਪਛਾਣਨਾ। ਗੱਲ ਗੱਲ ਵਿੱਚ ਗੁਰਬਾਣੀ ਦੀ ਹਰ ਇੱਕ ਤੁਕ ਦੇ ਵਿੱਚ, ਲਗਭਗ ਹਰ ਸ਼ਬਦ ਵਿੱਚ ਹਉਮੈ ਦਾ, ਡੁਐਲਿਟੀ ਦਾ ਜ਼ਿਕਰ ਆ ਰਿਹਾ। ਹਉ ਹਉ ਮੈਂ ਵਿੱਚੋਂ ਖੋਵੈ, ਦੂਜਾ ਮਿਟੈ ਇੱਕੋ ਹੋਵੈ। ਸੋ ਜੋਗੀ ਗੁਰ ਸ਼ਬਦ ਪਛਾਣੈ, ਅੰਤਰ ਕਮਲ ਪ੍ਰਗਾਸ ਥੀਆ। ਉਹ ਜੋਗੀ ਜਿਹੜਾ ਗੁਰੂ ਦੇ ਸ਼ਬਦ ਨੂੰ ਪਛਾਣਦਾ ਹੈ, ਉਹਦੇ ਅੰਦਰ ਕਮਲ ਫੁੱਲ ਖਿੜ ਜਾਂਦਾ ਹੈ। ਹੁਣ ਇਹ ਜੋਗੀਆਂ ਦੀ ਇੱਕ ਕਲਪਨਾ ਸੀਗੀ ਵੀ ਅਲੱਗ ਅਲੱਗ ਕਿਸਮ ਦੇ ਕਮਲ ਦੇ ਫੁੱਲ ਹੈ, ਅਲੱਗ ਅਲੱਗ ਉਹਨਾਂ ਦੇ ਰੰਗ ਹੈ, ਅਲੱਗ ਅਲੱਗ ਪੰਖੜੀਆਂ ਦੀ ਗਿਣਤੀ ਹੈ, 6 ਕਿਹਾ ਗਿਆ ਉਹਨਾਂ ਵੱਲੋਂ। ਇਹ ਉਹਨਾਂ ਦੀਆਂ ਵਿਕਾਸ ਦੀਆਂ ਅਸਲ 'ਚ ਲੜੀਆਂ ਹੈ, ਵਿਕਾਸ ਦੀਆਂ ਪੌੜੀਆਂ ਹੈ। ਤੋ ਗੁਰੂ ਸਾਹਿਬ ਨੇ ਉਹਨਾਂ ਦੀ ਇਹ ਗੱਲ ਨੂੰ ਲੈ ਕੇ ਆਪਣਾ ਮਤ ਦਿੱਤਾ ਹੈ ਵੀ ਕਮਲ ਦਾ ਫੁੱਲ ਹਿਰਦੇ ਵਿੱਚ ਉਹਨਾਂ ਜੋਗੀਆਂ ਦੇ ਮੁਤਾਬਕ ਵੀ ਮੁੱਦਾ ਹੋਇਆ ਹੋਇਆ ਹੈ। ਇਹਨੇ ਸਿੱਧਾ ਕਦੋਂ ਹੋਣਾ, ਪ੍ਰਕਾਸ਼ ਕਦੋਂ ਹੋਣਾ ਇਹਦੇ 'ਚ, ਜਦੋਂ ਗੁਰੂ ਦੇ ਸ਼ਬਦ ਨੂੰ ਪਛਾਣ ਲੂਗਾ ਬੰਦਾ, ਅੰਦਰ ਤੋਂ ਮੈਂ ਤੋੜ ਲੂਗਾ ਆਪਣੀ ਸ਼ਬਦ ਨਾਲ, ਉਦੋਂ ਹੋਣਾ। ਸਾਧ ਸੰਗਤ ਜੀ, ਉਹ ਜਿਹੜਾ ਕਮਲ ਹੈ, ਪਹਿਲਾਂ ਇਹ ਐਂ ਮੁੜਿਆ ਵਾ ਹੁੰਦਾ ਹੇਠ ਨੂੰ ਉੱਪਰ ਤੋਂ, ਜਿਉਂ ਜਿਉਂ ਸੂਰਜ ਚੜ੍ਹਨ ਲੱਗਦਾ ਫਿਰ ਇਹ ਸਿੱਧਾ ਹੋ ਕੇ ਖਿੜ ਪੈਂਦਾ। ਇਸੇ ਦਾ ਵਿਚਾਰ ਸ਼ਾਇਦ ਗੁਰੂ ਮਹਾਰਾਜ ਪੰਚਮ ਨੇ ਜਦੋਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਥਾਪਿਆ, ਇਹ ਵਿਚਾਰ ਉੱਥੇ ਵੀ ਰੱਖਿਆ। ਹਰਿਮੰਦਰ ਸਾਹਿਬ ਦੀ ਜਿਹੜੀ ਪਵਿੱਤਰ ਬਿਲਡਿੰਗ ਹੈ, ਉਹ ਕਮਲ ਜਿਕਣ ਮੂੰਦਾ ਪੁੱਠਾ ਹੋਇਆ ਵਾ ਹੁੰਦਾ, ਉਹਦੀ ਸ਼ਕਲ ਇਸ ਤਰ੍ਹਾਂ ਦੀ ਬਣਾਈ ਹੈ। ਉਹ ਤੋਂ ਇੱਕ ਸੰਕੇਤ ਹੈ ਵੀ ਇੱਥੇ ਆ ਕੇ ਬਾਣੀ ਦੇ ਪ੍ਰਕਾਸ਼ ਵਿੱਚ ਹਰ ਬੰਦੇ ਦਾ ਜਿਹੜਾ ਕਮਲ ਹੈ ਉਹ ਐਂ ਸਿੱਧਾ ਹੋ ਕੇ ਖਿੜ ਸਕਦਾ। ਜੀਵਤ ਮਰੈ ਤਾਂ ਸਭ ਕਿਛ ਸੂਝੈ, ਅੰਤਰ ਜਾਣੈ ਸਰਬ ਦਇਆ। ਜੇ ਜਿਉਂਦੇ ਜੀ ਮਰ ਜਾਵੇ, ਜਿਉਂਦੇ ਜੀ ਮਰਨਾ ਹਉਮੈ ਦਾ ਮਰਨਾ, ਗੁਰੂ ਨਾਲ ਜੁੜ ਕੇ, ਸ਼ਬਦ ਨਾਲ ਜੁੜ ਕੇ, ਫਿਰ ਸਭ ਕੁਝ ਉਹਨੂੰ ਸੁੱਝਣ ਲੱਗ ਜੂਗਾ, ਬੁੱਝਣ ਆ ਜੂਗਾ, ਬੁੱਝਣਾ ਉਹਨੂੰ। ਉਹ ਆਪਣੇ ਅੰਦਰ ਸਰਬ ਲੋਕਾਂ ਦੇ ਉੱਪਰ ਜਿਹੜੀ ਦਇਆ ਕਰਨੀ ਹੈ ਉਹ ਆਪਣੇ ਅੰਦਰ ਜਾਣਾ, ਸਭ ਦੇ ਵਿੱਚ ਆਪਣੇ ਆਪ ਨੂੰ ਪਛਾਣ ਲਵੇ ਵੀ ਹਾਂ ਸਭ ਉਸੇ ਦਾ ਰੂਪ ਹੈ। ਪਰ ਇਹ ਉਦੋਂ ਹੋਊਗਾ ਜਦੋਂ ਜੀਵਤ ਮਰਦਾ ਬੰਦਾ। ਜੀਵਤ ਮ੍ਰਿਤਕ ਸੋ ਆਖੀਐ, ਜਿਸ ਵਿੱਚੋਂ ਹਉਮੈ ਜਾਏ। ਗੁਰਬਾਣੀ ਦਾ ਜਿਹੜਾ ਵਿਚਾਰ ਹੈ ਉਹ ਗੁਰਬਾਣੀ ਦੇ ਵਿੱਚ ਹੀ ਉਹਦੇ ਜਵਾਬ ਦਿੱਤੇ ਹੋਏ ਹੁੰਦੇ। ਹੁਣ ਜੀਵਤ ਮਰੈ ਤਾਂ ਸਭ ਕੁਝ ਸੂਝੈ, ਕੌਣ ਹੈ ਜੀਵਤ ਮਰਨੇ ਵਾਲਾ ਬੰਦਾ? ਜਿਸ ਵਿੱਚੋਂ ਹਉਮੈ ਜਾਏ। ਹਉਮੈ ਦਾ ਹੀ ਖੇਲ ਹੈ ਸਾਰਾ ਹੀ ਸੰਸਾਰ ਦੇ ਵਿੱਚ, ਨਾਮ ਦਾ ਖੇਲ ਹੈ ਪਰਮਾਤਮਾ ਦੇ ਨਾਲ। ਭਾਵੇਂ ਇਹਨੂੰ ਕਿੰਨੇ ਹੀ ਰੰਗ ਹੋਰ ਹੋਰ ਲੋਕਾਂ ਨੇ ਆਪਣੀ ਬੁੱਧੀ ਨਾਲ ਦਿੱਤੇ ਨੇ, ਸਾਰੇ ਕੁਛ ਕਰਿਆ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 35 ਮਹਾਂਪੁਰਸ਼ ਵਿਰਾਜਮਾਨ ਹੈ, ਜੋ ਉਹਨਾਂ ਨੇ ਕਿਹਾ ਸੱਚ ਉਹ ਹੈ, ਜਿਹੜਾ ਆਪਣਾ ਸੀਸ ਦੇ ਕੇ ਵੀ ਬਦਲਿਆ ਨਹੀਂ ਗਿਆ, ਆਪਣਾ ਵਿਚਾਰ ਬਦਲਿਆ ਨਹੀਂ ਹੈ ਕਿਸੇ ਕੁਐਸਚਨ ਦੇ ਵਿੱਚ, ਕਿਸੇ ਸਖਤੀ ਦੇ ਵਿੱਚ ਵੀ ਸ਼ਹੀਦੀ ਕਬੂਲ ਕਰ ਲਈ। ਤੋ ਬਹੁਤ ਸੁਭਾਵਿਕ ਹੈ ਵੀ ਸਾਨੂੰ ਇਹ ਗੱਲ ਮੰਨਣੀ ਚਾਹੀਦੀ ਹੈ, ਬਜਾਏ ਅਸੀਂ ਆਪਣੀ ਬੁੱਧੀ ਦੀਆਂ ਦੌੜਾਂ ਲਗਾਈਏ, ਗੁਰੂ ਦੀ ਗੱਲ ਨੂੰ ਮੰਨਣਾ ਚਾਹੀਦਾ। ਨਾਨਕ ਤਾਂ ਕੋ ਮਿਲੇ ਵਡਾਈ, ਆਪ ਪਛਾਣੈ ਸਰਬ ਜੀਆ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਹੈ ਵੀ ਵਡਿਆਈ ਉਹਨੂੰ ਮਿਲਦੀ ਹੈ ਜਿਹੜਾ ਆਪ ਨੂੰ ਪਛਾਣ ਲਵੇ, ਔਰ ਆਪ ਨੂੰ ਸਾਰਿਆਂ ਜੀਵਾਂ ਦੇ ਵਿੱਚ ਦੇਖੇ। ਆਪ ਪਛਾਣ ਕੇ ਪਰਮਾਤਮਾ ਨੂੰ ਸਾਰਿਆਂ ਜੀਵਾਂ ਦੇ ਵਿੱਚ ਦੇਖੇ ਵੀ ਆ ਤੇਰੀ ਜੋਤ ਹੈ ਸਾਰੀ। ਉਹ ਤਾਂ ਦਿਖੂਗੀ ਜੇ ਆਪਣਾ ਆਪਾ ਮਿਟੂਗਾ, ਨਹੀਂ ਤਾਂ ਆਪਾ ਹੀ ਦਿਖੀ ਜਾਂਦਾ, ਦੂਜੇ ਤਾਂ ਫਿਰ ਨਜ਼ਰੇ ਨਹੀਂ ਆਉਂਦੇ।
ਦੂਜਿਆਂ ਦੇ ਵਿੱਚ ਪਰਮਾਤਮਾ ਉਦੋਂ ਦਿਖੂਗਾ ਜਦੋਂ ਬੰਦੇ ਨੂੰ ਆਪਣੀ ਪਛਾਣ ਹੋ ਜਾਏ। ਫਿਰ ਉਹ ਦੂਜੇ ਦੇ ਖਿਆਲ ਨੂੰ ਸੁਣਦਾ ਵੀ ਹੈ, ਕੰਸਿਡਰੇਸ਼ਨ ਵੀ ਹੁੰਦੀ ਹੈ, ਭਾਵੇਂ ਨਾ ਵੀ ਸਹਿਮਤ ਹੋਵੇ ਲੇਕਿਨ ਸੁਣਦਾ ਜ਼ਰੂਰ ਹੈ। ਜਿਹੜਾ ਬੰਦਾ ਹਉਮੈ ਦੇ ਵੀ ਅਧੀਨ ਹੈ ਉਹ ਦੂਜੇ ਦੀ ਵਿਚਾਰ ਨੂੰ ਸੁਣਨਾ ਤੱਕ ਵੀ ਨਹੀਂ ਚਾਹੁੰਦਾ, ਉਹਦੇ ਉੱਤੇ ਅਮਲ ਤਾਂ ਕਿਆ ਕਰਨਾ ਹੈ। ਕਿਉਂਕਿ ਜਿੰਨੀ ਵੀ ਦੁਨੀਆ ਦੇ ਵਿੱਚ ਸਾਜਨਾ ਹੋਈ ਹੈ, ਹਰ ਕਿਸਮ ਦਾ ਮਨੁੱਖ ਹੈ, ਬੁੱਧੀ ਅਲੱਗ ਅਲੱਗ ਹੈ। ਕਿਤੇ ਮਹਾਰਾਜ ਨੇ ਕੋਈ ਗੁਣ ਰੱਖਿਆ ਹੋਇਆ, ਕਿਤੇ ਕੋਈ ਰੱਖਿਆ ਹੋਇਆ। ਇਹ ਗੁਣ ਆਉਣਗੇ ਤਾਂ ਜੇ ਆਪਣੀ ਹਉਮੈ ਮਿਟੂਗੀ, ਤਾਂ ਸਿੱਖੂਗਾ ਬੰਦਾ, ਨਹੀਂ ਸਿੱਖ ਹੀ ਨਹੀਂ ਸਕਦਾ। ਸਭ ਤੋਂ ਉੱਚਾ ਹੈਗਾ ਸ਼ਬਦ ਦਾ ਵਿਚਾਰ, ਸਭ ਸੇ ਉੱਪਰ ਗੁਰ ਸ਼ਬਦ ਵਿਚਾਰ। ਫਿਰ ਸਭ ਦੀ ਸੁਣ ਕੇ ਜਿਹੜੀ ਗੁਰੂ ਦੀ ਵਿਚਾਰ ਹੈ ਉਹਨੂੰ ਸਭ ਤੋਂ ਉੱਪਰ ਮੰਨੇ, ਉਹ ਫਾਈਨਲ ਹੈ। ਸਾਡੀ ਸਮਝ ਕੱਚੀ ਹੈ, ਪਰ ਗੁਰੂ ਦੀ ਜਿਹੜੀ ਬਾਣੀ ਹੈ, ਵਿਚਾਰ ਹੈ, ਉਹਦਾ ਉਪਦੇਸ਼ ਹੈ, ਉਹ ਸੱਚਾ ਹੈ। ਜਿਉਂ ਜਿਉਂ ਅਸੀਂ ਪਰਮਾਤਮਾ ਦੇ ਨਾਲ ਜੁੜਾਂਗੇ, ਗੁਰੂ ਦੇ ਨਾਲ ਜੁੜਾਂਗੇ, ਤਾਂ ਸਾਨੂੰ ਸਮਝ ਆ ਜਾਣੀ ਹੈ ਵੀ ਸੱਚ ਕਿਆ ਹੈ ਅਤੇ ਕੱਚ ਕਿਆ ਹੈ। ਅਸੀਂ ਖਾਮ ਖਿਆਲੀ ਨੂੰ ਹੀ ਸੱਚ ਮੰਨੀ ਬੈਠੇ। ਜਿਵੇਂ ਹੁਣ ਇਹ ਕਮਿਊਨਿਸਟ ਲੋਕ ਹੈ, ਉਹ ਰੱਬ ਨੂੰ ਮੰਨਦੇ ਹੀ ਨਹੀਂ ਹੈ, ਕਿਉਂਕਿ ਬੁੱਧੀ ਹੈ। ਗੁਰੂ ਨੂੰ ਉਹ ਮੰਨਦੇ ਕੋਈ ਨਹੀਂ ਹੈ। ਇਸ ਕਰਕੇ ਉਹ ਕੱਚੀਆਂ ਖਿਆਲਾਤ ਹੈ, ਸਭ ਕੱਚੇ ਹੈ, ਖਾਮ ਹੈ। ਗੁਰੂ ਦਾ ਜਿਹੜਾ ਖਿਆਲ ਹੈ ਉਹੀ ਪੱਕਾ ਹੈ, ਗੁਰੂ ਦਾ ਜਿਹੜਾ ਉਪਦੇਸ਼ ਹੈ ਉਹੀ ਪੱਕਾ ਹੈ, ਉਹੀ ਸੱਚਾ ਹੈ। ਬਾਕੀ ਸਾਰੀ ਦੁਨੀਆ ਕਲਪਨਾ ਦੇ ਵਿੱਚ, ਹਉਮੈ ਦੇ ਵਿੱਚ, ਦੁਆਇਤ ਦੇ ਵਿੱਚ ਕੱਚ ਪਿੱਚ ਕਰ ਰਹੀ ਹੈ ਸਾਰਾ ਕੁਛ। ਇਹ ਜਿਹੜੀ ਕੱਚ ਪਿੱਚ ਹੈ, ਇਸੇ ਨੂੰ ਅਸਲੀ ਮੰਨੀ ਬੈਠੇ। ਗੁਰੂ ਦਾ ਸ਼ਬਦ ਸੱਚਾ, ਬਾਕੀ ਸਭ ਕੁਛ ਝੂਠ ਹੈ, ਰਹਿਣ ਵਾਲਾ ਨਹੀਂ ਹੈ। ਸ਼ਬਦ ਕਦੇ ਮਰਦਾ ਨਹੀਂ। ਸਾਧ ਸੰਗਤ ਜੀ, ਆ ਪਿਛਲੇ ਦਿਨਾਂ 'ਚ ਆਪਾਂ ਨੇ ਦੇਖਿਆ ਪੰਜਾਬ ਦੀਆਂ ਘਟਨਾਵਾਂ 'ਚ ਕਈ ਸਿਰ ਫਿਰਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ ਕਰਨ ਦੀ ਕੋਸ਼ਿਸ਼ ਕਰੀ ਹੈ। ਉਹਨਾਂ ਦੇ ਮਨ ਵਿੱਚ ਵੀ ਅਸਲ 'ਚ ਇਹੀ ਹੈ ਵੀ ਇਹ ਸਰੀਰ ਹੈ, ਇਹਦੀ ਬੇਹੁਰਮਤੀ ਕਰੋ। ਉਹ ਨਾਦਾਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਵੀ ਗੁਰੂ ਤਾਂ ਗੁਰੂ ਤਾਂ ਹਮੇਸ਼ਾ ਅਮਰ ਹੁੰਦਾ, ਉਹ ਤਾਂ ਕਦੇ ਜਲਾਇਆ ਹੀ ਨਹੀਂ ਜਾ ਸਕਦਾ, ਨਾ ਮਾਰਿਆ ਜਾ ਸਕਦਾ। ਸ਼ਬਦ ਨੂੰ ਕੌਣ ਮਾਰੂਗਾ? ਸ਼ਬਦ ਤਾਂ ਹਰ ਜਗ੍ਹਾ ਵਿਆਪਕ ਹੈ। ਸੋ ਜਿਹੜੀ ਮਨੁੱਖੀ ਸੋਚ ਹੈ ਇਹ ਤਾਂ ਬਹੁਤ ਹੇਠ ਰਹਿ ਜਾਂਦੀ ਹੈ। ਗੁਰੂ ਦੇ ਸ਼ਬਦ ਦੇ ਵਿੱਚ ਬੰਦੇ ਨੂੰ ਪਤਾ ਚੱਲਦਾ ਵੀ ਅਸਲ 'ਚ ਗੁਰੂ ਜਾਂ ਸ਼ਬਦ ਕਿਆ ਚੀਜ਼ ਹੈ। ਗੁਰੂ ਸਰੀਰ ਨਹੀਂ ਹੈ, ਗੁਰੂ ਸ਼ਬਦ ਹੈ, ਗੁਰੂ ਵਿਵੇਕ ਗਿਆਨ ਹੈ। ਤਾਂ ਗੁਰੂ ਅਮਰ ਹੈ। ਜਦ ਪਰਮਾਤਮਾ ਅਮਰ ਹੈ ਤਾਂ ਗੁਰੂ ਵੀ ਅਮਰ ਹੈ, ਸੰਤ ਵੀ ਅਮਰ ਹੁੰਦੇ। ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ। ਬਾਕੀ ਸਭ ਦੁਨੀਆ ਆਪਣੀ ਜਾਵਣੀ ਹੈ, ਸਭ ਨੇ ਮਰਨਾ, ਸਭ ਚਲੇ ਜਾਂਦੇ, ਜੰਮਦੇ ਮਰਦੇ। ਦੁਆਇਤ ਮਰਦੀ ਹੈ, ਜੰਮਦੀ ਮਰਦੀ ਹੈ, ਲੇਕਿਨ ਜਿਹੜਾ ਏਕਾ ਹੈ ਉਹ ਨਾ ਜੰਮਦਾ ਹੈ ਨਾ ਮਰਦਾ ਹੈ, ਉਹ ਹਮੇਸ਼ਾ ਹੀ ਅਮਰ ਹੁੰਦਾ ਹੈ। ਤੋ ਸਾਧ ਸੰਗਤ ਜੀ, ਅੱਜ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰੀ। ਕੋਈ ਨਾ ਕੋਈ ਤਰੁੱਟੀ ਜ਼ਰੂਰ ਰਹਿ ਜਾਂਦੀ ਹੈ, ਕਿਉਂਕਿ ਬੰਦਾ ਭੁੱਲਣਹਾਰ ਹੈ। ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਬਖਸ਼ਣਹਾਰ ਸਾਧ ਸੰਗਤ ਹੈ, ਗੁਰੂ ਹਮੇਸ਼ਾ ਹੀ ਬਖਸ਼ੰਦ ਹੈ। ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡ ਭਾਗੀ ਪਾਏ। ਕੋਟ ਜਨਮ ਕੇ ਕਿਲ ਬਿਖ ਨਾਸੇ, ਹਰ ਚਰਣੀ ਚਿਤ ਲਾਏ। ਸੰਤੋ ਰਾਮ ਨਾਮ ਨਿਸਤਰੀਐ, ਉਠਤ ਬੈਠਤ ਹਰ ਹਰ ਧਿਆਈਐ। ਅਨਦਿਨ ਸੁਕਿਰਤ ਕਰੀਐ। ਸਾਚੋ ਉਪਜੈ ਸਾਚ ਸਮਾਵੈ, ਸਾਚੇ ਸੂਚੇ ਏਕ ਮਇਆ। ਝੂਠੇ ਆਵੈ ਠਵਰ ਨ ਪਾਵੈ, ਦੂਜੈ ਆਵਾ ਗੌਣ ਭਇਆ। ਆਵਾ ਗੌਣ ਮਿਟੈ ਗੁਰ ਸ਼ਬਦੀ, ਆਪੇ ਪਰਖੈ ਬਖਸ਼ ਲਿਆ।
ਏਕਾ ਬੇਦਨ ਦੂਜੈ ਵਿਆਪੀ, ਨਾਮ ਰਸਾਇਣ ਵਿਸਰਿਆ। ਸੋ ਬੂਝੈ ਜਿਸ ਆਪ ਬੁਝਾਏ, ਗੁਰ ਕੈ ਸ਼ਬਦ ਸੋ ਮੁਕਤ ਭਇਆ। ਨਾਨਕ ਤਾਰੇ ਤਾਰਨ ਹਾਰਾ, ਹਉਮੈ ਦੂਜਾ ਪਰ ਹਰਿਆ। ਮਨਮੁਖ ਭੂਲੈ ਜਮ ਕੀ ਕਾਣ, ਪਰ ਕਰ ਜੋ ਹੈ ਹਾਣੇ ਹਾਣ। ਮਨਮੁਖ ਭਰਮ ਭਵੈ ਬੇਬਾਣ, ਬੇਮਾਰਗ ਮੂਸੈ ਮੰਤਰ ਮਸਾਣ। ਸ਼ਬਦ ਨਾ ਚੀਨੈ ਲਵੈ ਕੁਬਾਣ, ਨਾਨਕ ਸਾਚ ਰਤੇ ਸੁਖ ਜਾਣ। ਗੁਰਮੁਖ ਸਾਚੇ ਕਾ ਭਉ ਪਾਵੈ, ਗੁਰਮੁਖ ਬਾਣੀ ਆਗੜ ਕਢਾਵੈ। ਗੁਰਮੁਖ ਨਿਰਮਲ ਹਰ ਗੁਣ ਗਾਵੈ, ਗੁਰਮੁਖ ਪਵਿੱਤਰ ਪਰਮ ਪਦ ਪਾਵੈ। ਗੁਰਮੁਖ ਰੋਮ ਰੋਮ ਹਰਿ ਧਿਆਵੈ, ਨਾਨਕ ਗੁਰਮੁਖ ਸਾਚ ਸਮਾਵੈ। ਗੁਰਮੁਖ ਰੋਮ ਰੋਮ ਹਰਿ ਧਿਆਵੈ, ਨਾਨਕ ਗੁਰਮੁਖ ਸਾਚ ਸਮਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੇ ਪਾਵਨ ਚਰਨਾਂ ਨਾਲ ਜੁੜੀ ਹੋਈ ਸਾਧ ਸੰਗਤ ਜੀਓ, ਗੁਰੂ ਖਾਲਸਾ ਜੀਓ ਤੇ ਗੁਰਬਾਣੀ ਵਿਚਾਰ ਦੇ ਸਾਰੇ ਗੁਰਮੁਖ ਸੱਜਣੋ, ਆਪਣੀ ਤੁੱਛ ਬੁੱਧੀ ਅਨੁਸਾਰ ਆਪ ਜੀ ਦੇ ਨਾਲ ਸਿੱਧ ਕੋਸ਼ ਦੀ ਲੜੀਵਾਰ ਵਿਚਾਰ ਹਾਜ਼ਰ ਹੈ। ਸਾਚਾ ਉਪਜੈ ਸਾਚ ਸਮਾਵੈ, ਸਾਚੇ ਸੂਚੇ ਏਕ ਮਾਇਆ। ਸੱਚ ਤੋਂ ਹੀ ਗੁਰਮੁਖ ਉਪਜਦਾ ਹੈ, ਸੱਚ ਦੇ ਵਿੱਚ ਹੀ ਸਮਾ ਜਾਂਦਾ। ਸੱਚੇ ਔਰ ਸੁੱਚੇ ਦੀ ਇੱਕ ਹੀ ਮਾਇਆ ਹੁੰਦੀ ਹੈ, ਮਤਲਬ ਪਰਮਾਤਮਾ ਦੀ ਤੇ ਜਿਹੜਾ ਉਹਦਾ ਬੰਦਾ ਗੁਰਮੁਖ ਹੁੰਦਾ ਹੈ ਉਹਦੇ ਵਿੱਚ ਸਮਾ ਗਿਆ ਹੁੰਦਾ ਹੈ। ਉਹ ਦੋਹੇ ਇੱਕੋ ਹੀ ਰੌਂਸ ਦੇ ਹੁੰਦੇ ਨੇ। ਝੂਠੇ ਆਵੈ ਠਬਰ ਨਾ ਪਾਵੈ, ਦੂਜੇ ਆਵਾ ਗੌਣ ਭਇਆ। ਜਿਹੜਾ ਬਾਕੀ ਸੰਸਾਰ ਹੈ ਝੂਠਾ, ਨਾ ਰਹਿਣ ਵਾਲਾ, ਨਾਸ਼ਵੰਤ, ਉਹ ਆਉਨੇ ਆ, ਇੱਥੇ ਰਹਿੰਦੇ ਕੋਈ ਨਹੀਂ, ਇੱਥੋਂ ਚਲੇ ਜਾਂਦੇ ਆ। ਦੂਜੇ ਦੇ ਵਿੱਚ ਯਾਨੀ ਡੁਐਲਿਟੀ ਦੇ ਵਿੱਚ ਉਹਨਾਂ ਦਾ ਆਵਾਗੌਣ ਬਣਿਆ ਰਹਿੰਦਾ। ਦੇਖੋ ਸਾਧ ਸੰਗਤ ਜੀ, ਉਹ ਕਿੰਨੀ ਜ਼ੋਰ ਦੀ ਵਿਚਾਰ ਗੁਰੂ ਨਾਨਕ ਪਾਤਸ਼ਾਹ ਦੇ ਰਹੇ ਹੈ, ਫਰਮਾ ਰਹੇ ਹੈ। ਇੱਕ ਦੀ ਤੇ ਦੂਜੇ ਦੀ ਵਿਚਾਰ, ਜਿਹੜਾ ਕਿ ਸਾਰੀ ਗੁਰਬਾਣੀ 'ਚ ਵਿਦਵਾਨ ਹੈ। ਦੂਜੇ ਨੂੰ ਛੱਡਣਾ ਤੇ ਏਕੇ ਨੂੰ ਪਕੜਨਾ ਹੈ। ਗੱਲ ਗੱਲ ਵਿੱਚ ਇਹੀ ਵਿਚਾਰ ਆਏਗੀ ਅੱਗੇ। ਆਵਾ ਗੌਣ ਮਿਟੈ ਗੁਰ ਸ਼ਬਦੀ, ਆਪੇ ਪਰਖੈ ਬਖਸ਼ ਲੈ। ਇਹ ਜਿਹੜਾ ਆਵਾਗੌਣ ਹੈ ਬੰਦੇ ਦਾ 84 ਵਾਲਾ, ਇਹ ਗੁਰੂ ਦੇ ਸ਼ਬਦ ਨਾਲ ਮਿਟ ਜਾਂਦਾ। ਪਰਮਾਤਮਾ ਆਪੇ ਬਖਸ਼ੀਸ਼ ਕਰਦਾ ਹੈ ਸਾਨੂੰ, ਆਪਣਾ ਸ਼ਬਦ ਦੇ ਕੇ ਗੁਰੂ ਦੇ ਰਾਹੀਂ ਇਸ ਖਲ ਜਗਣ 'ਚੋਂ ਕੱਢ ਲੈਂਦਾ। ਹੋਰ ਕੋਈ ਰਸਤਾ ਨਹੀਂ ਹੈ। ਦੂਜੇ ਵਾਲਾ ਜਿੰਨਾ ਰਸਤਾ ਦੁਨੀਆ ਨੇ ਬਣਾਏ ਹੋਇਆ ਹੈ, ਉਹ ਸਾਰਾ ਹੀ ਅੰਧਕਾਰ ਹੈ। ਢੱਠੇ ਖੂਹ 'ਚ ਗਿਰਦੇ ਜਾ ਕੇ 84 ਬਣੀ ਰਹਿੰਦੀ ਹੈ। ਏਕਾ ਵੇਦਨ ਦੂਜੈ ਵਿਆਪੀ, ਨਾਮ ਰਸਾਇਣ ਵਿਸਰਿਆ। ਇਹ ਜਿਹੜੀ ਪੀੜ ਹੈ, ਦੁੱਖ ਹੈ, ਇਹ ਦੂਜੇ ਕਰਕੇ ਹੈ, ਜਿਹੜਾ ਆਉਣ ਜਾਣ ਦਾ ਚੱਕਰ ਹੈ। ਜਿਹੜਾ ਪਰਮਾਤਮਾ ਰੂਪੀ ਰਸਾਇਣ ਹੈ, ਜਿਹਨੂੰ ਪੀ ਕੇ ਅਮਰ ਹੋਈਦਾ ਹੈ, ਉਹ ਭੁੱਲ ਗਿਆ ਹੋਇਆ, ਉੱਧਰ ਖਿਆਲ ਹੀ ਨਹੀਂ ਹੈ। ਨਾਮ ਨੂੰ ਵਿਸਾਰ ਕੇ ਹੋਰ ਹੋਰ ਬਾਤਾਂ 'ਚ ਪਿਆ ਹੋਇਆ ਬੰਦਾ। ਕਉ ਬਤਾਨ ਕੋ ਪੂਜਤ ਹੈ ਪਸ, ਕਉ ਮਿਰਤਾਨ ਕੋ ਪੂਜਨ ਧਾਇਓ। ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਇਹ ਸਾਰਾ ਹੀ ਜਿਹੜਾ ਦੂਜੇ ਦਾ ਮਾਰਗ ਹੈ, ਇਹ ਕੂੜ ਦਾ ਮਾਰਗ ਹੈ, ਕੂੜ ਕਿਰਿਆ ਹੈ। ਪਰਮਾਤਮਾ ਦਾ ਕੋਈ ਭੇਤ ਨਹੀਂ ਹੈ। ਕੋਈ ਬੜੀਆਂ ਮਸਾਣੀਆਂ 'ਚ ਬੈਠਾ ਹੈ, ਕੋਈ ਤੀਰਥਾਂ ਦੇ ਰਟਨ ਕਰਨ ਲੱਗਿਆ ਹੋਇਆ ਹੈ, ਕੋਈ ਸੋ ਕਾਲਡ ਪੁੰਨਦਾਨ ਕਰਨ ਲੱਗਿਆ ਵਾ, ਕੋਈ ਅਖੌਤੀ ਦਇਆ ਕਰਕੇ ਦਿਖਾਉਂਦਾ ਹੈ, ਅੰਦਰ ਭਾਵਨਾ ਹੋਰ ਹੈ। ਇਹ ਦੂਜਾ ਮਾਰਗ ਹੈ ਭਾਈ। ਪਰਮਾਤਮਾ ਵਾਲਾ ਮਾਰਗ ਇਹ ਨਹੀਂ ਹੈ। ਉੱਥੇ ਤਾਂ ਕੇਵਲ ਨਾਮ, ਆਪਣੇ ਮਨ ਨੂੰ ਸਹੀ ਕਰਨਾ, ਆਪਣੇ ਮਨ ਦੇ ਆਪਣੀ ਬੁਲੰਦੀ ਜਿਹੜੀ ਮਨ ਦੀ ਹੈਗੀ ਹੈ, ਜਿਹਨੂੰ ਸੁਰਤ ਕਿਹਾ ਜਾਂਦਾ ਹੈ, ਉਹਨੂੰ ਉੱਚੀ ਕਰਕੇ ਉਹਦੇ ਵਿੱਚ ਨਾਮ ਦਾ ਪ੍ਰਕਾਸ਼ ਕਰਨਾ ਸ਼ਬਦ ਦੇ ਰਾਹੀਂ। ਫਿਰ ਬੰਦਾ ਏਕੇ ਜਾ ਸਕਦਾ, ਅਦਰਵਾਈਜ਼ ਸਾਰਾ ਦੂਜਾ ਹੈ। ਕੋਈ ਵੀ ਜਿਹੜਾ ਕਿਰਿਆ ਵਿਸ਼ੇਸ਼ ਹੈ, ਉਹ ਸਭ ਦੂਜਾ ਹੈ।
ਇੱਕ ਸਾਧ ਸੰਗਤ ਦਾ ਜਿਹੜਾ ਸਾਧ ਸੰਗਤ ਵਿੱਚ ਜਾ ਕੇ ਨਾਮ ਨਾਲ ਜੁੜਨਾ, ਜਿਹੜਾ ਇਹ ਕਿਰਿਆ ਜਿਹੜੀ ਇਹ ਸਭ ਤੋਂ ਉੱਤਮ ਹੈ। ਸਾਧ ਸੰਗਤ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮ। ਹਰੀ ਦੀ ਕੀਰਤੀ ਕਰਨੀ ਸੰਗਤ ਵਿੱਚ ਜਾ ਕੇ, ਇਹ ਸਾਰੇ ਕਰਮਾਂ ਦੇ ਸਿਰ ਦੇ ਉੱਤੇ ਕਰਮ ਹੈ। ਬਾਕੀ ਕੋਈ ਵੀ ਕਰਮ ਨਹੀਂ ਹੈ ਜਿਹੜਾ ਪਰਮਾਤਮਾ ਦੇ ਕੋਲ ਸਾਨੂੰ ਲੈ ਜਾਵੇ। ਇਹ ਉਰੇ ਮੂਸੇ, ਇਹ ਉਰੇ ਹੀ ਉਰੇ ਲੁੱਟੇ ਜਾਂਦੇ ਸਾਰੇ। ਜਮਾਂ ਦੀ ਜਗਾਤ ਲੱਗ ਪੈਂਦੀ ਹੈ, 84 ਬਣੀ ਰਹਿੰਦੀ ਹੈ। ਕੇਵਲ ਔਰ ਕੇਵਲ ਨਾਮ, ਨਾਨਕ ਕਹਿ ਕਰ ਕੇਵਲ ਨਾਮ ਹੈ। ਬੜਾ ਮੁਸ਼ਕਿਲ ਮਾਰਗ ਹੈ, ਖੰਡੇ ਧਾਰ ਹੈ। ਕਹਿ ਦੇਣਾ ਸੌਖਾ ਹੈ ਵੀ ਅਸੀਂ ਵੀ ਇਹ ਕਿ ਹੋ ਗਏ, ਪਰ ਬਣਨਾ ਬਸ 'ਚ ਬਹੁਤ ਮੁਸ਼ਕਿਲ ਹੈ। ਕੋਈ ਵਿਰਲਾ, ਵਿਰਲਿਆਂ 'ਚੋਂ ਵੀ ਵਿਰਲਾ, ਰੇਅਰੈਸਟ ਆਫ ਦਾ ਰੇਅਰ ਇਸ ਮਾਰਗ 'ਤੇ ਚੱਲਦਾ। ਔਰ ਇਸ ਮਾਰਗ 'ਤੇ ਚੱਲਣ ਵਾਲੇ ਨੂੰ ਤਕਲੀਫਾਂ ਘਰ ਵਿੱਚੋਂ ਹੀ ਪਹਿਲਾਂ ਸ਼ੁਰੂ ਹੁੰਦੀਆਂ, ਫਿਰ ਆਂਢ ਗੁਆਂਢ ਰਿਸ਼ਤੇਦਾਰ ਬੁਰਾ ਕਹਿੰਦੇ ਆ, ਫਿਰ ਸਮਾਜ ਬੁਰਾ ਕਹਿਣ ਲੱਗ ਪੈਂਦਾ। ਹੌਲੀ ਹੌਲੀ ਫਿਰ ਉਹ ਸਵੀਕਾਰ ਵੀ ਕਰ ਲੈਂਦੇ, ਪਰ ਪਹਿਲਾਂ ਜ਼ਰੂਰ ਦਿੱਕਤਾਂ ਖੜੀਆਂ ਕਰਦੀਆਂ। ਗੁਰੂ ਨਾਨਕ ਪਾਤਸ਼ਾਹ ਨੂੰ ਜਦੋਂ ਜਨੇਊ ਪਾਉਣ 'ਤੇ ਜਵਾਬ ਦੇ ਦਿੱਤਾ ਉਹਨਾਂ ਨੇ, ਸਭ ਤੋਂ ਪਹਿਲਾਂ ਦਿੱਕਤ ਘਰ ਤੋਂ ਔਰ ਰਿਸ਼ਤੇਦਾਰਾਂ ਤੋਂ ਆਈ। ਘੂਰ ਘੂਰ ਕੇ ਦੇਖਦੇ ਰਹੇ ਵੀ ਕੱਲ੍ਹ ਦਾ ਮੁੰਡਾ ਸਾਨੂੰ ਉਪਦੇਸ਼ ਕਰਦਾ, ਕੱਲ੍ਹ ਦਾ ਲੜਕਾ। ਕਿਉਂਕਿ ਉਹਨਾਂ ਵਾਸਤੇ ਤਾਂ ਉਹਨਾਂ ਦੇ ਪੁੱਤ ਭਾਈ ਭਤੀਜਾ ਜਿਵੇਂ ਰਿਸ਼ਤੇਦਾਰੀਆਂ ਸੀ, ਉਸ ਤਰ੍ਹਾਂ ਹੀ ਸੀਗਾ। ਵੱਡਿਆਂ ਵਿੱਚ ਛੋਟੇ ਦੀ ਕੀਮਤ ਨਹੀਂ ਹੁੰਦੀ ਬਹੁਤੀ। ਜਿਵੇਂ ਸਿੱਧ ਬੜੀ ਉਮਰ ਦੇ ਸੀਗੇ, ਗੁਰੂ ਨਾਨਕ ਪਾਤਸ਼ਾਹ ਨੂੰ ਬਾਰਲਾ ਕਹਿ ਕੇ ਸੰਬੋਧਨ ਕਰਦੇ ਆ। ਚਲੋ, ਜਦੋਂ ਨਾਮ ਦੀ ਬਰਕਤ ਹੁੰਦੀ ਹੈ, ਸੂਰਜ ਦਾ ਪ੍ਰਕਾਸ਼ ਅੰਦਰ ਪੂਰਾ ਸੂਰਜ ਦੀ ਤਰ੍ਹਾਂ ਹੋ ਜਾਂਦਾ ਹੈ, ਸੂਰਜ ਚੰਦਰਮਾ ਦੇ ਘਰ 'ਚ ਆ ਜਾਂਦਾ ਹੈ, ਫਿਰ ਦੁਨੀਆ ਨੂੰ ਪਿੱਛੇ ਹਟਣਾ ਪੈਂਦਾ। ਪਹਿਲਾਂ ਪਹਿਲਾਂ ਜ਼ਰੂਰ ਵਿਰੋਧ ਕਰਦੇ। ਸੋ ਬੁਝੈ ਜਿਸ ਆਪ ਬੁਝਾਏ, ਗੁਰ ਕੈ ਸ਼ਬਦ ਸੋ ਮੁਕਤ ਪੈ। ਕੌਣ ਬੁਝਦਾ ਇਸ ਬਾਤ ਨੂੰ, ਏਕੇ ਨੂੰ? ਜਿਹਨੂੰ ਉਹ ਆਪ ਬੁਝਾਉਂਦਾ ਹੈ, ਉਹਨੂੰ ਗੁਰੂ ਦੇ ਸ਼ਬਦ ਦੇ ਰਾਹੀਂ ਮੁਕਤ ਕਰ ਦਿੰਦਾ। ਨਹੀਂ, ਕੋਈ ਮੁਕਤੀ ਨਹੀਂ ਹੈ ਬਿਨਾਂ ਗੁਰੂ ਦੇ ਸ਼ਬਦ ਤੋਂ। ਕਰਮ ਵਿਸ਼ੇਸ਼ ਨਾਲ ਕੋਈ ਮੁਕਤੀ ਨਹੀਂ ਜੁੜੀ ਹੋਈ ਹੈ। ਚਾਹੇ 84 ਆਸਣ ਕਰ ਲਓ, ਚਾਹੇ ਈੜਾ ਪਿੰਗਲਾ ਸੁਖਮਨਾ ਕਰ ਲਓ, ਚਾਹੇ ਧੋਤੀ ਆਸਣ ਕਰ ਲਓ, ਚਾਹੇ ਨੇਤੀ ਆਸਣ ਕਰ ਲਓ। ਗੁਰਬਾਣੀ ਦੇ ਜਿਹੜਾ ਮਾਰਗ ਹੈ, ਗੁਰਮਤਿ ਦਾ ਜਿਹੜਾ ਮਾਰਗ ਹੈ, ਉਸ ਰਸਤੇ 'ਚ ਇਹਨਾਂ ਦੀ ਕੋਈ ਵੈਲਿਊ ਨਹੀਂ ਹੈ। ਕਰਦਾ ਹੈ ਸੰਸਾਰ, ਲੇਕਿਨ ਜਿਹੜਾ ਗੁਰਮਤਿ ਨਾਲ ਜੁੜ ਗਿਆ, ਗੁਰੂ ਦੀ ਮੱਤ ਨਾਲ ਜੁੜ ਗਿਆ, ਉਹ ਇਹਨਾਂ ਸਭ ਨੂੰ ਛੱਡ ਜਾਂਦਾ। ਇਹਨਾਂ 'ਚ ਕੁਛ ਨਹੀਂ ਹੈ। ਇਹ ਸਰੀਰ ਨੂੰ ਸਾਧਨ ਦੀਆਂ ਕਿਰਿਆਵਾਂ, ਪਰਮਾਤਮਾ ਨਾਲ ਇਹਨਾਂ ਦਾ ਕੋਈ ਤਾਲੁਕ ਨਹੀਂ। ਕਈ ਫੋਕੇ ਗਿਆਨ ਨਾਲ ਜੁੜ ਜਾਂਦੇ। ਸਾਧ ਸੰਗਤ ਜੀ, ਉਹ ਕਾਫੀ ਸਿੱਖ ਜਗਤ ਲੱਖਾਂ ਦੀ ਗਿਣਤੀ 'ਚ ਰਜਨੀਸ਼ ਨਾਲ ਜੁੜਿਆ ਹੋਇਆ। ਰਜਨੀਸ਼ ਸ਼ਬਦਾਂ ਦਾ ਜਾਦੂਗਰ ਹੈ। ਅੱਜ ਕੱਲ੍ਹ ਦਾ ਵੇਦ ਵਿਆਸ ਵੀ ਹੈ, ਕਿਉਂਕਿ ਗਿਆਨ ਦੇ ਵਿੱਚ ਤਾਂ ਉਹਦਾ ਕੋਈ ਸਾਨੀ ਨਹੀਂ ਹੈ। ਪਰ ਉਹ ਜਿਹੜਾ ਗਿਆਨ ਹੈ, ਉਹ ਆਤਮਿਕ ਲੈਵਲ ਤੱਕ ਦਾ ਹੀ ਗਿਆਨ ਹੈ, ਦੁਨਿਆਵੀ ਗਿਆਨ ਹੈ, ਸਤੋਗੁਣੀ ਗਿਆਨ ਹੈ। ਜਿਹੜੀ ਚੌਥੇ ਪਦ ਦੀ ਬਾਤ ਹੈ, ਉਹ ਗਿਆਨ ਜਿਹਨੂੰ ਆਪਾਂ ਕਹਿੰਦੇ ਵਿਵੇਕ ਬੁੱਧੀ, ਉਹ ਨਹੀਂ ਹੈ ਉਹਦੇ ਕੋਲ ਵੀ। ਉਹ ਤਾਂ ਕੇਵਲ ਬਾਣੀਕਾਰਾਂ ਕੋਲ ਹੈ, ਜਾਂ ਕੋਈ ਹੋਰ ਰੱਬ ਦਾ ਬਖਸ਼ਿਆ ਵਾ ਭਗਤ ਹੋਵੇ, ਉਹਦੇ ਕੋਲ ਹੁੰਦੀ ਹੈ। ਤਾਂ ਦੁਨੀਆ ਅੱਜ ਕੱਲ੍ਹ ਜ਼ਿਆਦਾ ਗਿਆਨ ਦੇ ਮਾਰਗ ਦੇ ਮਗਰ ਵੀ ਲੱਗਦੀ ਹੈ। ਗਿਆਨ ਭਟਕਾ ਦਿੰਦਾ, ਵਿਵੇਕ ਗਿਆਨ ਬਚਾ ਲੈਂਦਾ, ਗਿਆਨ ਭਟਕਾ ਦਿੰਦਾ। ਜਿਵੇਂ ਬਚਨ ਬਚਾ ਲੈਂਦੇ ਹਾਂ, ਗੱਲਾਂ ਗਾਲ ਦਿੰਦੀਆਂ। ਗੱਲਾਂ ਔਰ ਬਚਨ ਕਹੇ ਤਾਂ ਮੂੰਹ ਤੋਂ ਹੀ ਜਾਂਦੇ, ਰਸਨਾ ਤੋਂ ਹੀ ਬੋਲ ਹੁੰਦੇ, ਪਰ ਗੱਲਾਂ ਤ੍ਰੈਗੁਣੀ ਹੁੰਦੀਆਂ, ਬਚਨ ਜਿਹੜੇ ਹੁੰਦੇ ਉਹ ਚੌਥੇ ਪਦ ਵਾਲੇ ਹੁੰਦੇ। ਕਈ ਦਫਾ ਭੋਲਪਣੇ 'ਚ ਆਪਾਂ ਵੀ ਕਹਿ ਦਿੰਦੇ ਵੀ ਆਹ ਮੇਰਾ ਬਚਨ ਸੁਣਿਓ ਜੀ। ਇਹ ਗਲਤ ਵਰਤੋਂ ਹੈ। ਬਚਨ ਹੁੰਦਾ ਚੌਥੇ ਪਦ ਵਾਲਿਆਂ ਦਾ, ਸਾਡੀਆਂ ਗੱਲਾਂ ਹੁੰਦੀਆਂ। ਤੋ ਗੱਲਾਂ ਗਾਲ ਦਿੰਦੀਆਂ ਹਮੇਸ਼ਾ, ਬਚਨ ਬਚਾ ਲਿਆ ਕਰਦੇ। ਹਰ ਗੱਲ ਦੇ ਪਿੱਛੇ ਭਾਵਨਾ ਹੁੰਦੀ ਹੈ। ਨਾਨਕ ਤਾਰੇ ਤਾਰਨ ਹਾਰਾ, ਹਉਮੈ ਦੂਜਾ ਪਰ ਹਰਿਆ। ਗੁਰੂ ਨਾਨਕ ਪਾਤਸ਼ਾਹ ਧੰਨ ਧੰਨ ਫਰਮਾ ਰਹੇ ਹੈ ਬਈ ਤਾਰਨਹਾਰਾ ਪਰਮਾਤਮਾ ਹੀ ਤਾਰਦਾ ਹੈ, ਅਤੇ ਦੂਜੇ ਨੂੰ ਹਉਮੈ ਨੂੰ ਦੂਰ ਕਰ ਦਿੰਦਾ। ਬਿਨਾਂ ਹਉਮੈ ਦੇ ਨਿਕਲੇ ਤੋਂ ਕੋਈ ਕਿਵੇਂ ਦਾਅਵਾ ਕਰ ਸਕਦਾ ਹੈ ਨਾਮ ਦਾ? ਨਹੀਂ। ਹਉਮੈ ਦੇ ਵਿੱਚ ਸਾਰਾ ਸੰਸਾਰ ਫਸਿਆ। ਕੇਵਲ ਗੁਰੂ ਦਾ ਸ਼ਬਦ ਹੀ ਕੱਢ ਸਕਦਾ ਉਸ ਤੋਂ। ਪਰਮਾਤਮਾ ਜੇ ਸਾਨੂੰ ਗੁਰੂ ਦੇ ਰਾਹੀਂ ਜੋੜ ਦੇਵੇ, ਗੁਰੂ ਦੇ ਰਾਹੀਂ ਸ਼ਬਦ ਦੀ ਬਰਕਤ ਦਵਾ ਦੇਵੇ, ਫਿਰ ਸਾਡਾ ਉਧਾਰ ਹੋ ਸਕਦਾ, ਫਿਰ ਹਉਮੈ ਦੂਰ ਹੋ ਸਕਦੀ, ਅਦਰਵਾਈਜ਼ ਮੁਸ਼ਕਿਲ ਹੈ।
ਮਨਮੁਖ ਭੂਲੈ ਜਮ ਕੀ ਕਾਣ। ਜਿਹੜਾ ਮਨਮੁਖ ਬੰਦਾ ਹੈ ਉਹ ਭੁੱਲਿਆ ਹੋਇਆ ਰਸਤੇ ਤੋਂ, ਉਹਨੂੰ ਜਮਾਂ ਦੀ ਮੁਥਾਜੀ ਕਰਨੀ ਪੈਂਦੀ ਹੈ। ਕਾਣ ਹੁੰਦੀ ਹੈ ਕਣੌੜਪਣਾ, ਕਿਉਂਕਿ ਜਮ ਨੇ ਆ ਕੇ ਡੰਡਾ ਸਿਰ ਪਰ ਮਾਰਨਾ ਹੀ ਮਾਰਨਾ, ਕੇਸਾਂ ਤੋਂ ਪਕੜ ਕੇ ਉਹਨੂੰ ਘੜੀਸਣਾ ਹੀ ਘੜੀਸਣਾ। ਇਹ ਸਾਡਾ ਫਲਸਫਾ ਹਿੰਦੁਸਤਾਨ ਦਾ। ਮਨਮੁਖ ਭੁੱਲਿਆ ਹੋਇਆ ਜਮਾਂ ਦੇ ਅਧਿਕਾਰ ਵਿੱਚ ਹੈ, ਜਮਾਂ ਦੀ ਮੁਥਾਜੀ ਕਰਦਾ, ਪਰ ਘਰ ਜੋ ਹੈ ਹਾਣੇ ਹਾਣ। ਦੂਜੇ ਘਰ ਵਿੱਚ ਨਿਗਾਹ ਰੱਖਦਾ ਹੈ, ਝਾਕ ਰੱਖਦਾ ਹੈ, ਚਾਹੇ ਔਰਤ ਦੀ ਚਾਹੇ ਪੈਸੇ ਦੀ। ਉਹ ਘਾਟੇ ਹੀ ਘਾਟ ਹੈ ਉਹਨੂੰ, ਹਾਣੇ ਹਾਣ। ਆਪਣੇ ਘਰ ਵਿੱਚ ਸੰਤੋਖ ਨਹੀਂ ਹੈ। ਘਰ ਕੀ ਨਾਰ ਤਿਆਗੈ ਅੰਧਾ। ਅੰਨਾ ਆਪਣੀ ਨਾਰ ਨੂੰ ਛੱਡਦਾ ਪਰ ਨਾਰੀ ਸਿਉ ਘਰ ਲੈ ਧੰਦਾ। ਦੂਜੇ ਦੀ ਖੁਰਲੀ ਵਿੱਚ ਜ਼ਿਆਦਾ ਚਾਰਾ ਲੱਗਦਾ ਬਲਦ ਨੂੰ। ਆਪਣੀ ਜਿਹੜੀ ਥਾਲੀ ਆ ਉਹਦੇ 'ਚ ਲੱਡੂ ਛੋਟਾ ਲੱਗਦਾ, ਦੂਜੇ ਦੀ 'ਚ ਉਹੀ ਲੱਡੂ ਬੜਾ ਸਾਰਾ ਲੱਗਦਾ। ਇਹ ਹੈ ਪਰ ਘਰ ਜੁਹਾਨ ਦਾ ਮਤਲਬ। ਮਨਮੁਖ ਭਰਮ ਭਵੈ ਬੇਵਾਨ। ਮਨਮੁਖ ਬੰਦਾ ਰੱਬ ਤੋਂ ਟੁੱਟਿਆ, ਸ਼ਬਦ ਤੋਂ ਟੁੱਟਿਆ ਹੋਇਆ, ਭਰਮ 'ਚ ਪਿਆ ਹੋਇਆ ਭਟਕਦਾ ਹੈ ਜੰਗਲ ਦੇ ਵਿੱਚ। ਬੇਵਾਨ, ਬੀਆਵਾਨ ਜੰਗਲ। ਬੇਮਾਰਗ ਮੂਸੈ ਮੰਤਰ ਮਸਾਣ। ਉਹ ਪੁੱਠੇ ਮਾਰਗ ਪਿਆ ਹੋਇਆ, ਮੰਤਰਾਂ ਮਸਾਣਾਂ ਨਾਲ ਜੁੜਿਆ ਹੋਇਆ, ਲੁੱਟਿਆ ਜਾ ਰਿਹਾ। ਸ਼ਬਦ ਨਾ ਚੀਨੈ ਲਵੈ ਕੁਬਾਨ। ਸ਼ਬਦ ਨੂੰ ਪਛਾਣਦਾ ਨਹੀਂ, ਕੁਬਾਨ ਬੋਲਦਾ ਹੈ। ਬਾਣ ਹੁੰਦੀ ਹੈ ਬਾਣੀ, ਕੁਬਾਨ ਗਲਤ ਬਾਣੀ। ਫਿੱਕਾ ਬੋਲਣਾ, ਕੌੜਾ ਬੋਲਣਾ, ਦੂਜੇ ਦੀ ਗੱਲ ਕਰਨੀ ਦੁਆਇਤ ਦੀ, ਉਹ ਕੁਬਾਨ ਹੈ। ਏਕੇ ਦੀ ਗੱਲ ਕਰਨੀ ਉਹ ਹੈ ਅਸਲੀ ਬਾਣੀ। ਸ਼ਬਦ ਨੂੰ ਨਾ ਚੀਨਣ ਕਰਕੇ ਹੁੰਦਾ ਹੈ ਸਾਰਾ ਕੁਛ। ਨਾਨਕ ਸੱਚ ਰਤੇ ਸੁਖ ਜਾਣ। ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਵੀ ਸੱਚ ਨਾਲ ਜੁੜ ਜਾਓ, ਉਹਦੇ ਨਾਲ ਰੰਗ ਕੇ ਅਸਲੀ ਸੁੱਖ ਤਾਂ ਆਉਣਾ ਹੈ। ਬੜੀਆਂ ਮਸਾਣੀਆਂ 'ਚ ਨਹੀਂ ਸੁੱਖ ਹੈਗਾ। ਉਹ ਤਾਂ ਦੁਨੀਆ ਨੂੰ ਬੇਵਕੂਫ ਬਣਾਉਣ ਖਾਤਰ ਬੰਦਾ ਕਰਦਾ ਸਾਰਾ ਕੁਛ। ਬਣਦਾ ਅਸਲ 'ਚ ਆਪੇ ਬੇਵਕੂਫ ਹੈ। ਜਾਂ ਜਮਾਂ ਦਾ ਡੰਡਾ ਪੈਂਦਾ ਸਿਰ 'ਤੇ ਫਿਰ ਪਤਾ ਲੱਗਦਾ ਵੀ ਮੈਂ ਤਾਂ ਗਲਤ ਕਰਦਾ ਰਿਹਾ ਸਾਰੀ ਉਮਰ। ਗੁਰਮੁਖ ਸਾਚੇ ਕਾ ਭਉ ਪਾਵੈ। ਹੁਣ ਗੁਰਮੁਖ ਦੀ ਬਾਤ ਆ ਰਹੀ ਹੈ, ਪਹਿਲਾਂ ਮਨਮੁਖ ਦੀ ਆ ਲਈ। ਗੁਰਮੁਖ ਨੂੰ ਹਮੇਸ਼ਾ ਸੱਚੇ ਦਾ ਡਰ ਹੁੰਦਾ, ਜਿਹਨੂੰ ਨਿਰਮਲ ਭਉ ਕਹਿੰਦੇ। ਕਿਉਂਕਿ ਭਉ ਤੋਂ ਬਿਨਾਂ, ਨਿਰਮਲ ਭਉ ਤੋਂ ਬਿਨਾਂ ਬੰਦਾ ਇਸ ਏਕੇ ਦੇ ਮਾਰਗ 'ਤੇ ਚੱਲ ਨਹੀਂ ਸਕਦਾ। ਜਿਹੜਾ ਦੁਨਿਆਵੀ ਭਉ ਹੈ ਉਹ ਹੈਗਾ ਦੁਆਇਤ ਵਿੱਚ, ਡੁਅਲਿਟੀ 'ਚ। ਜਿਹੜਾ ਨਿਰਮਲ ਭਉ ਹੈ ਉਹ ਹੈਗਾ ਏਕੇ ਭਉ 'ਚ। ਉਹ ਵੀ ਜ਼ਰੂਰੀ ਹੈ। ਹੁਣ ਇਹ ਭਉ ਸ਼ਬਦ ਗੁਰਬਾਣੀ 'ਚ ਦੋਹੇ ਰੂਪਾਂ 'ਚ ਆਉਂਦਾ ਹੈ। ਪ੍ਰਸੰਗ ਅਨੁਸਾਰ ਪਤਾ ਚੱਲ ਜਾਂਦਾ ਵੀ ਦੁਨਿਆਵੀ ਭਉ ਦੀ ਗੱਲ ਹੋ ਰਹੀ ਹੈ ਕਿ ਨਿਰਮਲ ਭਉ ਦੀ ਗੱਲ ਹੋ ਰਹੀ ਹੈ। ਜਿਹੜਾ ਨਿਰਮਲ ਭਉ ਹੈ ਸਾਧ ਸੰਗਤ ਜੀ, ਇਹ ਗੁਰੂ ਭੇਟਾਂ ਤੋਂ ਬਾਅਦ 'ਚ ਪੈਂਦਾ, ਪਹਿਲਾਂ ਨਹੀਂ ਪੈਂਦਾ। ਔਰ ਸੰਗਤ ਵਿੱਚ ਪੈਂਦਾ, ਕਿਸੇ ਗੁਰਮੁਖ ਦੇ ਮਿਲਾਪ 'ਚ ਪੈਂਦਾ। ਉਹ ਨਿਰਮਲ ਭਉ ਪੁਲੀਸ ਵਾਲਾ ਨਹੀਂ ਹੁੰਦਾ ਹੈ। ਉਹ ਨਿਰਮਲ ਭਉ ਤਾਂ ਉਹ ਵੀ ਹੁੰਦਾ ਜਿਹੜਾ ਪੁਲਿਸ ਦਾ ਡਰ ਹੈ, ਲੇਕਿਨ ਭਉ ਵੀ ਹੁੰਦਾ ਜਿਹੜਾ ਟੀਚਰ ਪ੍ਰਤੀ ਹੁੰਦਾ ਹੈ, ਮਾਂ ਬਾਪ ਪ੍ਰਤੀ ਹੁੰਦਾ। ਉਹ ਨਿਰਮਲ ਭਉ ਹੁੰਦਾ। ਨਿਰਮਲ ਭਉ ਜਦੋਂ ਗੁਰੂ ਭੇਂਟ ਹੁੰਦੀ ਹੈ ਉਸ ਤੋਂ ਬਾਅਦ ਮਨ ਦੇ ਵਿੱਚ ਪੈਦਾ ਹੁੰਦਾ ਹੈ। ਉਹਦੇ ਵਿੱਚ ਬੰਦਾ ਹਰ ਵਕਤ ਉਹਨੂੰ ਅੰਦਰ ਸਮਝਦਾ। ਸਗਲ ਗੁਣਾ ਗੁਣ ਉਤਮੋ ਭਰਤਾ ਦੂਰ ਨਾ ਭਿਖਰੀ। ਜਦੋਂ ਔਰਤ ਨੂੰ ਇਹ ਲੱਗੇ ਵੀ ਤੂੰ ਮੇਰੇ ਅੰਦਰ ਹੈ, ਬਾਹਰ ਨਹੀਂ ਗਿਆ ਹੋਇਆ ਲੱਗਦਾ ਮੈਨੂੰ, ਉਹ ਅਵਸਥਾ। ਨਹੀਂ ਤਾਂ ਔਰਤ ਪਿੱਛੇ ਤੇ ਫਿਰ ਕੁਛ ਵੀ ਕਰਦੀ ਹੈ ਦੁਨੀਆਦਾਰੀ 'ਚ ਰਚ ਕੇ, ਵੀ ਉਹ ਕਿਹੜੇ ਘਰ ਹੈ। ਇਹਨੂੰ ਕਹਿੰਦੇ ਨਿਰਮਲ ਭਉ। ਗੁਰਮੁਖ ਬਾਣੀ ਅਗੜ ਕਢਾਵੈ, ਅਘੜ ਕਢਾਵੈ। ਜਿਹੜਾ ਗੁਰਮੁਖ ਬੰਦਾ ਹੈ ਉਹਦੀ ਬਾਣੀ ਜਿਹੜੀ ਹੈ, ਅਗੜੀ ਬਾਣੀ ਜਿਹੜੀ ਕੁਬਾਨ ਹੈ, ਉਹਨੂੰ ਉਹ ਸਹੀ ਕਰ ਲੈਂਦਾ। ਯਾਨੀ ਚਲਾਕੀ ਵਾਲੀ ਮਿੱਠ ਬੋਲੜੀ ਬਾਣੀ ਨਹੀਂ ਹੁੰਦੀ, ਉਹ ਹੋਰ ਚੀਜ਼ ਹੈ, ਉਹ ਮੀਸਣਾਪਣ ਕਹਾਉਂਦਾ ਹੈ। ਵੈਸੇ ਹੀ ਨਿਰਮਲ ਭਉ ਦੇ ਵਿੱਚ ਬਾਣੀ ਜਿਹੜੀ ਸਰਲ ਹੋ ਜਾਂਦੀ ਹੈ, ਕੰਪਲੈਕਸਿਟੀ ਦੂਰ ਹੋ ਜਾਂਦੀ ਹੈ, ਔਰ ਬੋਲੀ ਮਿੱਠੀ ਹੋ ਜਾਂਦੀ ਹੈ। ਗੁਰਮੁਖ ਨਿਰਮਲ ਹਰ ਗੁਣ ਗਾਵੇ। ਹਰੀ ਦੇ ਨਿਰਮਲ ਗੁਣਾਂ ਨੂੰ ਹਮੇਸ਼ਾ ਗਾਉਂਦਾ ਗੁਰਮੁਖ, ਦੁਆਇਤ 'ਚੋਂ ਨਿਕਲ ਜਾਂਦਾ। ਗੁਰਮੁਖ ਪਵਿੱਤਰ ਪਰਮ ਪਦ ਪਾਵੈ। ਗੁਰਮੁਖ ਪਰਮ ਪਦ ਦੀ
ਜਿਹੜੀ ਅਵਸਥਾ ਹੈ ਉਹਨੂੰ ਪ੍ਰਾਪਤ ਕਰ ਲੈਂਦਾ, ਜਿਹੜੀ ਕਿ ਬਹੁਤ ਪਵਿੱਤਰ ਹੈ। ਜੀਵਨ ਪੁਰਖ ਮਿਲਿਆ ਹਰ ਆਇਆ, ਕਉ ਨਾਨਕ ਪਰਮ ਪਦ ਪਾਇਆ। ਜਦੋਂ ਅੰਦਰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ, ਜਿਹੜੀ ਕਿ ਚੌਥੇ ਪਦ ਦੀ ਸਵੇਰ ਦੀ ਬਜਾਏ ਦੁਪਹਿਰ ਹੋ ਜਾਂਦੀ ਹੈ। ਸ਼ੁਰੂਆਤ ਤਾਂ ਪਹਿਲਾਂ ਹੀ ਹੋਈ ਵੀ ਹੁੰਦੀ ਹੈ, ਜਦੋਂ ਅਨਹਦ ਅੰਦਰ ਚੱਲ ਪੈਂਦਾ, ਨਿਰਮਲ ਭਾਵ ਪੈ ਜਾਂਦਾ ਹੈ ਔਰ ਵਿਵੇਕ ਅੰਦਰ ਪ੍ਰਗਟ ਹੋ ਜਾਂਦਾ ਹੈ। ਲੇਕਿਨ ਸਭ ਤੋਂ ਬਾਅਦ ਵਿੱਚ ਪਰਮਾਤਮਾ ਦੇ ਦਰਸ਼ਨ ਹੁੰਦੇ। ਇਹ ਦੁਨੀਆ ਤੋਂ ਉਲਟ ਮਾਰਗ ਹੈ ਸਾਧ ਸੰਗਤ ਜੀ। ਦੇਖੋ, ਦੁਨਿਆਵੀ ਜਿਹੜੀ ਪ੍ਰਕਿਰਿਆ ਹੈ ਉਹਦੇ ਵਿੱਚ ਜਦੋਂ ਬਿਜਲੀ ਚਮਕਦੀ ਹੈ, ਲਿਸ਼ਕ ਪਹਿਲਾਂ ਆ ਜਾਂਦੀ ਹੈ ਤੇ ਕੁਛ ਪਲਾਂ ਤੋਂ ਬਾਅਦ ਫਿਰ ਗੜਗੜਾਹਟ ਸੁਣਦੀ ਹੈ, ਕਿਉਂਕਿ ਜਿਹੜੀ ਸਾਊਂਡ ਦੀ ਆਵਾਜ਼ ਹੈ ਉਹ ਬਹੁਤ ਧੀਮੀ ਹੈ, ਜਿਹੜੀ ਰੌਸ਼ਨੀ ਹੈ ਉਹਦੀ ਆਵਾਜ਼ ਬਹੁਤ ਜ਼ਿਆਦਾ ਤੇਜ਼ ਹੈ, ਇਸ ਕਰਕੇ ਫਰਕ ਪੈਂਦਾ ਹੈ। ਲੇਕਿਨ ਅੰਦਰ ਦੀਆਂ ਅਵਸਥਾਵਾਂ 'ਚ ਬਿਲਕੁਲ ਉਲਟ ਹੁੰਦਾ ਹੈ। ਆਵਾਜ਼ ਪਹਿਲਾਂ ਸੁਣਨ ਲੱਗ ਪੈਂਦੀ ਹੈ, ਦਰਸ਼ਨ ਬਾਅਦ 'ਚ ਹੁੰਦੇ। ਗੁਰਮੁਖ ਦਾ ਜਿਹੜਾ ਮਾਰਗ ਹੈ, ਗੁਰਮਤ ਦਾ ਜਿਹੜਾ ਮਾਰਗ ਹੈ, ਇਹਦੇ 'ਚ ਸਾਰਾ ਕੁਝ ਸੰਸਾਰ ਨਾਲੋਂ ਉਲਟ ਹੁੰਦਾ। ਆਪਾਂ ਖੂਹ ਦੇਖਦੇ ਹਾਂ, ਧਰਤੀ ਦੇ ਵਿੱਚ ਹੇਠਾਂ ਡੂੰਘਾ ਹੁੰਦਾ, ਲੇਕਿਨ ਪਰਮਾਤਮਾਈ ਰਸਤੇ ਵਿੱਚ ਜਿਹੜਾ ਖੂਹ ਹੈ ਉਹ ਉਲਟਾ ਖੂਹ ਆ, ਗਗਨ ਮੈਂ ਤਿਸਮੈ ਜਲੈ ਚਿਰਾਗ, ਉੱਥੇ ਉਲਟਾ ਖੂਹ ਹੈ। ਭਗਤਾਂ ਨੂੰ ਇਹ ਨਜ਼ਰ ਆਉਂਦਾ ਫਿਰ, ਕਿਉਂਕਿ ਸੰਸਾਰ ਤੋਂ ਬਿਲਕੁਲ ਉਲਟ ਹੈ ਸਾਰਾ ਹੀ ਮਾਰਗ ਹੈ। ਗੁਰਮੁਖ ਪਵਿੱਤਰ ਪਰਮ ਪਦ ਪਾਵੈ, ਗੁਰਮੁਖ ਰੋਮ ਰੋਮ ਹਰਿ ਧਿਆਵੈ। ਹਰ ਇੱਕ ਰੋਮ 3.5 ਕਰੋੜ ਬੰਦੇ ਦਾ ਜਦੋਂ ਮਸਤੀ ਚੜ੍ਹਦੀ ਹੈ, ਉਹ ਸਾਰੇ ਹੀ ਰੋਮ ਧਿਆਉਣ ਲੱਗ ਜਾਂਦੇ। ਇਹ ਤੋਂ ਮੁਰਾਦ ਇਹ ਹੈ, ਭਗਤ ਰਵਿਦਾਸ ਜੀ ਨੇ ਇੱਕ ਜਗ੍ਹਾ ਫਰਮਾਇਆ, ਸਰੀਰ ਅਰਧ ਹੈ ਮੋਕੋ ਵਿਚਾਰ ਦੇਹੂ, ਰਵਿਦਾਸ ਸਮਦਲ ਸਮਝਾਵੇ ਕੋ। ਮੇਰਾ ਸਰੀਰ ਤੈਨੂੰ ਅਰਧ ਹੈ। ਸਰੀਰ ਤੋਂ ਮਤਲਬ ਸਰੀਰ ਦੇ ਤਾਂ ਕੋਈ ਜੀਭ ਨਹੀਂ ਹੁੰਦੀ ਲੱਗੀ ਹੋਈ, ਜੀਭ ਤਾਂ ਜੀਭ ਹੈ। ਸਰੀਰ ਦਾ ਕੱਲਾ ਕੱਲਾ ਰੋਮ ਦੇ ਵਿੱਚ ਤੇਰਾ ਰਸ ਆਵੇ, ਉਹਨੂੰ ਧਿਆਉਣੇ ਵਾਸਤੇ ਵਰਤਿਆ ਗਿਆ। ਸਾਰਾ ਹੀ ਸਰੀਰ ਤੈਨੂੰ ਅਰਧ ਹੈ, ਮੇਰਾ ਰੋਮ ਰੋਮ ਤੈਨੂੰ ਅਰਧ ਹੈ। ਔਰ ਇਹ ਗੁਰਮੁਖਾਂ ਨੇ ਅਵਸਥਾ ਬਿਆਨੀ ਹੋਈ ਹੈ। ਇੱਕ ਵਾਰੀ ਪੰਚਮ ਪਾਤਸ਼ਾਹ ਦੇ ਸਮੇਂ ਦੀ ਸਾਖੀ ਹੈ। ਪਾਤਸ਼ਾਹ ਨੂੰ ਕਹਿੰਦੇ ਜੀ ਇਹਦਾ ਮਤਲਬ ਸਮਝਾਓ, ਗੁਰਮੁਖ ਰੋਮ ਰੋਮ ਹਰਿ ਧਿਆਵੈ, ਵੀ ਕੋਈ ਐਸਾ ਵੀ ਹੈ। ਹੁਣ ਆਪਣੀ ਬਾਤ ਤਾਂ ਉਹਨਾਂ ਨੇ ਕਰੀ ਨਹੀਂ। ਉਸ ਸਿੱਖ ਨੂੰ ਭੇਜ ਦਿੱਤਾ ਭਾਈ ਬੰਨੋ ਜੀ ਕੋਲ। ਗਰਮੀ ਦਾ ਮਹੀਨਾ ਸੀ, ਹੌਲੀ ਹੌਲੀ ਉੱਥੇ ਪਹੁੰਚ ਗਿਆ ਉਹ ਸਿੱਖ। ਭਾਈ ਬੰਨੋ ਜੀ ਦੇਸੀ ਘੀ ਦਾ ਵਪਾਰ ਕਰਦੇ ਸੀ। ਉਦੋਂ ਪੈਸੇ ਹੀ ਬਹੁਤ ਬੜੀ ਗੱਲ ਹੁੰਦੀ ਸੀ, ਰੁਪਈਆ ਤਾਂ ਬਹੁਤ ਦੂਰ ਦੀ ਗੱਲ ਸੀ। ਇੱਕ ਪੈਸੇ ਪਿੱਛੇ ਕਿਸੇ ਗਾਹਕ ਨਾਲ ਕੋਈ ਕਹਾ ਸੁਣੀ ਹੋ ਰਹੀ ਸੀ, ਉਹਦੀ ਬਹਿਸ ਹੋ ਰਹੀ ਸੀ। ਗਾਹਕ ਕਹਿੰਦਾ ਸੀ ਮੈਂ ਦੇ ਗਿਆ ਜਾਂ ਦੇਣਾ ਨਹੀਂ ਹੈ, ਉਹ ਕਹਿੰਦੇ ਸੀ ਰਹਿੰਦਾ ਤੁਹਾਡੇ ਵੱਲ ਦਿਓ। ਉਹਨੂੰ ਦੇਖ ਕੇ ਉਹ ਗੁਰਮੁਖ ਵਾਪਸ ਮੁੜਨ ਲੱਗਿਆ ਵੀ ਇਹ ਤਾਂ ਦੁਨੀਆਦਾਰੀ ਵਿੱਚ ਪਿਆ ਹੋਇਆ, ਇਹ ਰੋਮ ਰੋਮ ਧਿਆਉਣ ਵਾਲਾ ਕਿੱਥੇ ਹੈ। ਜਦੋਂ ਵਾਪਸ ਮੁੜਨ ਲੱਗਿਆ, ਭਾਈ ਬੰਨੋ ਜੀ ਨੇ ਉਹਨੂੰ ਹਾਕ ਮਾਰ ਲਈ, ਗੁਰਮੁਖ ਸਿੰਘ ਜੀ ਆ ਜਾਓ, ਆ ਜਾਓ, ਆ ਜਾਓ। ਮਨ ਵਿੱਚ ਹੋਰ ਖਿਆਲ ਨਾ ਲਿਓ। ਘਰ 'ਚ ਲੈ ਗਿਆ ਆਪਣੇ ਉਹਨੂੰ। ਕਹਿੰਦੇ ਜੀ ਪਹਿਲਾਂ ਇਸ਼ਨਾਨ ਕਰੋ। ਪਾਣੀ ਦਾ ਵੀ ਰੱਖ ਦਿੱਤੀਆਂ ਬਾਲਟੀਆਂ ਭਰ ਕੇ, ਅਤੇ ਦੇਸੀ ਘੀ, ਗਰਮੀ ਸੀ ਉਸ ਟਾਈਮ, ਪਿੰਗਲਿਆ ਵਾ ਵੈਸੇ ਹੀ ਸੀ, ਉਹ ਵੀ ਰੱਖ ਦਿੱਤਾ। ਜਦੋਂ ਅੰਦਰ ਵੜਿਆ ਬਾਥਰੂਮ 'ਚ, ਗੁਰਸਿੱਖ ਉਹ ਸੋਚਦਾ ਹੈ ਵੀ ਇੱਕ ਪੈਸੇ ਪਿੱਛੇ ਤਾਂ ਲੜਦਾ, ਇੱਥੇ ਦੇਸੀ ਘੀ ਰੱਖਿਆ ਪਿਆ ਨਹਾਉਣ ਖਾਤਰ, ਵਰਤਣ ਖਾਤਰ, ਵੀ ਮੇਰੀ ਸਮਝ ਤੋਂ ਬਾਹਰ ਹੈ ਗੱਲ। ਬਾਹਰ ਨਿਕਲ ਕੇ ਪੁੱਛ ਹੀ ਲਿਆ ਵੀ ਭਾਈ ਬੰਨੋ ਜੀ ਇਹ ਮਾਜਰਾ ਕਿਆ ਹੈ। ਕੱਲ੍ਹ ਤਾਂ ਤੁਸੀਂ ਇਸ ਤਰ੍ਹਾਂ ਲੜਦੇ ਸੀ ਇੱਕ ਪੈਸੇ ਪਿੱਛੇ, ਅੱਜ ਤੁਸੀਂ ਇਹ ਦੇਸੀ ਘੀ ਵੀ ਡੋਲਣ ਦੀ ਤਿਆਰੀ ਕਰੀ ਹੋਈ ਹੈ। ਕਹਿੰਦੇ ਜੀ ਹਾਂ, ਜਿਹੜਾ ਸਿੱਖ ਹੈ ਨਾ ਆਪਣਾ ਹੱਕ ਛੱਡਦਾ ਹੈ, ਨਾ ਦੂਜੇ ਦਾ ਖੋਹਦਾ ਹੈ। ਉਹ ਜਾਣ ਬੁੱਝ ਕੇ ਪੈਸਾ ਨਹੀਂ ਸੀ ਦੇਣਾ ਚਾਹੁੰਦਾ ਮੇਰਾ। ਲੇਕਿਨ ਜਿੱਥੇ ਫਿਰ ਗੁਰਸਿੱਖ ਗੁਰੂ ਦੇ ਹੁਕਮ ਵਿੱਚ ਦਾਤਾ ਬਣ ਜਾਂਦਾ, ਉੱਥੇ ਫਿਰ ਹੜਾ ਦਿੰਦਾ, ਦਸਵੰਧ ਕੱਢ ਦਿੰਦਾ, ਲਓ ਜੀ ਗੁਰਸਿੱਖਾਂ ਦੀ ਸੇਵਾ ਦੇ ਉੱਤੇ ਸਭ ਕੁਝ ਕੁਰਬਾਨ ਕਰ ਦਿੰਦਾ। ਫਿਰ ਸਮਝ ਆਈ ਉਸ ਸਿੱਖ ਨੂੰ ਵੀ ਵਾਕਈ ਗੁਰਮੁਖ ਰੋਮ ਰੋਮ ਹਰਿ ਧਿਆਉਣ ਵਾਲੀ ਗੱਲ ਹੈ, ਸਾਡੇ ਸਮਝਣ 'ਚ ਫਰਕ ਹੁੰਦਾ ਹੈ। ਕਿਉਂਕਿ ਗੁਰਸਿੱਖਾਂ ਨੂੰ ਤਾਂ ਭਾਈ ਗੁਰਦਾਸ ਜੀ ਨੇ ਤੈਸੇ ਗੁਰਸਿੱਖਣ ਕੋ ਪਰਮ ਪਵਿੱਤਰ ਮਾਇਆ,
ਬਹੁਤ ਵਧੀਆ ਚੀਜ਼ ਦੱਸੀ ਹੈ, ਜਿੱਥੋਂ ਫਿਰ ਆ ਕੇ ਸਭ ਗੁਰਸਿੱਖ, ਕੋਈ ਭਗਤ, ਕੋਈ ਸੰਤ ਆ ਕੇ ਛਕਦੇ ਵੀ ਹੈ, ਪਹਿਨਦੇ ਵੀ ਹੈ, ਨਿਹਾਲ ਹੁੰਦੇ ਹੈ। ਤਾਂ ਮਾਇਆ ਬੁਰੀ ਨਹੀਂ ਹੈ ਭਾਈ, ਇਹ ਅਲੱਗ ਅਲੱਗ ਕੰਸੈਪਟ ਹੈ ਗੁਰਬਾਣੀ ਦੇ। ਤੋ ਗੁਰਮੁਖ ਰੋਮ ਰੋਮ ਹਰਿ ਧਿਆਵੇ, ਨਾਨਕ ਗੁਰਮੁਖ ਸਾਚ ਸਮਾਵੈ। ਪਾਤਸ਼ਾਹ ਫਰਮਾਉਂਦੇ ਆ ਵੀ ਗੁਰਮੁਖ ਸੱਚੇ ਦੇ ਵਿੱਚ ਸਮਾ ਜਾਂਦਾ ਹੈ। ਜਮਾਂ ਦੀ ਮਥਾਜੀ ਮੁੱਕ ਜਾਂਦੀ ਹੈ, ਧਰਮਰਾਜ ਦੇ ਕਾਗਜ਼ ਪਟ ਜਾਂਦੇ, ਧਰਮਰਾਜ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਗੁਰਮੁਖ ਬਹੁਤ ਉੱਚੀ ਅਵਸਥਾ ਹੁੰਦੀ ਹੈ। ਭਾਵੇਂ ਆਪਾਂ ਕਹਿ ਦਿੰਦੇ ਇੱਕ ਦੂਜੇ ਨੂੰ ਆਓ ਗੁਰਮੁਖੋ, ਚਲੋ ਕਿਸੇ ਸਿੱਖ ਨੂੰ ਬੜਾ ਕਰਨਾ ਕੋਈ ਬੁਰਾਈ ਵਾਲੀ ਗੱਲ ਤਾਂ ਹੈ ਨਹੀਂ, ਪਰ ਜੇ ਸਮਝਿਆ ਜਾਵੇ ਗੁਰਮੁਖ ਦਾ ਮਤਲਬ ਤਾਂ ਸਮਝ ਉਹੀ ਸਕਦਾ ਜਿਹੜਾ ਆਪ ਖੁਦ ਵੀ ਗੁਰਮੁਖ ਹੋਵੇ, ਨਹੀਂ ਤਾਂ ਸਮਝ ਨਹੀਂ ਆਉਂਦੀ ਅਸਲ 'ਚ। ਕਿਉਂਕਿ ਗੁਰਮੁਖ ਹੋਣਾ ਰੇਅਰੈਸਟ ਆਫ ਦਾ ਰੇਅਰ ਕਰਮ, ਕਰੋੜਾਂ 'ਚੋਂ ਇੱਕ ਅੱਧਾ ਹੀ ਹੋ ਸਕਦਾ। ਕੌਣ ਹੋਊਗਾ? ਜਿਹਨੂੰ ਹਉਮੈ ਦੀ ਸਮਝ ਸ਼ਬਦ ਨੇ, ਗੁਰਬਾਣੀ ਨੇ ਦੇਤੀ, ਅਤੇ ਉਹ ਸੰਗਤ ਦੇ ਅਨੁਸਾਰੀ ਹੋ ਗਿਆ, ਔਰ ਉਹਦੇ ਅੰਦਰ ਨਾਮ ਚੱਲ ਪਿਆ। ਸੰਗਤ ਦੇ ਅਨੁਸਾਰੀ ਤਾਂ ਬਹੁਤ ਹੋਏ ਵੇ ਹੁੰਦੇ, ਪਰ ਨਾਮ ਨਹੀਂ ਚੱਲਦਾ ਹੁੰਦਾ ਅੰਦਰ। ਨਾਮ ਚੱਲਣਾ ਬਹੁਤ ਵਿਸ਼ੇਸ਼ ਗੁਣ ਹੈ ਗੁਰਮੁਖ ਦਾ, ਜਿਹਨੂੰ ਅੱਜ ਕੱਲ੍ਹ ਦੇ ਵਿਦਵਾਨ ਸੋ ਕਾਲਡ ਚੁੰਚ ਗਿਆਨੀ ਇਹ ਵੀ ਕਹਿੰਦੇ ਆ ਵੀ ਬੋਲਣ ਦੀ ਕਿਹੜੀ ਲੋੜ ਹੈ, ਵਾਰ ਵਾਰ ਸਿੱਖ ਲਿਆ, ਪੜ੍ਹ ਲਿਆ, 2-4 ਵਾਰ ਬਾਣੀ ਨੂੰ ਸੁਣ ਲਿਆ, ਬਸ ਠੀਕ ਹੈ, ਜਪਣ ਦੀ ਲੋੜ ਨਹੀਂ। ਨਹੀਂ ਭਾਈ ਨਹੀਂ, ਉਹ ਮਿਸਗਾਈਡਡ ਹੈ। ਮੱਲੋ ਮੱਲੀ ਹਰ ਸਵਾਸ ਦੇ ਨਾਲ, ਹਰ ਰੋਮ ਦੇ ਵਿੱਚ ਨਾਮ ਦਾ ਪੈਦਾ ਹੋਣਾ, ਇਹੀ ਗੁਰਮੁਖਤਾ ਹੀ ਹੈ। ਉਸੇ ਨੂੰ ਗੁਰਮੁਖ ਕਿਹਾ ਜਾਂਦਾ, ਲਿਬਾਸ ਨੂੰ ਗੁਰਮੁਖ ਨਹੀਂ ਕਿਹਾ ਜਾਂਦਾ। ਗੁਰਮੁਖ ਤੋਂ ਥੋੜ੍ਹਾ ਜਿਹਾ ਹੇਠਾਂ ਸ਼ਬਦ ਹੈ ਸਨਮੁਖ। ਸਨਮੁਖ ਉਹ ਹੁੰਦਾ ਜਿਹਦੀ ਦਸ਼ਾ ਤਾਂ ਠੀਕ ਹੋ ਗਈ, ਬਾਹਰੋਂ ਖਾਣਾ ਪੀਣਾ ਪਹਿਨਣਾ ਸਭ ਠੀਕ ਹੋ ਗਿਆ, ਸੰਗਤ 'ਚ ਵੀ ਆਉਣ ਲੱਗ ਗਿਆ, ਗੁਰੂ ਪਰ ਭਰੋਸਾ ਵੀ ਹੋ ਗਿਆ, ਪਰਚਣ ਲੱਗ ਗਿਆ ਮਨ ਗੁਰੂ ਦੀ ਗੱਲਾਂ 'ਚ, ਗੁਰੂ ਦੇ ਵਿਚਾਰਾਂ ਵਿੱਚ, ਗੁਰੂ ਦੇ ਉਪਦੇਸ਼ ਵਿੱਚ, ਪਰ ਅਜੇ ਨਾਮ ਨਹੀਂ ਚੱਲਿਆ ਅੰਦਰ, ਅਜੇ ਚਸ਼ਮਾ ਨਹੀਂ ਫੁੱਟਿਆ ਅੰਦਰੋਂ। ਉਹ ਹੁੰਦਾ ਸਨਮੁਖ। ਜਿਵੇਂ ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸੈ ਪੈਰੀ ਪਾਏ ਜਿਉ। ਇੱਕੋ ਹੀ ਗੁਰੂ ਪੁੱਤਰ ਦੀ ਵਡਿਆਈ ਆਈ ਹੋਈ ਹੈ, ਮੋਹਰੀ ਜੀ ਦੀ। ਮੋਹਨ ਦੀ ਵਡਿਆਈ ਨਹੀਂ ਆਈ, ਹਾਲਾਂਕਿ ਬਹੁਤ ਸੰਜੀਦਾ ਔਰ ਧਾਰਮਿਕ ਰੁਚੀਆਂ ਰੱਖਦਾ ਸੀ ਉਹ, ਕਿਉਂਕਿ ਉਹ ਚਰਨ ਹੀ ਨਹੀਂ ਪਿਆ। ਗੁਰੂ ਸਾਹਿਬ ਆਪਣੇ ਪਿਤਾ ਜੀ ਦੇ ਕਹਿਣ ਤੋਂ ਚਰਨ ਹੀ ਨਹੀਂ ਪਿਆ, ਚਰਨੀ ਹੱਥ ਨਹੀਂ ਲਗਾਇਆ, ਮੋਹਰੀ ਜੀ ਨੇ ਲਗਾ ਤਾ। ਤੋ ਸਨਮੁਖ ਥੋੜ੍ਹਾ ਜਿਹਾ ਹੇਠ ਹੁੰਦਾ ਗੁਰਮੁਖ ਤੋਂ, ਇਸ ਤੋਂ ਹੇਠਾਂ ਹੁੰਦਾ ਫਿਰ ਬੇਮੁਖ ਤੋਂ ਔਰ ਮਨਮੁਖ ਦੇ ਵਿਚਾਲੇ ਇੱਕ ਹੋਰ ਕੜੀ ਹੁੰਦੀ ਹੈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਮਨਮੁਖ, ਸੌਰੀ, ਜਿਹੜੀ ਬੇਮੁਖ ਦੇ ਔਰ ਸਨਮੁਖ ਦੇ ਵਿਚਾਲੇ ਦੀ ਕੜੀ ਹੈ, ਉਹ ਮਨਮੁਖ ਹੁੰਦਾ ਹੈ। ਮਨਮੁਖ ਬੰਦਾ ਰੱਬ ਨਾਲ ਆਡਾ ਤਾਂ ਨਹੀਂ ਲਾਉਂਦਾ, ਨਾ ਹੀ ਉਹ ਕਿਸੇ ਸੰਤ ਦੇ ਨਾਲ ਬੈਰ ਪਾਉਂਦਾ ਹੈ, ਲੇਕਿਨ ਉਹ ਚੱਲਦਾ ਆਪਣੇ ਮਨ ਦੇ ਨਾਲ ਹੁੰਦਾ, ਆਪਣੀ ਬੁੱਧੀ ਨਾਲ ਚੱਲਦਾ ਹੁੰਦਾ, ਉਹ ਮਨਮੁਖ ਹੁੰਦਾ। ਸਭ ਤੋਂ ਭੈੜਾ ਹੁੰਦਾ ਬੇਮੁਖ। ਬੇਮੁਖ ਉਹ ਹੁੰਦਾ ਜਿਹੜਾ ਗੁਰੂ ਨਾਲ ਵੀ ਆਡਾ ਲਾਉਂਦਾ, ਪਰਮਾਤਮਾ ਪਰ ਵੀ ਭਰੋਸਾ ਨਹੀਂ ਹੁੰਦਾ, ਪਿਓਰ ਦੁਨੀਆਦਾਰ ਹੁੰਦਾ। ਸਿੱਖ ਹਿਸਟਰੀ 'ਚ ਵੀ ਐਸੀਆਂ ਮਿਸਾਲਾਂ ਆਉਂਦੀਆਂ। ਜਿਹੜਾ ਪਿਰਥੀਆ ਸੀਗਾ ਗੁਰੂ ਅਰਜਨ ਦੇਵ ਜੀ ਦਾ ਭਰਾਤਾ ਵੱਡਾ, ਉਹ ਬਿਲਕੁਲ ਉਸੇ ਕੈਟੇਗਰੀ 'ਚ ਆਉਂਦਾ। 6ਵੇਂ ਪਾਤਸ਼ਾਹ ਨੂੰ 4-5 ਵਾਰ ਮਾਰਨ ਦੀ ਕੋਸ਼ਿਸ਼ ਵੀ ਕਰੀ, ਬਾਲ ਰੂਪ ਸੀ ਜਦੋਂ ਉਹ ਪਿਓਰਲੀ ਦੁਨੀਆਦਾਰ ਸੀਗਾ, ਉਹ ਬੇਮੁਖ ਸੀਗਾ। ਇਹੋ ਜਿਹੇ ਬੰਦੇ ਨਮਰੂਦ, ਫਿਰਾਊਨ ਵਰਗੇ ਹੋਏ ਦੁਨੀਆ ਦੇ ਵਿੱਚ, ਜਿਹੜੇ ਖੁਦ ਨੂੰ ਹੀ ਰੱਬ ਕਹਾਉਣ ਲੱਗ ਪਏ ਸੀਗੇ, ਉਹ ਬੇਮੁਖ ਨੇ। ਉਹ ਸਭ ਤੋਂ ਭੈੜੀ ਕਿਸਮ ਬੇਮੁਖਾਂ ਦੀ ਹੈ। ਉਸ ਤੋਂ ਥੋੜ੍ਹੀ ਜਿਹੀ ਸੁਧਰੀ ਹੋਈ ਰੂਪ ਹੁੰਦੀ ਹੈ ਮਨਮੁਖਾਂ ਦੀ, ਫਿਰ ਹੁੰਦੀ ਹੈ ਸਨਮੁਖ, ਸਨਮੁਖ ਤੋਂ ਉੱਪਰ ਗੁਰਮੁਖ। ਤਾਂ ਗੁਰਮੁਖ ਦੀ ਅਵਸਥਾ ਬਹੁਤ ਮੁਸ਼ਕਿਲ ਬਣਦੀ ਹੈ, ਇਹ ਆਪਣੇ ਵੱਸ ਦੀ ਗੱਲ ਨਹੀਂ ਹੈ। ਇਹ ਸਿਰਫ ਔਰ ਸਿਰਫ ਗੁਰੂ ਕਿਰਪਾ, ਗੁਰੂ ਕਿਰਪਾ ਦੇ ਵਿੱਚ ਗੁਰੂ ਦਾ ਮਿਲਾਪ, ਸ਼ਬਦ ਦੇ ਨਾਲ ਬੰਦੇ ਦਾ ਪਰਚਣਾ, ਫਿਰ ਜਾ ਕੇ ਇਹ ਬਣ ਸਕਦੀ ਹੈ। ਫਿਰ ਵੀ ਸਾਡੇ ਹੱਥ 'ਚ ਨਹੀਂ ਹੈ, ਜਿੰਨਾ ਚਿਰ ਕਿਰਪਾ ਨਾ ਉਹਦੀ ਵਰਸੇ ਨਹੀਂ ਹੋ ਸਕਦੀ। ਸਾਧ ਸੰਗਤ ਜੀਓ, ਗੁਰਬਾਣੀ ਹਰ ਬੰਦਾ ਪੜ੍ਹਦਾ ਹੈ, ਪੜ੍ਹਨੀ ਚਾਹੀਦੀ ਹੈ, ਕਿਉਂਕਿ ਇਹ ਪਹਿਲਾ ਸਟੈਪ ਹੈ ਉੱਧਰ ਨੂੰ ਤੁਰਨ ਦਾ।
ਪਰ ਗੁਰਬਾਣੀ ਦੀ ਕਿਰਪਾ ਕਿਹਦੇ ਉੱਤੇ ਵਰਸਦੀ ਹੈ, ਇਹ ਬਹੁਤ ਵਿਸ਼ੇਸ਼ ਸਵਾਲ ਹੈ। ਕਿਰਪਾ ਹਰ ਇੱਕ ਤੇ ਨਹੀਂ ਵਰਸਦੀ। ਪੜ੍ਹਦੇ ਸਾਰੇ ਹੀ ਹੈ, ਥੋੜ੍ਹਾ ਬਹੁਤਾ ਫਾਇਦਾ ਵੀ ਹੁੰਦਾ ਹੈ ਜਿੰਨਾ ਕੁ ਵੀ ਬੰਦਾ ਗੁਰਬਾਣੀ ਪੜ੍ਹਦਾ, ਸੁਣਦਾ, ਵਿਚਾਰਦਾ। ਪਰ ਜਿਹਦੇ ਉੱਤੇ ਗੁਰਬਾਣੀ ਦੀ, ਗੁਰੂ ਦੀ ਕਿਰਪਾ ਹੋ ਜਾਏ ਨਾ ਪੂਰੀ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਫੇਰ ਮਨ ਵਸ ਚ ਆਉਂਦਾ, ਫੇਰ ਉਹ ਗੁਰਮੁਖ ਬਣਦਾ। ਕਿਰਪਾ ਬਹੁਤ ਜ਼ਰੂਰੀ ਹੈ। ਸਜਾਦ ਦਾ ਇੱਕ ਸ਼ੇਅਰ ਹੈ, ਅਮਲ ਸੇ ਜ਼ਿੰਦਗੀ ਬਣਤੀ ਤੋ ਸਭੀ ਬਣਾ लेते, अमल से जिंदगी बनती तो सभी बना लेते, निवाजिश जब तक ना हो शामिल नाकाम रहते हैं। ਜੇ ਅਮਲ ਨਾਲ ਆਪਣੇ ਤੌਰ ਪਰ ਜ਼ਿੰਦਗੀ ਬਣਨੀ ਹੁੰਦੀ ਤਾਂ ਸਾਰੇ ਹੀ ਲੋਕ ਜਿੰਨੇ ਵੀ ਗੁਰਬਾਣੀ ਪੜ੍ਹਨੇ ਸੁਣਨੇ ਵਾਲੇ ਆ ਗੁਰਮੁਖ ਬਣ ਜਾਂਦੇ। ਨਹੀਂ, ਸਾਧ ਸੰਗਤ ਜੀ ਇੱਕ ਨਹੀਂ ਹੈ। ਜਿੰਨਾ ਚਿਰ ਉਹਦੀ ਨਿਵਾਜਿਸ਼ ਨਹੀਂ ਸ਼ਾਮਿਲ ਹੁੰਦੀ, ਉਹਦੀ ਕਿਰਪਾ ਨਹੀਂ ਸ਼ਾਮਿਲ ਹੁੰਦੀ, ਉਹਦੀ ਇਨਾਇਤ ਨਹੀਂ ਸਾਡੇ ਉੱਤੇ ਹੁੰਦੀ, ਨਾਕਾਮੀ ਹੈ। ਠੀਕ ਹੈ, ਕੁਛ ਫਲ ਮਿਲ ਜਾਂਦਾ ਹੈ, ਬੰਦਾ ਦੁਬਾਰਾ ਮਨੁੱਖ ਬਣ ਸਕਦਾ। ਜੇ ਇਸ ਤਰ੍ਹਾਂ ਵੀ ਨਹੀਂ ਕਰੂਗਾ ਫਿਰ ਤਾਂ 84 ਜੂਨੀਆਂ ਵਿੱਚ ਪੈ ਜਾਂਦਾ ਬੰਦਾ। ਉਸ ਤੋਂ ਬਚਣ ਵਾਸਤੇ ਸਾਨੂੰ ਸੰਗਤ ਵਿੱਚ ਆਉਣਾ ਜਿਹੜਾ ਉਹ ਬਹੁਤ ਲਾਭਵੰਦ ਹੁੰਦਾ। ਬੰਦਾ ਕਮ ਸੇ ਕਮ ਮਨੁੱਖ ਬਣ ਸਕਦਾ ਤਾਂ ਕਿ ਦੁਬਾਰੇ ਫਿਰ ਅਗਲੇ ਜਾਮੇ 'ਚ ਉਹ ਨਾਮ ਦੇ ਨਾਲ ਜੁੜ ਸਕੇ। ਪਰ ਕੋਈ ਪਰਮਾਤਮਾ ਨੂੰ ਪ੍ਰਾਪਤ ਕਰ ਜੂਗਾ ਆਪਣੇ ਹਿੰਮਤ ਦੇ ਨਾਲ, ਦਿਸ ਇਜ਼ ਵੈਰੀ ਮੱਚ ਇੰਪੋਸੀਬਲ। ਇਹ ਨਿਵਾਜਿਸ਼ 'ਤੇ ਡਿਪੈਂਡ ਕਰਦਾ ਹੈ, ਇਹ ਉਹਦੀ ਗ੍ਰੇਸ 'ਤੇ ਡਿਪੈਂਡ ਕਰਦਾ ਹੈ। ਜੇ ਉਹਦੀ ਗ੍ਰੇਸ ਹੋ ਜਾਏ, ਗੁਰਬਾਣੀ ਦੀ ਗ੍ਰੇਸ ਸਾਡੇ ਉੱਤੇ ਹੋ ਜਾਏ, ਫਿਰ ਨਾਮ ਚੱਲਦਾ ਅੰਦਰ, ਅਦਰਵਾਈਜ਼ ਨਹੀਂ ਚੱਲ ਸਕਦਾ। ਕੋਈ ਅਪਸ਼ਬਦ ਦੀ ਖਿਮਾ ਦਿਓ ਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।